सत श्रीकाल दोस्तों, रेडियो KRP 1550 AM तो प्रोग्राम लोक सत्थ लैके मैं गुरबाज सिंह बराड़ हाजिर हो गया। बाई हरजीत सिंह गिल नूं अज जरूरी काम पै गया। अज छुट्टी ते रहणगे ते आपां 2 बजे तक इस प्रोग्राम दे राहीं तुहाडे नाल सांझ पावांगे। अज दे प्रोग्राम दे विच अहम विषय विचारे जाणगे। भारत 8वीं वार सुरक्षा कौंसल की सीट पक्की कर गया। कनेडा खुंझ गया। कनेडा नूं कुछ वोटां घट पईआं ने। नॉर्वे ते आयरलैंड नूं साडे प्रधान मंत्री जस्टिन ट्रूडो ने वधाइयां दित्तियां ने। इंडिया नूं भी वधाई भेजी है ते नाल दी नाल प्रतिबद्धता भी जाहिर कीती है कि साडा UN दे नाल सहयोग जारी रहेगा। दुनिया भर शांति कायम रखण लई असीं अपने वल्लों यतन जारी रखांगे। मन्निया कि कोई बदली धुप्पां रोक भी लैंदी ए, मन्निया कि कोई बदली धुप्पां रोक भी लैंदी ए, ਉਹ ਚਾਨਣ ਦੇ ਫੰਭਿਆਂ ਤਾਈਂ ਸੋਖ ਵੀ ਲੈਂਦੀ ਏ। ਪਰ ਨੂਰ ਦੇ ਜਾਏ ਕਰਨ ਗੁਲਾਮੀ ਗਿੱਝਦੇ ਨਹੀਂ ਹੁੰਦੇ। ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਜਿਹੜੇ ਪਾਣੀ ਅੰਦਰ ਕੋਈ ਰਵਾਨੀ ਨਹੀਂ ਹੁੰਦੀ, ਉਸ ਪਾਣੀ ਤੇ ਆਉਂਦੀ ਕਦੇ ਜਵਾਨੀ ਨਹੀਂ ਹੁੰਦੀ। ਸੌੜੀਆਂ ਸੋਚਾਂ ਕੋਲੋਂ ਬੀਬਾ ਸਿੱਧਦੇ ਨਹੀਂ ਹੁੰਦੇ। ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ। ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਏ। ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ। ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਜਗਮੀਤ ਸਿੰਘ ਦੀ ਚਰਚਾ ਹੋ ਰਹੀ ਹੈ। ਹਰਮਨਜੀਤ ਰਾਣੀ ਤੱਤ ਵਿੱਚ ਲਿਖ ਰਿਹਾ। ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ 1 ਲੱਖ ਤੋਂ ਟੱਪ ਗਏ ਨੇ। ਕਰੋਨਾ ਵਾਇਰਸ ਦੀ ਮਾਰ ਹਰ ਪਾਸੇ ਫੈਲ ਰਹੀ ਹੈ। ਚੀਨ ਦੇ ਵਿੱਚ ਦੁਬਾਰਾ ਕਰੋਨਾ ਵਾਇਰਸ ਦੀ ਲਾਗ ਫੈਲਣ ਲੱਗੀ ਹੈ। ਬੀजिंग ਦੇ ਵਿੱਚ ਵਪਾਰ ਕਾਰੋਬਾਰ ਦੁਬਾਰਾ ਬੰਦ ਹੋਣ ਲੱਗੇ ਨੇ। ਉਡਾਣਾਂ ਜਿਨ੍ਹਾਂ ਦੇ ਚੱਲਣ ਦੀ ਉਮੀਦ ਬੱਝੀ ਸੀ ਉਹ ਫਿਰ ਤੋਂ ਕੈਂਸਲ ਕੀਤੀਆਂ ਜਾ ਰਹੀਆਂ ਨੇ। ਦੁਨੀਆ ਭਰ ਨੂੰ ਡਰਾਇਆ ਹੋਇਆ, ਪਰ ਕਈ ਆਗੂਆਂ ਨੂੰ ਇਹ ਸਮਾਂ ਘਿਓ ਵਾਂਗੂ ਲੱਗਿਆ। ਲੀਡਰੀ ਚਮਕਾਉਣ ਦਾ ਮੌਕਾ ਮਿਲ ਗਿਆ। ਨੈਸ਼ਨਲ ਪੋਸਟ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਪ੍ਰੀਮੀਅਰਸ ਬਾਰੇ ਇੱਕ ਸਰਵੇਖਣ ਛਪਿਆ। ਜਿਹੜੇ ਪ੍ਰੀਮੀਅਰ ਨੇ ਸੂਬਿਆਂ ਦੇ, ਉਹਨਾਂ ਦੇ ਵਿੱਚੋਂ ਕੁਬੈਕ ਦੇ ਪ੍ਰੀਮੀਅਰ ਸਭ ਤੋਂ ਉੱਪਰ ਨੇ। ਉਹਨਾਂ ਨੇ ਜਿਸ ਤਰ੍ਹਾਂ ਹੈਂਡਲ ਕੀਤਾ, 5137 ਕੈਨੇਡੀਅਨਸ ਦੇ ਉੱਪਰ ਇਹ ਸਰਵੇਖਣ ਕਰਵਾਇਆ ਗਿਆ ਪੋਸਟਰ ਡਾਟ ਐਂਡ ਮੈਰੂ ਬਲੂ ਵੱਲੋਂ, ਜਿਹਦੇ ਵਿੱਚ 76% ਲੋਕਾਂ ਨੇ ਕੁਬੈਕ ਦੇ ਪ੍ਰੀਮੀਅਰ ਨੂੰ ਪ੍ਰਵਾਨਗੀ ਦਿੱਤੀ ਹੈ ਕਿ ਸਹੀ ਕੰਮ ਕਰ ਰਹੇ ਨੇ। 30% ਵਾਲੇ ਵੀ ਹੈਗੇ ਨੇ। ਅੱਗੇ ਚੱਲ ਕੇ ਦੱਸਦੇ ਹਾਂ BC ਦੇ ਪ੍ਰੀਮੀਅਰ ਜੌਨ ਹੌਰਗਨ ਕਿੱਥੇ ਕੁ ਖੜੇ ਨੇ। ਨਾਰਵੇ ਤੇ ਆਇਰਲੈਂਡ ਸੀਟ ਜਿੱਤ ਗਏ ਨੇ। ਕੈਨੇਡਾ ਰਹਿ ਗਿਆ। 128 ਵੋਟਾਂ ਚਾਹੀਦੀਆਂ ਸੀ ਘੱਟੋ ਘੱਟ ਜਿੱਤਣ ਲਈ। 20 ਵੋਟਾਂ ਘੱਟ ਗਈਆਂ। 20 ਜਣੇ ਕੈਨੇਡਾ ਦੇ ਨਾਲ ਨਹੀਂ ਖੜੇ। ਪਿਛਲੇ 4 ਸਾਲਾਂ ਤੋਂ ਜ਼ੋਰ ਅਜ਼ਮਾਈ ਹੋ ਰਹੀ ਸੀ। ਜਿਨ੍ਹਾਂ ਨੇ ਜਿੱਤਣਾ ਹੁੰਦਾ ਉਹ 10-10 ਸਾਲ ਪਹਿਲਾਂ ਹੀ ਲੌਬਿੰਗ ਕਰਨ ਲੱਗ ਪੈਂਦੇ ਨੇ। ਇਕੱਲਾ ਪੀਸ ਕੀਪਿੰਗ, ਮਲਟੀਕਲਚਰਿਜ਼ਮ ਤੇ ਵਾਤਾਵਰਨ ਦਾ ਖਿਆਲ ਰੱਖਣ ਦੇ ਦਾਅਵੇ ਕਰਕੇ ਇਹ ਸੀਟਾਂ ਨਹੀਂ ਜਿੱਤੀਆਂ ਜਾਂਦੀਆਂ। ਬਹੁਤ ਵੱਡੀਆਂ ਗਿਣਤੀਆਂ ਲੈਣ ਦੇਣ ਕਰਨੇ ਪੈਂਦੇ ਨੇ। ਅਮਰੀਕਾ ਵਰਗਾ ਮੁਲਕ ਜਿਹਦੇ ਨਾਲ ਖੜਾ ਕਿੱਥੇ ਸੀਟਾਂ ਜਿੱਤਣ ਦੇਣੀਆਂ ਸੀ। ਨਾਰਵੇ ਤੇ ਆਇਰਲੈਂਡ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। UN ਦੀ ਜਿਹੜੀ ਸਿਕਿਉਰਿਟੀ ਦਲ ਦੀ ਸੀਟ ਸੀਗੀ, UN ਦੇ ਵਿੱਚ ਇਹਦਾ ਫੰਕਸ਼ਨਿੰਗ ਕੀ ਹੁੰਦੀ ਹੈ, ਇਹਦੀਆਂ ਪਾਵਰਸ ਕੀ ਹੁੰਦੀਆਂ ਨੇ। ਸਿਕਿਉਰਿਟੀ ਕੌਂਸਲ ਦੀ ਜਿਹੜੀ ਸੀਟ ਹੈ ਜਿਹਦੇ ਵਿੱਚ ਇਹ ਮੈਂਬਰ ਬੈਠਦੇ ਨੇ। ਕੁੱਲ 15 ਮੈਂਬਰ ਹੁੰਦੇ ਨੇ, ਜਿਨ੍ਹਾਂ ਚੋਂ ਇਹ ਜਿਹੜੇ 5 ਪੱਕੇ ਮੈਂਬਰ ਨੇ ਤੇ ਬਾਕੀ 10 ਫਿਰ ਬਦਲਵੇਂ ਨੇ। ਆਰਜੀ ਸੀਟ ਸੀ, ਬਾਹਲਾ ਇਹਦੇ ਕੋਈ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। 2 ਸਾਲਾਂ ਦਾ ਇਹ ਸਮਾਂ ਹੁੰਦਾ ਹੈ, ਬਦਲਦੇ ਰਹਿੰਦੇ ਨੇ ਮੈਂਬਰ। ਇਹਨਾਂ ਦੇ ਕੋਲ ਕੀ ਹੁੰਦਾ? ਸ਼ਾਂਤੀ ਸਥਾਪਿਤ ਕਰਨੀ ਹੈ ਜੀ, ਪੀਸ ਕੀਪਿੰਗ ਮਿਸ਼ਨ ਭੇਜਣੇ ਆ ਵੱਖ-ਵੱਖ ਮੁਲਕਾਂ 'ਚ। ਐਡੀ ਦੁਨੀਆ ਕਿਤੇ ਨਾ ਕਿਤੇ ਗੜਬੜ ਹੁੰਦੀ ਰਹਿੰਦੀ ਹੈ। ਕਿਤੇ ਕੋਈ ਠਾਠੂ ਸਰਹੱਦਾਂ ਤੇ ਜਾਂ ਕਿਤੇ ਹੋਰ ਅੰਦਰ ਖਾਤੇ ਠੰਡੀ ਜੰਗ ਚੱਲਦੀ ਰਹਿੰਦੀ ਹੈ। ਉੱਥੇ ਇਸ ਸਿਕਿਉਰਿਟੀ ਕੌਂਸਲ ਨੇ ਮੀਟਿੰਗਾਂ ਕਰਕੇ ਫੈਸਲੇ ਲੈਣੇ ਹੁੰਦੇ ਕਿ ਇਸ ਮਾਰ ਧਾੜ ਨੂੰ ਕਿਵੇਂ ਰੋਕਿਆ ਜਾਏ, ਕਿਵੇਂ ਦੇਸ਼ਾਂ ਨੂੰ ਮਨਾਇਆ ਜਾਏ ਕਿ ਭਾਈ ਆਪਸ ਦੇ ਵਿੱਚ ਲੜੋ ਨਾ। ਜਾਂ ਕੋਈ ਹੋਰ ਕੋਈ ਵਿਵਾਦ ਖੜਾ ਹੋ ਜਾਂਦਾ, ਕੋਈ ਸਰਹੱਦੀ ਜ਼ਮੀਨੀ ਵਿਵਾਦ ਖੜਾ ਹੋ ਜਾਂਦਾ, ਕਿਸੇ ਮੁਲਕ ਦੇ ਕਿਸੇ ਹਿੱਸੇ ਤੇ ਕਬਜ਼ੇ ਦੀ ਗੱਲ ਸਾਹਮਣੇ ਆਉਂਦੀ ਹੈ, ਤਾਂ ਉੱਥੇ ਵੀ ਰਲ ਮਿਲ ਕੇ ਫੈਸਲੇ ਕਰਕੇ ਦੋਹਾਂ ਧਿਰਾਂ ਨੂੰ ਚੁੱਪ ਕਰਾਉਣਾ ਹੁੰਦਾ। ਹੋਰ ਯੋਜਨਾਵਾਂ ਘੜੀਆਂ ਜਾਂਦੀਆਂ ਨੇ, ਫੰਡ ਦੇਣੇ ਹੁੰਦੇ ਨੇ ਜਿੱਥੇ ਕਿਤੇ ਕੋਈ ਕੁਦਰਤੀ ਆਫਤ ਵਗੈਰਾ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਮਸਲਾ ਖੜਾ ਹੁੰਦਾ। ਮਿਲਟਰੀ ਐਕਸ਼ਨ ਦੇ ਖਿਲਾਫ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਜਿਹੜੀ ਕਾਰਵਾਈ ਵੱਖ-ਵੱਖ ਮੁਲਕਾਂ ਦੇ ਵਿੱਚ ਕਰਨੀ ਜਾਂ ਕਰਾਉਣੀ ਕਿਸ ਲੈਵਲ ਦੀ ਹੋਵੇ, ਕਿੰਨਾ ਕੁ ਇਹਨੂੰ ਜਿਹੜੀ ਲੜਾਈ ਝਗੜੇ ਨੂੰ ਰੋਕਣ ਦੇ ਲਈ ਆਰਥਿਕ ਪਾਬੰਦੀਆਂ ਲਾਉਣੀਆਂ ਜਾਂ ਹਟਾਉਣੀਆਂ, ਇਹ ਵੀ ਸਿਕਿਉਰਿਟੀ ਕੌਂਸਲ ਦੇ
ਪਾਸੇ ਹੁੰਦਾ ਜ਼ਿੰਮੇਵਾਰੀ, ਉਹ ਤੈਅ ਕਰਦੇ ਨੇ ਬੈਠ ਕੇ ਜਦੋਂ ਮੀਟਿੰਗਾਂ ਹੁੰਦੀਆਂ ਨੇ। ਜਨਰਲ ਅਸੈਂਬਲੀ ਬਾਰੇ ਤੁਸੀਂ ਸਾਰੇ ਜਾਣਦੇ ਹੋ। ਜਨਰਲ ਅਸੈਂਬਲੀ ਦੇ ਵਿੱਚ ਤਕਰੀਬਨ ਵੱਡੇ ਛੋਟੇ ਸਾਰੇ ਮੁਲਕ ਸ਼ਾਮਲ ਨੇ। ਸਿਕਿਉਰਿਟੀ ਜਨਰਲ ਦੀ ਜਿਹੜੀ ਇਹ ਸੀਟ ਹੈ ਸਿਕਿਉਰਿਟੀ ਕੌਂਸਲ ਦੀ, ਇਹਦੇ ਵਿੱਚ 15 ਮੈਂਬਰ ਸ਼ਾਮਲ ਹੁੰਦੇ ਨੇ, ਜਿਨ੍ਹਾਂ ਵਿੱਚੋਂ 5 ਵੱਡੀਆਂ ਸ਼ਕਤੀਆਂ ਉਹ ਤਾਂ ਫੱਕਾ ਹੀ ਮੱਲ ਮਾਰੀ ਬੈਠੀਆਂ ਨੇ। ਗੁਆਂਢੀ ਅਮਰੀਕਾ ਹੈ, UK ਹੈ, ਫਰਾਂਸ ਹੈ, ਰੂਸ ਤੇ ਚੀਨ ਹੈ। ਇਹ ਕਿਸੇ ਦੀ ਵਾਹ ਨਹੀਂ ਲੱਗਣ ਦਿੰਦੇ। ਵੀਟੋ ਪਾਵਰ ਹੁੰਦੀ ਇਹਨਾਂ ਕੋਲ, ਜਦੋਂ ਵੀ ਕੋਈ ਮਤਾ ਕੋਈ ਪਾਸ ਕਰਾਉਣਾ, ਫਿਰ ਜੀ ਇਹਨੂੰ ਆਪ ਨੂੰ ਵਾਰਾ ਨਹੀਂ ਖਾਂਦਾ ਫਿਰ ਵੀਟੋ ਕਰ ਦਿੰਦੇ ਨੇ। ਇਹ ਵੀਟੋ ਕਰਨ ਦਾ ਜਿਹੜਾ ਇਹਨਾਂ ਕੋਲ ਹੱਕ ਹੈ ਉਹ ਅਜੇ ਤੱਕ ਹੋਰ ਕਿਸੇ ਮੁਲਕ ਨੂੰ ਇਹ ਦੇਣ ਲਈ ਤਿਆਰ ਨਹੀਂ ਹੋਏ। ਭਾਰਤ ਵੱਲੋਂ ਵੀ ਬਹੁਤ ਚਿਰ ਤੋਂ ਵਾਹ ਲਾਈ ਜਾ ਰਹੀ ਹੈ ਕਿ ਪਰਮਾਨੈਂਟ ਸੀਟ ਮਿਲੇ, ਪਰ 8ਵੀਂ ਵਾਰ ਭਾਰਤ ਖੂਬੀ ਕੱਢ ਗਿਆ। ਭਾਰਤ ਦੇ ਮੁਕਾਬਲੇ 'ਚ ਕੋਈ ਬਹੁਤੇ ਮੁਲਕ ਨਹੀਂ ਸੀ। ਉੱਧਰ ਤਾਂ ਤਕਰੀਬਨ ਸਰਬਸੰਮਤੀ ਹੋਈ ਹੈ, 184 ਵੋਟਾਂ ਲੈ ਗਏ ਨੇ। ਵੱਡੀ ਜਿੱਤ ਹੈ, ਇਹ ਸਰਬਸੰਮਤੀ ਹੀ ਸਮਝੀ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ 2010 ਦੇ ਵਿੱਚ ਸਿਕਿਉਰਿਟੀ ਕੌਂਸਲ ਦੀ ਸੀਟ ਹਾਸਲ ਕਰਨ ਲਈ ਯਤਨ ਹੋਏ ਸੀ। ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਵੱਲੋਂ ਯਤਨ ਕੀਤੇ ਗਏ ਸੀ। ਉਦੋਂ ਜਰਮਨੀ ਜਿੱਤ ਗਿਆ ਸੀ, 128 ਵੋਟਾਂ ਲੈ ਗਿਆ ਸੀ। ਪੁਰਤਗਾਲ ਨੂੰ 122 ਵੋਟਾਂ ਮਿਲੀਆਂ ਸੀ ਤੇ ਪਹਿਲੇ ਗੇੜ 'ਚ ਕੈਨੇਡਾ ਨੂੰ 114 ਵੋਟਾਂ ਪੈ ਗਈਆਂ ਸੀ। ਜਦੋਂ ਵੋਟਾਂ ਦਾ ਦੂਜਾ ਗੇੜ ਸ਼ੁਰੂ ਹੋਇਆ ਤਾਂ ਕੈਨੇਡਾ ਦੀ ਬਗਲੀ 'ਚੋਂ 78 ਵੋਟਾਂ ਨਿਕਲੀਆਂ ਤੇ ਪੁਰਤਗਾਲ 113 ਵੋਟਾਂ ਲੈ ਗਿਆ ਸੀ। ਇਹ 10 ਸੀਟਾਂ ਜਿਹੜੀਆਂ ਟੈਂਪਰੇਰੀ ਮੈਂਬਰਾਂ ਲਈ ਹੁੰਦੀਆਂ ਨੇ, ਇਹਦੀ ਚੋਣ ਹੁੰਦੀ ਹੈ ਹਰੇਕ ਸਾਲ। 5 ਨਵੇਂ ਮੈਂਬਰ ਚੁਣੇ ਜਾਂਦੇ ਨੇ, 2 ਸਾਲਾਂ ਦੀ ਟਰਮ ਹੁੰਦੀ ਹੈ ਤੇ 5 ਪੱਕੇ ਮੈਂਬਰ ਨੇ। ਫਰਾਂਸ, ਰੂਸ, ਚੀਨ, UK ਤੇ ਅਮਰੀਕਾ ਦੁੱਲੇ ਦੀਆਂ ਕੀਤੀਆਂ ਲੱਦੀ ਦੇ ਪੇਸ਼ ਆਉਂਦੀਆਂ ਨੇ। ਪਿਛਲੇ ਸਾਲ ਦੀ ਜਿਹੜੇ ਵਿਦੇਸ਼ ਮੰਤਰੀ ਸੀ ਉਹਨਾਂ ਦੇ ਕਾਰਜਕਾਲ ਤੇ ਨਿਗਾਹ ਮਾਰ ਕੇ ਦੇਖ ਲਓ ਜੀ। ਬ੍ਰੇਕ ਤੋਂ ਬਾਅਦ ਜਲਦੀ ਵਾਪਸ ਆਉਣੇ ਆ। 11:25 ਹੋ ਗਏ ਨੇ। ਪ੍ਰੋਗਰਾਮ ਲੋਕ ਸਾਥ ਪ੍ਰਸਾਰਿਤ ਹੋ ਰਿਹਾ। ਤੁਹਾਡਾ ਤੇ ਮੇਰਾ ਸਾਥ ਠੀਕ 2 ਵਜੇ ਤੱਕ ਬਣਿਆ ਰਹੇਗਾ। ਪ੍ਰੋਗਰਾਮ 'ਚ ਕਾਲ ਕਰਨ ਲਈ, ਸ਼ਾਮਲ ਹੋਣ ਲਈ, ਆਪਣੇ ਵਿਚਾਰ ਪ੍ਰਗਟ ਕਰਨ ਲਈ 844 247 1550 ਤੇ ਕਾਲ ਕਰ ਸਕਦੇ ਹੋ। ਹੁਣੀ ਲਾਈਨਾਂ ਖੋਲ ਦਿੱਤੀਆਂ ਗਈਆਂ ਨੇ। ਜਿਹੜੇ ਵਿਸ਼ੇ ਵਿਚਾਰੇ ਜਾ ਰਹੇ ਨੇ ਤੁਸੀਂ ਉਹਨਾਂ ਦੇ ਵਿੱਚ ਸਿੱਧੀ ਗੱਲਬਾਤ ਕਰਕੇ ਸ਼ਾਮਲ ਹੋ ਸਕਦੇ ਹੋ, ਆਪਣੇ ਵਿਚਾਰ ਰੱਖ ਸਕਦੇ ਹੋ। ਕੈਨੇਡਾ ਦੀ ਸਿਕਿਉਰਿਟੀ ਕੌਂਸਲ ਦੀ ਸੀਟ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਭਾਰਤ 8ਵੀਂ ਵਾਰ ਬਣ ਗਿਆ। ਭਾਰਤ ਨੂੰ ਇਹਦੇ ਬਾਰੇ ਪਤਾ ਹੀ ਸੀ, ਗੱਲ ਚਿੱਟੇ ਦਿਨ ਵਾਂਗ ਸਾਫ਼ ਸੀ। 128 ਵੋਟਾਂ ਚਾਹੀਦੀਆਂ ਸੀ ਤੇ ਭਾਰਤ 1950 'ਚ ਪਹਿਲੀ ਵਾਰੀ ਮੈਂਬਰ ਚੁਣਿਆ ਗਿਆ ਸੀ ਤੇ ਅੱਜ ਕੱਲ ਜਿਹੜੀ ਵੋਟਾਂ ਦੀ ਗਿਣਤੀ ਦੇ ਨਤੀਜੇ ਸਾਹਮਣੇ ਆਏ ਨੇ, 8ਵੀਂ ਵਾਰ ਚੁਣਿਆ ਗਿਆ। ਅਗਲੇ ਸਾਲ ਤੋਂ ਇਸ ਕਾਰਜਕਾਲ ਦੀ ਸ਼ੁਰੂਆਤ ਹੋਣੀ ਹੈ। 2021 ਤੇ 22 ਦੇ ਲਈ ਇਹ ਚੋਣ ਹੋਈ ਹੈ। ਭਾਰਤ ਦੇ ਮੁਕਾਬਲੇ ਕੋਈ ਹੈ ਹੀ ਨਹੀਂ ਸੀ ਏਸ਼ੀਆ ਪੈਸੀਫਿਕ ਖਿੱਤੇ ਦੇ ਵਿੱਚ ਜਿਹੜੀ ਇਹਦੀ ਮੁਕਾਬਲਾ ਕਰਦਾ, ਕਿਸੇ ਨੂੰ ਖੜਨ ਨਹੀਂ ਦਿੱਤਾ। ਕਰੋਨਾ ਮਹਾਮਾਰੀ ਦੀ ਵਜ੍ਹਾ ਕਾਰਨ ਸਾਰਾ ਕੁਝ ਬੰਦ ਪਿਆ ਸੀ, ਪਰ 3 ਚੋਣਾਂ ਹੋਈਆਂ ਨੇ। UN ਸਿਕਿਉਰਿਟੀ ਕੌਂਸਲ ਦੀਆਂ ਚੋਣਾਂ ਹੋਈਆਂ ਨੇ। ਅਗਲੇ ਪ੍ਰੈਜ਼ੀਡੈਂਟ ਦੀ ਚੋਣ ਹੋ ਗਈ ਹੈ ਸੰਯੁਕਤ ਰਾਸ਼ਟਰ ਮਹਾਸਭਾ ਦੇ, ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 5 ਹੋਰ ਇਹ ਜਿਹੜੇ ਟੈਂਪਰੇਰੀ ਮੈਂਬਰਾਂ ਦੀ ਚੋਣ ਕੀਤੀ ਗਈ ਹੈ ਤੇ ਆਰਥਿਕ ਤੇ ਸਮਾਜਿਕ ਪ੍ਰੀਸ਼ਦ ਦੇ ਮੈਂਬਰਾਂ ਦੀ ਵੀ ਚੋਣ ਲਈ ਕੱਲ ਵੋਟਾਂ ਪਈਆਂ ਤੇ ਨਤੀਜੇ ਸਾਹਮਣੇ ਆਏ ਨੇ। ਭਾਰਤ ਹੁਣ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦੇ ਵਿੱਚ 8ਵੀਂ ਵਾਰ ਸ਼ਾਮਲ ਹੋ ਗਿਆ। ਇਹ ਫੈਸਲੇ ਪ੍ਰਭਾਵਿਤ ਕਰਦੇ ਨੇ। ਮੁਲਕ ਦੇ ਸਿਰ ਦੇ ਉੱਪਰ ਇੱਕ ਕਲਗੀ ਲੱਗੀ ਹੁੰਦੀ ਹੈ ਕਿ ਸੁਰੱਖਿਆ ਪ੍ਰੀਸ਼ਦ ਦਾ, ਇਹ ਸੁਰੱਖਿਆ ਕੌਂਸਲ ਦਾ ਮੈਂਬਰ ਹੈ, ਇਹ ਨਹੀਂ ਹੈ। ਫਿਰ ਦੂਸਰੇ ਮੁਲਕ ਨੂੰ ਉਸੇ ਨਿਗਾਹ ਨਾਲ ਦੇਖਦੇ ਨੇ, ਉਹਦਾ ਨਾਂ ਬਣ ਜਾਂਦਾ ਹੈ। ਵੱਡਾ ਮੈਡਲ ਜਿੱਤਣ ਵਾਲੀ ਗੱਲ ਹੀ ਹੁੰਦੀ ਹੈ। ਕੱਢਣ ਪਾਉਣ ਨੂੰ ਹੋਰ ਮੁਲਕ ਲਈ ਕੁਛ ਨਹੀਂ ਨਿਕਲਦਾ। ਪੈਸਾ ਖਰਚ ਕਰਨਾ ਹੁੰਦਾ। ਕੈਂਪੇਨ ਦੇ ਉੱਪਰ ਵੀ $20 ਲੱਖ ਖਰਚ ਹੋ ਗਿਆ। ਇਸ ਤੋਂ ਜ਼ਿਆਦਾ ਹੀ ਖਰਚਾ ਹੋਇਆ ਕੈਨੇਡਾ ਦਾ। ਹੁਣ ਗੱਲਬਾਤ ਆਪਾਂ ਕਰਨੀ ਹੈ ਕਿ ਕੱਲ ਜੋ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਹੋਇਆ, ਹਾਊਸ ਆਫ ਕਾਮਨਸ ਦੇ ਵਿੱਚ ਜੋ ਕੁਛ ਵਾਪਰਿਆ। ਜਗਮੀਤ ਸਿੰਘ ਨੇ ਇੱਕ ਬਿੱਲ ਲਿਆਂਦਾ ਜਿਹਦੇ ਵਿੱਚ ਉਹਨਾਂ ਨੇ RCMP ਦੇ ਵਿੱਚ ਸਿਲਸਿਲੇਵਾਰ ਸਿਸਟੈਮਿਕ ਰੇਸਿਜ਼ਮ ਦਾ ਮੁੱਦਾ ਉਠਾਇਆ। ਤੋਂ ਬਿੱਲ ਸਰਬਸੰਮਤੀ ਨਾਲ ਪਾਸ ਕਰਾਉਣਾ ਚਾਹੁੰਦੇ ਸਨ। ਬਿੱਲ ਸਰਬਸੰਮਤੀ ਨਾਲ ਪਾਸ ਹੋ ਵੀ ਜਾਣਾ ਸੀ, ਸਿਰਫ ਇੱਕ ਮੈਂਬਰ ਨੇ ਵੋਟ ਖਿਲਾਫ ਪਾ ਦਿੱਤੀ। ਉਹ ਸੀ ਬਲਾਕ ਕੁਬੈਕ ਦੇ MP। ਬਲਾਕ ਕੁਬੈਕ ਦੇ MP ਨੇ ਜਦੋਂ ਇਸ ਦੇ ਖਿਲਾਫ ਵੋਟ ਪਾਈ ਤਾਂ ਜਗਮੀਤ ਸਿੰਘ ਦਾ ਪਾਰਾ ਚੜ ਗਿਆ। ਉਹ ਤੈਸ਼ 'ਚ ਆ ਗਏ। ਬਲਾਕ ਕੁਬੈਕ ਦੇ MP ਨੂੰ ਜਗਮੀਤ ਸਿੰਘ ਨੇ ਰੇਸਿਸਟ ਦੱਸਿਆ ਕਿ ਜੇ ਤੁਸੀਂ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਕਿ RCMP ਦੇ ਵਿੱਚ
ਸਿਸਟੈਮਿਕ ਰੇਸਿਜ਼ਮ ਹੈ, ਨਸਲਵਾਦ ਹੈ ਪੂਰੇ ਸਿਸਟਮ ਦੇ ਵਿੱਚ ਹੀ, ਤਾਂ ਤੁਸੀਂ ਖੁਦ ਨਸਲਵਾਦੀ ਹੋ। ਉਹਨਾਂ ਨੇ ਲੀਡਰ ਐਲਨ ਥੈਰਨ ਤੋਂ ਮਾਫੀ ਮੰਗਣ ਤੋਂ ਵੀ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਡਿਪਟੀ ਹਾਊਸ ਸਪੀਕਰ ਨੇ ਗੱਲ ਸਪੀਕਰ ਨੂੰ ਦੱਸੀ। ਸਪੀਕਰ ਨੇ ਫਿਰ ਜਗਮੀਤ ਸਿੰਘ ਹੋਰਾਂ ਨੂੰ ਬਾਹਰ ਜਾਣ ਲਈ ਕਹਿ ਦਿੱਤਾ। ਸੋ ਜਗਮੀਤ ਸਿੰਘ ਹੋਰਾਂ ਨੂੰ ਕੱਲ ਬਾਕੀ ਰਹਿੰਦੇ ਸਮੇਂ ਲਈ ਹਾਊਸ ਆਫ ਕਾਮਨਸ ਤੋਂ ਬਾਹਰ ਜਾਣਾ ਪਿਆ। ਬਾਹਰ ਜਾਂਦਿਆਂ ਸਾਰ ਹੀ ਜਗਮੀਤ ਸਿੰਘ ਨੇ ਫਿਰ ਪ੍ਰੈਸ ਕਾਨਫਰੰਸ ਕੀਤੀ। ਉਹੀ ਸ਼ਬਦ ਜਿਹੜੇ ਅੰਦਰ ਬੋਲੇ ਗਏ ਸੀ, ਪੱਤਰਕਾਰਾਂ ਨੇ ਜਗਮੀਤ ਸਿੰਘ ਤੋਂ ਬਾਹਰ ਆਏ ਨੂੰ ਪੁੱਛੇ ਕਿ ਹੁਣ ਤੁਸੀਂ ਇੱਥੇ ਆ ਕੇ ਦੱਸੋ ਅੰਦਰ ਕੀ ਕਹਿਣਾ ਚਾਹੁੰਦੇ ਸੀ, ਤੁਹਾਨੂੰ ਤਾਂ ਬਾਹਰ ਕਰ ਦਿੱਤਾ ਹੈ। ਉਹ ਕਹਿੰਦੇ ਮੈਂ ਇੱਥੇ ਵੀ ਉਹੀ ਗੱਲ ਕਹਿਣਾ। ਤੁਸੀਂ ਸਾਰਿਆਂ ਨੇ ਉਹ ਟੈਲੀਵਿਜ਼ਨ ਦੇ ਜ਼ਰੀਏ ਉਹ ਗੱਲਬਾਤ ਉਹਨਾਂ ਦੀ ਪ੍ਰੈਸ ਕਾਨਫਰੰਸ ਵੇਲੇ ਕਈ ਜ਼ਰੂਰ ਸੁਣੀ ਹੋਏਗੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਂ ਮੈਂ ਆਪਣੇ ਬਿਆਨ ਤੇ ਕਾਇਮ ਹਾਂ, ਜੋ ਕੁਛ ਮੈਂ ਅੰਦਰ ਕਿਹਾ ਉਸੇ ਤੇ ਖੜਾ। ਭਾਵ ਜੇ ਕੋਈ ਕਿਸੇ ਮਹਿਕਮੇ ਦੇ ਵਿੱਚ, ਖਾਸ ਕਰਕੇ ਜਦੋਂ RCMP ਦੇ ਵਿੱਚ ਸਿਸਟਮ ਦੇ ਵਿੱਚ ਉਹ ਨਸਲਵਾਦ ਦੀ ਗੱਲ ਕਰ ਰਹੇ ਸੀ, ਕਹਿੰਦੇ ਜੇ ਕੋਈ ਵੀ ਐਨੀਵਨ ਜਿਹੜਾ ਵੀ ਕੋਈ ਇਹਨੂੰ ਸਵੀਕਾਰ ਨਹੀਂ ਕਰਦਾ, ਰਿਕੋਗਨਾਈਜ਼ ਨਹੀਂ ਕਰਦਾ, ਉਹ ਨਸਲਵਾਦੀ ਹੈ। ਹਾਂ ਇਹ ਮੈਂ ਗੱਲ ਕਹੀ ਹੈ। ਇਹ ਗੱਲ ਜਗਮੀਤ ਸਿੰਘ ਹੋਰਾਂ ਨੇ ਫਿਰ ਬਾਹਰ ਆ ਕੇ ਪੱਤਰਕਾਰਾਂ ਨੂੰ ਕਹੀ। ਉਹੀ ਵੀਡੀਓ ਫਿਰ ਵਾਰ-ਵਾਰ ਸਾਰੇ ਹੀ ਚੈਨਲਾਂ ਤੇ ਦਿਖਾਈ ਗਈ। ਉਹਨਾਂ ਨੇ ਕਿਹਾ ਕਿ ਨਸਲਵਾਦ ਖਿਲਾਫ ਉਹ ਡਟ ਕੇ ਖੜੇ ਰਹਿਣਗੇ, ਪਿੱਛੇ ਨਹੀਂ ਹਟਣਗੇ, ਭਾਵੇਂ ਕੋਈ ਮੰਨੇ ਚਾਹੇ ਨਾ ਮੰਨੇ। ਤੇ ਅੱਜ ਜਦੋਂ ਸਵੇਰ ਵੇਲੇ ਮੈਂ ਜਸਟਿਨ ਟਰੂਡੋ ਹੋਰਾਂ ਦੀ ਤਕਰੀਰ ਸੁਣ ਰਿਹਾ ਸੀ, ਤਾਂ ਉਹਨਾਂ ਨੂੰ ਵੀ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਜਗਮੀਤ ਸਿੰਘ ਦੇ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ। ਤਾਂ ਬੜਾ ਔਖਾ ਸਵਾਲ ਸੀ ਉਹਨਾਂ ਦੇ ਲਈ, ਕਿਉਂਕਿ ਕੈਨੇਡਾ ਦੀ ਘੱਟ ਗਿਣਤੀ ਸਰਕਾਰ ਉਹ ਚਲਾ ਰਹੇ ਨੇ। ਉਹਦੇ 'ਚ ਉਹਨਾਂ ਨੇ ਡੱਕਾ ਫਿਰ ਜਗਮੀਤ ਸਿੰਘ ਵੱਲ ਹੀ ਸੁੱਟਿਆ। ਨਹੀਂ ਤਾਂ ਉਹ ਇਸ ਗੱਲ ਨੂੰ ਕਹਿ ਵੀ ਸਕਦੇ ਸੀ ਕਿ ਇਹ ਤਾਂ ਜੀ ਅੰਦਰ ਜੋ ਕੁਛ ਹੋਇਆ ਨਹੀਂ ਹੋਣਾ ਚਾਹੀਦਾ ਸੀ। ਉਹ ਕਹਿੰਦੇ ਕਿ ਨਸਲਵਾਦ ਪਾਇਆ ਜਾ ਰਿਹਾ, ਇਹ ਸਾਨੂੰ ਗੱਲ ਸਮਝ ਲੈਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀਆਂ ਸਵੇਰ ਵੇਲੇ ਜਿਹੜੇ ਭਾਸ਼ਣ ਦਿੰਦੇ ਨੇ, ਉਹ ਰੋਜ਼ਾਨਾ ਦੇਖੋ ਤਕਰੀਬਨ 100 ਦਿਨ ਹੀ ਹੋਣ ਵਾਲਾ ਹੈ, ਤੇ ਉਹਦੇ 'ਚ ਵੀ ਇਹ ਗੱਲ ਉਹਨਾਂ ਵੱਲੋਂ ਉਠਾਈ ਗਈ ਹੈ ਕਿ ਸਿਸਟੈਮਿਕ ਰੇਸਿਜ਼ਮ ਪਾਇਆ ਜਾ ਰਿਹਾ। ਗੱਲ ਰੇਸਿਜ਼ਮ ਤੋਂ ਅੱਗੇ ਵੱਧ ਕੇ ਸਿਸਟੈਮਿਕ ਰੇਸਿਜ਼ਮ ਤੇ ਜਾ ਪਹੁੰਚੀ। ਹੁਣ ਚਰਚਾ ਸਿਸਟੈਮਿਕ ਰੇਸਿਜ਼ਮ ਦੀ ਹੋ ਰਹੀ ਹੈ, ਭਾਵ ਸਿਲਸਿਲੇਵਾਰ ਜਿਹੜਾ ਸੰਗਠਿਤ ਆਰਗੇਨਾਈਜ਼ਡ ਰੇਸਿਜ਼ਮ ਹੋ ਰਿਹਾ। ਇਹ ਬਹੁਤ ਭੈੜਾ ਹੈ। ਜੇ ਕੋਈ ਇੰਡੀਵਿਜੂਅਲ, ਕੋਈ ਸ਼ਖਸੀ ਕੋਈ ਰੇਸਿਜ਼ਮ ਦੀ ਗੱਲ ਕਰਦਾ, ਉਹ ਉਹਨਾਂ ਖਤਰਨਾਕ ਨਹੀਂ ਮੈਂ ਮੰਨਦਾ। ਵਿਅਕਤੀ ਦੀ ਕੋਈ ਸੋਚ ਹੁੰਦੀ ਹੈ ਔਰ ਕੋਈ ਇਸ ਤਰ੍ਹਾਂ ਦੀ ਕੋਈ ਭਾਰੂ ਹੁੰਦੇ ਨੇ ਵਿਚਾਰ, ਜਾਂ ਉਹਦਾ ਪਾਲਣ ਪੋਸ਼ਣ ਇਸ ਤਰੀਕੇ ਦਾ ਹੋਇਆ ਹੁੰਦਾ, ਜਾਂ ਆਲੇ ਦੁਆਲੇ ਤੋਂ ਉਹਨੇ ਇਸ ਤਰ੍ਹਾਂ ਦਾ ਕੁਛ ਅਖਜ਼ ਕੀਤਾ ਹੁੰਦਾ, ਉਹਦੀ ਪੜ੍ਹਾਈ ਲਿਖਾਈ ਜਾਂ ਪਰਿਵਾਰਕ ਪਿਛੋਕੜ ਤੇ ਸਾਥੀਆਂ ਨਾਲ ਬਹਿਣੀ ਉੱਠਣੀ, ਬੜਾ ਕੁਛ ਉਹਦੀ ਸ਼ਖਸੀਅਤ ਨੂੰ ਨਿਰਧਾਰਿਤ ਕਰਦਾ ਤੇ ਉਹਦੇ ਵਿਚਾਰ ਬਣਦੇ ਨੇ। ਤੇ ਜਿਹੜਾ ਇਹ ਕਿਸੇ ਸੰਗਠਨ ਦੇ ਵਿੱਚ, ਮਹਿਕਮੇ ਦੇ ਵਿੱਚ ਰੇਸਿਜ਼ਮ ਪਾਇਆ ਜਾਣਾ, ਇਹ ਬੜਾ ਮਾੜਾ ਵਰਤਾਰਾ। ਉਹ ਵੀ ਕੈਨੇਡਾ ਵਰਗੇ ਮੁਲਕ ਦੇ ਵਿੱਚ, ਜਿੱਥੇ ਕੋਈ ਇੱਕ ਨਸਲ ਦਾ ਵਿਅਕਤੀ ਲੀਡਰ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਇਹ ਮੇਰਾ ਮੁਲਕ ਹੈ, ਸਾਡਾ ਮੁਲਕ ਹੈ, ਤੁਸੀਂ ਬਾਹਰੋਂ ਆਏ ਹੋ, ਤੁਸੀਂ ਬਰਾਊਨ ਹੋ, ਤੁਸੀਂ ਕਾਲੇ ਹੋ, ਤੁਸੀਂ ਫਲਾਨੇ ਹੋ, ਤੁਸੀਂ ਧੌਂਕੇ ਹੋ, ਤੇ ਅਸੀਂ ਚਿੱਟੇ ਹਾਂ, ਤੇ ਅਸੀਂ ਗੋਰੇ ਹਾਂ, ਅਸੀਂ ਉੱਤਮ ਹਾਂ, ਤੁਸੀਂ ਘਟੀਆਂ, ਸਾਡੀ ਨਸਲ ਵਧੀਆ, ਤੁਹਾਡੀ ਚੰਗੀ ਨਹੀਂ ਤੇ ਸਾਡੀ ਏਦਾਂ ਦੀਆਂ ਗੱਲਾਂ ਇਸ ਮੁਲਕ 'ਚ ਨਹੀਂ ਸ਼ੋਭਦੀਆਂ। ਇੱਥੇ ਬਹੁਤ ਮੌਕੇ ਮਿਲਦੇ ਨੇ ਤੇ ਲਿਆਕਤ ਦਿਖਾਉਣ ਦੇ, ਜਿੱਥੇ ਜਿੱਥੇ ਵੀ ਮੌਕੇ ਮਿਲੇ ਨੇ, ਮੱਲਾਂ ਮਾਰੀਆਂ ਨੇ ਵੱਖ-ਵੱਖ ਪਿਛੋਕੜ ਰੱਖਣ ਵਾਲੇ ਲੋਕਾਂ ਨੇ। ਬਿਨਾਂ ਕਿਸੇ ਭੇਦਭਾਵ ਤੋਂ ਜੇ ਕਿਸੇ ਨੂੰ ਅੱਗੇ ਵਧਣ ਦਾ ਮੌਕਾ ਮਿਲੇ, ਉਹਦੀਆਂ ਤਰੱਕੀਆਂ 'ਚ ਕੋਈ ਰੁਕਾਵਟ ਖੜੀ ਨਾ ਕਰੇ, ਮਹਿਕਮਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਲਿਸੀਆਂ ਨਾ ਬਣ ਕਿ ਕੋਈ ਖਾਸ ਸ਼੍ਰੇਣੀ ਨਾਲ, ਖਾਸ ਪਿਛੋਕੜ ਨਾਲ ਸੰਬੰਧ ਰੱਖਣ ਵਾਲੇ ਲੋਕ ਅੱਗੇ ਨਾ ਆ ਸਕਣ, ਕਿਉਂਕਿ ਇਹ ਵਰਤਾਰਾ ਵਾਪਰ ਰਿਹਾ, ਸੂਖਮ ਹੈ, ਹੁਣ ਦਿਖਾਈ ਨਹੀਂ ਦਿੰਦਾ। ਹੁਣ ਇਹ ਭੁੱਲ ਜਾਓ ਕਿ ਜੇ ਤੁਹਾਡੇ ਘਰਾਂ ਦੇ ਉੱਪਰ ਕੋਈ ਵੱਟੇ ਮਾਰ ਕੇ ਕੋਈ ਸ਼ੀਸ਼ੇ ਨਹੀਂ ਭੰਨਦਾ ਜਾਂ ਤੁਹਾਨੂੰ ਕੋਈ ਗਾਲ ਨਹੀਂ ਕੱਢਦਾ, ਤਾਂ ਰੇਸਿਜ਼ਮ ਖਤਮ ਹੋ ਗਿਆ। ਰੇਸਿਜ਼ਮ ਬਹੁਤ ਥਾਵਾਂ ਤੇ ਪਾਇਆ ਜਾ ਰਿਹਾ, ਤੇ ਬਾਹਰ ਨਿਕਲ ਕੇ ਦੇਖੋ। ਨਿਊਟਨ 'ਚ ਕਈ ਵਾਰੀ ਹੋ ਸਕਦਾ ਤੁਹਾਨੂੰ ਨਾ ਪਤਾ ਲੱਗੇ ਕਿ ਰੇਸਿਜ਼ਮ ਹੈ ਜਾਂ ਨਹੀਂ, ਜਦੋਂ ਬਾਹਰ ਨਿਕਲੋਗੇ ਫਿਰ ਮਹਿਸੂਸ ਹੋਏਗਾ। ਦਿਓਲ ਸਾਹਿਬ ਕੀ ਕਹਿਣਾ ਜੀ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਰਾੜ ਸਾਹਿਬ, ਦੇਖੋ ਰੇਸਿਜ਼ਮ ਦੇ ਬਾਰੇ ਗੱਲਬਾਤ ਮੇਰੇ ਖਿਆਲ ਨਾਲ ਪਹਿਲਾਂ ਤਾਂ ਸਾਨੂੰ ਇਹਦੇ ਬਾਰੇ ਸਪਸ਼ਟ ਹੋਣਾ ਚਾਹੀਦਾ ਵੀ ਰੇਸਿਜ਼ਮ ਹੁੰਦਾ ਕੀ ਆ। ਮੈਂ ਉਹਦਾ ਜਨਰਲੀ ਗੱਲ ਕਰਦਾ, ਕਿਉਂਕਿ
ਖਾਸ ਕਰਕੇ ਜਦੋਂ ਕੋਈ ਸਟੇਟ ਆ ਜਾਂ ਕੋਈ ਲੀਡਰ ਆ ਜਿਹੜੇ ਦੁਨੀਆ ਦੇ ਪ੍ਰਬੰਧ ਦੀ ਨੁਮਾਇੰਦਗੀ ਕਰਦੇ ਆ, ਉਹ ਮੇਰਾ ਕਹਿਣ ਤੋਂ ਭਾਵ ਉਹ ਨਾ ਕਿਹੜੇ ਸਿਧਾਂਤ ਦੇ ਵਿੱਚੋਂ ਨਿਕਲਦੇ, ਕਿਉਂ ਆਮ ਬੰਦੇ ਨੂੰ ਨਹੀਂ ਬਾਹਲਾ ਕਈ ਵਾਰੀ ਪਤਾ ਹੁੰਦਾ ਰੇਸਿਜ਼ਮ ਦਾ, ਕਿਉਂਕਿ ਇਹ ਕੁਦਰਤ ਦੀ ਜਿਹੜੀ ਵੰਨ ਸੁਵੰਨਤਾ ਆ ਉਹਦੇ ਵਿੱਚ ਬੇਸ਼ੱਕ ਆਪਣੇ ਰੰਗ ਦੇ ਉੱਤੋਂ ਆਪਾਂ ਵੱਖ-ਵੱਖ ਦੁਨੀਆ ਖਿੱਤਿਆਂ 'ਚ ਰਹਿੰਦੇ ਆ, ਜਾਂ ਜਿੱਦਾਂ ਪੇੜ ਪੌਦੇ ਦਰਖਤ ਆ ਵੱਖ-ਵੱਖ ਕਲਰਾਂ ਦੇ ਆ, ਮੰਨ ਲਓ ਇਹ ਇੱਕ ਵੰਨ ਸੁਵੰਨਤਾ ਆ। ਵੰਨ ਸੁਵੰਨਤਾ ਤੋਂ ਅਲੱਗ ਹੋਣਾ ਇੱਕ ਅਲੱਗ ਚੀਜ਼ ਆ, ਵੀ ਮੇਰਾ ਰੰਗ ਕਾਲਾ, ਕਿਸੇ ਦਾ ਗੋਰਾ, ਕਿਸੇ ਦਾ ਅੱਖਾਂ ਕਿਸੇ ਤਰ੍ਹਾਂ ਦੀਆਂ, ਕਿਸੇ ਦੀਆਂ ਮੋਟਾ, ਕੋਈ ਮਤਲਬ ਉਹ ਮੰਨ ਲਓ ਉਹ ਵੰਨ ਸੁਵੰਨਤਾ ਦਾ ਹਿੱਸਾ ਹੈ, ਉਹਨੂੰ ਤੁਸੀਂ ਪਛਾਣ ਦੇ ਤੌਰ ਤੇ ਰੱਖਣਾ। ਪਰ ਉਹਨੂੰ ਜਿਹੜਾ ਰੰਗ, ਨਸਲ, ਜਾਤ, ਭੇਦ ਜਾਂ ਕਿਸੇ ਤੌਰ ਤੇ ਬਰਦਾਸ਼ਤ ਨਾ ਕਰਨਾ, ਕਿਸੇ ਨੂੰ ਨਫ਼ਰਤ ਕਰਨਾ, ਉਹ ਰੇਸਿਜ਼ਮ ਆ। ਤੇ ਮੇਰੇ ਖਿਆਲ ਦੇ ਨਾਲ ਕੈਨੇਡਾ ਦੇ ਵਿੱਚ ਜਿਹੜਾ ਜਾਂ ਕਰਕੇ ਵੈਸਟ ਦੇ ਵਿੱਚ ਇਹ ਜਿਹੜੀ ਕਿਊਬਿਕ ਦੀ ਗੱਲ ਹੈ, ਉਹਨਾਂ ਦੇ ਲੀਡਰ ਨੂੰ ਕਿਹਾ, ਮੈਨੂੰ ਲੱਗਦਾ ਕਿਊਬਿਕ ਆਪਣੇ ਆਪ ਦੇ ਵਿੱਚ ਹੀ ਜਿਹੜਾ ਆਪਣੇ ਆਪ ਨੂੰ ਨਹੀਂ ਸੈਕੂਲਰ 21 ਅੱਗੇ ਵਿਲ ਵੀ ਲਿਆਂਦਾ ਸੀਗਾ, ਉਹ ਆਪਣੇ ਆਪ ਦੇ ਵਿੱਚ ਇੱਕ ਰੇਸਿਜ਼ਮ ਬਿੱਲ ਆ ਜਿਹੜਾ ਮੇਰਾ ਸੋਚਣਾ ਆ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਧਾਰਮਿਕ ਪਛਾਣਾਂ ਨੂੰ ਰੱਖ ਕੇ ਜਿਹੜਾ ਲਿਆਂਦਾ ਸੀਗਾ, ਉਹੀ ਬਿਰਤੀ ਅੱਜ ਹੁਣ ਫੇਰ ਮੋਹਰੇ ਆਈ ਆ ਉਹੀ, ਕਿਉਂਕਿ ਇੱਕ ਤੁਹਾਡੇ ਅੰਦਰ ਖਿਆਲ ਆ ਵੀ ਤੁਸੀਂ ਆਪਣੇ ਆਪ ਨੂੰ ਸੈਕੂਲਰ ਹੋਣਾ ਇੱਕ ਸੁਪਰੀਮ ਸਮਝ ਲਿਆ, ਵੀ ਤੁਸੀਂ ਦੂਜੀਆਂ ਧਾਰਮਿਕ ਪਛਾਣਾਂ ਜਾਂ ਅਲੱਗ ਉਹਨਾਂ ਨੂੰ ਬਰਦਾਸ਼ਤ ਨਹੀਂ, ਜਦ ਕਿ ਤੁਹਾਨੂੰ ਖੁਦ ਨੂੰ ਨਹੀਂ ਪਤਾ ਸੈਕੂਲਰ ਹੋਣਾ ਕੀ ਹੁੰਦਾ ਹੈ, ਜਦ ਕਿ ਬੰਦਾ ਦੂਜਿਆਂ ਨੂੰ ਇਹ ਦੱਸ ਰਿਹਾ ਵੀ ਕੋਈ ਧਾਰਮਿਕ ਦਿੱਕ ਪਾ ਕੇ, ਪਹਿਰਾਵਾ ਪਾ ਕੇ, ਕੋਈ ਸਾਡੀ ਸਟੇਟ ਦੇ ਵਿੱਚ ਜਾਂ ਸਾਡੀ ਪ੍ਰੋਵਿੰਸ ਦੇ ਵਿੱਚ ਜਾਂ ਸਾਡਾ ਦੇਸ਼ ਆ ਉਹਨਾਂ ਦਾ ਆਪਣਾ ਅਲੱਗ ਦੇਸ਼ ਮੰਨਦੇ ਸਬ ਨੇਸ਼ਨ, ਉਹ ਵੀ ਉੱਥੇ ਆ ਨਹੀਂਗਾ। ਪਰ ਉਹ ਇਹ ਨਹੀਂ ਸੋਚਦੇ ਵੀ ਅਸੀਂ ਇਹ ਵੀ ਇੱਕ ਕਿਸਮ ਦਾ ਰੇਸਿਜ਼ਮ ਕਰ ਰਹੇ ਹਾਂ, ਕਿਉਂਕਿ ਵਿਅਕਤੀ ਦੇ ਜਿਹੜੇ ਗੁਣ ਜਾਂ ਔਗਣ ਉਹਦੇ ਪਹਿਰਾਵੇ ਕਰਕੇ ਨਹੀਂ ਹੁੰਦੇ, ਉਹਦੇ ਵਿਹਾਰ ਕਰਕੇ ਪਛਾਣੇ ਜਾਂਦੇ ਆ। ਹੁਣ ਜੇ ਕੋਈ ਪੱਗ ਵਾਲਾ ਕਵੇ ਮੈਂ ਮੋਨਿਆਂ ਨਹੀਂ ਬਰਦਾਸ਼ਤ ਕਰਦਾ, ਹੁਣ ਆਪਣੇ ਵਤਨ ਦੇ ਵਿਗਿਆਨਕ ਨਜ਼ਰੀਏ ਵਾਲੇ ਜਿਹੜੇ ਧਾਰਮਿਕ ਵਾਲਿਆਂ ਨੂੰ ਨਹੀਂ ਪਸੰਦ ਕਰਦੇ, ਸੈਕੂਲਰ ਨਹੀਂ, ਜਾਂ ਧਰਮ ਵਾਲੇ ਕਹਿ ਦੇਣ ਅਸੀਂ ਸੈਕੂਲਰਾਂ ਨੂੰ ਨਹੀਂ ਪਸੰਦ ਕਰਦੇ ਨਾ। ਮੇਰਾ ਕਹਿਣ ਤੋਂ ਭਾਵ ਵੀ ਪਹਿਲਾਂ ਆਪਣੇ ਆਪ 'ਚ ਵਿਅਕਤੀ ਸਪਸ਼ਟ ਹੋਣਾ ਚਾਹੀਦਾ, ਖਾਸ ਕਰਕੇ ਜਿਹੜੇ ਵਿਅਕਤੀ ਗਲਤ ਹੋ ਸਕਦਾ, ਪਰ ਜਿਹੜਾ ਵਿਅਕਤੀ ਦੇ ਮਗਰ ਲੁਕਿਆ ਸਿਧਾਂਤ ਆ, ਜੇ ਸਿਧਾਂਤ ਦੇ ਵਿੱਚ ਹੀ ਰੇਸਿਜ਼ਮ ਆ ਫੇਰ ਕੁਛ ਨਹੀਂ ਕੀਤਾ ਜਾ ਸਕਦਾ। ਜਿੱਦਾਂ ਅਸੀਂ ਹੁਣ ਗਾਂਧੀ ਦਾ ਬਹੁਤ ਦੁਨੀਆ ਲੈਵਲ 'ਤੇ ਤੁਸੀਂ ਇੰਡੀਆ ਦੀ ਗੱਲ ਕੀਤੀ, ਗਾਂਧੀ ਦਾ ਰੱਖ ਕੇ ਮੂਹਰੇ ਦਿਖਾਈ ਜਾਂਦੇ ਇੰਡੀਆ ਨੂੰ ਵੀ ਅਹਿੰਸਾਵਾਦੀ ਹੈ, ਜਦ ਕਿ ਗਾਂਧੀ ਸਪਸ਼ਟ ਤੌਰ ਤੇ ਰੇਸਿਜ਼ਮ ਵਿਅਕਤੀ ਆ। ਇਹ ਕਿਉਂਕਿ ਉਹਨੇ ਸ਼ੁਰੂ ਦੇ ਵਿੱਚ ਉਹ ਕਬੀਲਿਆਂ ਦੇ ਵਿਰੁੱਧ ਲੜਿਆ, ਸਾਊਥ ਅਫਰੀਕਾ ਦੇ ਵਿੱਚ ਜਾ ਕੇ ਉਹ ਅੰਗਰੇਜ਼ਾਂ ਦੇ ਨਾਲ ਉਹਨੇ ਉਸ ਕਦਰਾਂ ਕੀਮਤਾਂ 'ਚ ਵਿਸ਼ਵਾਸ ਕਰਦਾ ਜਿਹਦੀਆਂ ਜੜ੍ਹਾਂ ਰੇਸਿਜ਼ਮ 'ਚ ਪਈਆਂ, ਤੇ ਲੋਕਾਂ ਨੂੰ ਦੁਨੀਆ ਦਿਖਾਉਣ ਵਾਲੇ ਗਾਂਧੀ ਨੂੰ ਮੰਨ ਲਓ ਇੱਕ ਉਹ ਹਿੰਸਾਵਾਦੀ ਦਿਖਾਇਆ, ਜਦ ਕਿ ਸਟੇਟ ਆਪਣੇ ਆਪ ਦੇ ਵਿੱਚ ਇੱਕ ਹਿੰਸਾਵਾਦੀ ਸਟੇਟ ਆ। ਮੈਂ ਵੈਸੇ ਕਿਉਂਕਿ ਤੁਸੀਂ ਤਾਂ ਸਿਕਿਉਰਿਟੀ ਦੀ ਵੀ ਗੱਲ ਕੀਤੀ ਸੀਗੀ ਨਾ, ਕਿਉਂਕਿ ਜਦੋਂ ਤੁਸੀਂ ਦਲੀਲ ਦੇ ਪੱਧਰ ਤੇ, ਵੈਸੇ ਦਲੀਲ 'ਚ ਹੁੰਦਾ ਕੁਛ ਨਹੀਂ, ਜਿੰਨਾ ਮਰਜ਼ੀ ਵਧਾਈ ਜਾਓ, ਪਰ ਜਦੋਂ ਤੁਸੀਂ ਇਮਾਨਦਾਰੀ ਨਾਲ ਗੱਲ ਕਰੋ ਤਾਂ ਸਾਰੀਆਂ ਗੱਲਾਂ ਫਿਰ ਸਪਸ਼ਟ ਹੁੰਦੀਆਂ, ਨਹੀਂ ਤਾਂ ਆਪਣੀ ਗੱਲ ਕਹਿ ਕੇ ਭਾਵੇਂ ਮੈਂ ਚੱਲ ਜਾਵਾਂ, ਬੇਸ਼ੱਕ ਤੁਸੀਂ ਗੱਲ ਕਹਿ ਦਿਓ। ਮੇਰਾ ਕਹਿਣ ਤੋਂ ਬਾਅਦ ਇਹ ਧੰਨਵਾਦ ਜੀ ਤੁਹਾਡਾ। ਤੇ ਅਗਲੇ ਕਾਲਰ ਨੇ ਜੀ ਪ੍ਰਭਜੋਤ ਸਿੰਘ, 2 ਮਿੰਟ ਨੇ ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਡੇ ਕੋਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਦੇਖੋ ਰੇਸਿਜ਼ਮ ਦੀ ਜਿਹੜੀ ਗੱਲ ਕਰ ਰਹੇ, ਸਪੈਸ਼ਲੀ ਜਿਹੜਾ ਜਗਮੀਤ ਸਿੰਘ ਹੁਣੀ ਜਿਹੜਾ ਬਿਆਨ ਦਿੱਤਾ ਹੈਗਾ ਆ, ਬਿਲਕੁਲ ਟਾਈਮਲੀ ਜਿਹੜਾ ਉਹ ਬਿਆਨ ਹੈਗਾ ਆ। ਕਈਆਂ ਨੂੰ ਇਤਰਾਜ਼ ਆ ਵੀ ਉਹ ਪਹਿਲਾਂ ਕਾਹਤੇ ਨਹੀਂ ਗੱਲ ਕੀਤੀ, ਕਿ ਗੱਲ ਇਹੋ ਹੈ ਜਦੋਂ ਕੋਈ ਹਾਈਲਾਈਟ ਹੁੰਦਾ ਮੁੱਦਾ, ਜੇ ਉਸ ਵੇਲੇ ਵੀ ਨਹੀਂ ਤੁਸੀਂ ਬੋਲਦੇ ਤਾਂ ਫਿਰ ਕਦੋਂ ਬੋਲਣਾ। ਜੇ ਅਸੀਂ ਕਿੰਤੂ ਪਰੰਤੂ ਕਰਨ ਲੱਗੇ ਤਾਂ ਬਹੁਤ ਕੁਛ ਬਹੁਤ ਅਨਿਆਂ ਹੁੰਦੇ ਆ ਦੁਨੀਆ ਤੇ, ਪਰ ਜਦੋਂ ਉਹਨਾਂ ਦੀ ਗੱਲ ਹੋਣ ਲੱਗ ਪਵੇ ਉਹੀ ਟਾਈਮ ਚੰਗਾ ਆ। ਤੇ ਇਹਦੇ ਵਿੱਚ ਗੱਲ ਦੇਖਣ ਵਾਲੀ, ਜਿੱਦਾਂ ਹੁਣ ਤੁਹਾਡੇ ਪਹਿਲਾਂ ਜਿਹੜਾ ਸ਼ੋਅ ਸੀ ਉਹਦੇ ਵਿੱਚ ਬੀਬੀ ਇੰਦਰਾ ਹੁਣੀ ਬੜੇ ਸੋਹਣੇ ਢੰਗ ਨਾਲ ਦੱਸਿਆ ਵੀ ਜਿਹੜਾ ਇੱਕ ਰੇਸਿਜ਼ਮ ਆ ਕਿੱਦਾਂ ਜਿਹੜਾ ਔਰਗਨਾਈਜੇਸ਼ਨਾਂ ਵਿੱਚ ਐਮਬੈਡ ਹੋ ਚੁੱਕਾ, ਜਾਣੀ ਕਿ ਕਾਨੂੰਨਾਂ ਦੇ ਵਿੱਚ ਇਸ ਢੰਗ ਨਾਲ ਆ ਵੀ ਜੇ ਤੁਸੀਂ ਰੇਸਿਜ਼ਮ ਦੇ ਖਿਲਾਫ ਗੱਲ ਕਰਨੀ ਆ ਤਾਂ ਤੁਹਾਨੂੰ ਪੀਨਲਾਈਜ਼ ਕੀਤਾ ਜਾਂਦਾ। ਜਿੱਦਾਂ ਸਪੈਸ਼ਲੀ ਇੱਥੇ ਇੰਸੀਡੈਂਟ ਜੇ ਦੇਖਦੇ, ਜਗਮੀਤ ਸਿੰਘ ਹੁਣੀ ਓਪੋਜੀਸ਼ਨ ਦੇ ਲੀਡਰ ਆ, ਉਹ ਸਿਰਫ ਤੇ ਸਿਰਫ MP ਨਹੀਂ, ਓਪੋਜੀਸ਼ਨ ਦੇ ਲੀਡਰ ਆ। ਉਹਨੇ ਜਦੋਂ ਗੱਲ ਕਹੀ ਰੇਸਿਜ਼ਮ ਦੇ ਖਿਲਾਫ ਜਿਹੜੀ ਗੱਲ ਜਿਹੜੀ ਆ ਸਾਹਮਣੇ ਸਾਰਿਆਂ ਨੂੰ ਦਿਸ ਰਹੀ ਆ, ਉਸ ਗੱਲ ਦੀ ਜਦੋਂ ਗੱਲ ਕੀਤੀ ਤਾਂ ਉਹਨਾਂ ਨੂੰ ਪੀਨਲਾਈਜ਼ ਕੀਤਾ ਗਿਆ। ਦੁੱਖ ਦੀ ਗੱਲ ਇਹ ਹੈਗੀ ਆ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪਿੱਛੇ ਜਿਹੇ ਇਲੈਕਸ਼ਨਾਂ ਵਿੱਚ ਉਹਨਾਂ ਨੇ ਜਦੋਂ ਫੋਟੋ ਸਾਹਮਣੇ ਆਈਆਂ ਤਾਂ ਉਸ ਵੇਲੇ ਉਹਨੇ ਮਾਫੀ ਮੰਗੀ ਤੇ ਜਿੱਦਾਂ ਆ ਆਪਣਾ ਜਿਹੜਾ ਰੋਣ ਧੋਣ ਕੀਤਾ ਤਾਂ ਠੀਕ ਆ, ਗੱਲ ਵਧੀਆ ਆ। ਪਰ ਜਿਹੜਾ ਅੱਜ ਉਹਨੇ ਜਿਹੜੀ ਗੱਲ ਕਹੀ ਆ, ਜਿੱਦਾਂ ਜਦੋਂ ਆਪਣੇ ਰਾਜੀਵ ਗਾਂਧੀ ਨੇ ਗੱਲ ਕਿਹਾ ਸੀ ਜਦੋਂ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿਲਦੀ ਆ, ਉਹੋ ਜਿਹੀ ਸਟੇਟਮੈਂਟ ਅੱਜ ਪ੍ਰਧਾਨ ਮੰਤਰੀ ਸਾਹਿਬ ਦੇ ਰਹੇ ਆ ਕਿ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਤੇ ਇਹਦੇ ਵਿੱਚ ਰੌਲੇ ਗੋਲੇ ਹੁੰਦੇ ਆ। ਜਿਹੜੀ ਗੱਲ ਨੂੰ ਕੰਡੈਮ ਕੀਤਾ ਜਾਣਾ ਚਾਹੀਦਾ ਸੀ, ਜਿਹੜੀ ਗੱਲ ਦੇ ਖਿਲਾਫ ਬੋਲਣਾ ਚਾਹੀਦਾ ਸੀ, ਉਹਦੇ ਖਿਲਾਫ ਬੋਲਣ ਦੀ ਬਜਾਏ ਇੱਕ ਐਕਸਕਿਊਜ਼ ਵਰਤਿਆ ਹੈਗਾ ਆ। ਇਹ ਦੁਖਦਾਈ ਹੈਗੀ ਆ। ਇਹਦੇ ਵਿੱਚ ਜਿਹੜੀਆਂ ਹੁਣ ਕਈ ਕਹਿੰਦੇ ਅੱਜ ਵੀ ਜਿਹੜਾ ਆ PC ਨੂੰ ਉਹ ਚਲੋ ਉਹ ਰੇਸਿਜ਼ਮ ਹੈਗਾ ਆ, ਅਸੀਂ ਵਿੱਚ ਬੈਠ ਕੇ ਕੰਮ ਕਰਦੇ। ਦੇਖੋ ਅਸੀਂ ਵਿੱਚ ਬੈਠ ਕੇ ਜੀ ਸੱਦ ਕੇ ਕੰਮ ਕਰੋ,
ਪਰ ਜਦੋਂ ਅਸੀਂ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਦੀ ਤਾਕਤ ਬਣਨ ਲਈ ਵਿੱਚ ਬੈਠਦੇ ਹੈਗੇ ਆ ਤੇ ਫਿਰ ਜੇ ਉੱਥੇ ਅਸੀਂ ਕਿਤੇ ਨਾ ਕਿਤੇ ਕੁਤਾਹੀ ਕਰ ਰਹੇ ਹਾਂ। ਸਾਨੂੰ ਇਹ ਦੇਖਣਾ ਚਾਹੀਦਾ ਆ ਵੀ ਅਸੀਂ ਉਹਨਾਂ ਦੇ ਵਿੱਚ ਬੈਠ ਕੇ ਅਸੀਂ ਉਹਨਾਂ ਦੀ ਤਾਕਤ ਬਣ ਰਹੇ ਹਾਂ ਜਾਂ ਉਹਨਾਂ ਨੂੰ ਖਤਮ ਕਰ ਰਹੇ ਹਾਂ। ਹੁਣ ਜਿਹੜੇ ਸਾਡੇ ਟਿਮ ਉਪਲ ਸਾਹਿਬ ਹੁੰਦੇ ਸੀਗੇ ਉਹਨਾਂ ਨੂੰ ਸਪੈਸ਼ਲੀ ਪ੍ਰਧਾਨ ਮੰਤਰੀ ਦੇ ਪਿੱਛੇ ਬਿਠਾ ਲਿਆ ਜਾਂਦਾ ਸੀ। ਇਸੇ ਤਰ੍ਹਾਂ ਹੀ ਆਪਣੇ ਜਿਹੜੇ ਅੰਟੇਰੀਓ ਵਿੱਚ ਇਸ ਵੇਲੇ ਸਰਕਾਰੀਆ ਸਾਹਿਬ ਆ ਉਹ ਉੱਥੇ ਦੇ ਮੁੱਖ ਮੰਤਰੀ ਦੇ ਸਾਹਿਬ ਦੇ ਪਿੱਛੇ ਸਿੰਬੋਲਿਕਲੀ ਬਿਠਾ ਲਿਆ ਜਾਂਦਾ ਹੈ। ਸੋ ਅਸੀਂ ਉਹ ਜਿੱਥੇ ਅਸੀਂ ਆਪਣੀ ਬੜੀ ਸ਼ਾਨ ਦੱਸਦੇ ਹਾਂ ਵੀ ਸਾਨੂੰ ਉੱਥੇ ਤਰਜੀਹ ਦਿੱਤੀ ਜਾਂਦੀ ਆ, ਇਹ ਜਿਹੜਾ ਸਿਸਟਮੈਟਿਕਲੀ ਸਾਨੂੰ ਉੱਥੇ ਵਿੱਚ ਪਿੰਨ ਪੁਆਇੰਟ ਕਰਕੇ ਜਿਹੜਾ ਇੱਕ ਸਿੰਬਲ ਬਣਾਇਆ ਜਾਂਦਾ ਹੈ ਐਂਟੀ ਰੇਸਿਜ਼ਮ, ਐਕਚੁਅਲੀ ਉਹ ਜਿਹੜਾ ਆ ਰੇਸਿਜ਼ਮ ਨੂੰ ਹੀ ਜਿਹੜਾ ਆ ਉਹ ਜਿਹੜਾ ਆ ਹਾਈਲਾਈਟ ਕੀਤਾ ਜਾ ਰਿਹਾ ਹੈਗਾ। ਸ਼ੁਕਰੀਆ ਪ੍ਰਗਟਪਾਲ ਸਿੰਘ ਜੀ, ਧੰਨਵਾਦ। ਗੱਲ ਇਹ ਵੀ ਹੈ ਕਿ ਹੁਣ ਇੱਕ ਜਿਹੜੀ ਪਾਰਟੀ ਦੇ ਮੈਂਬਰ ਨੇ ਇਹ ਕਿਹਾ ਕਿ ਮੈਂ ਇਹਦਾ ਸਮਰਥਨ ਨਹੀਂ ਕਰਦਾ ਤੇ ਉਸ ਨੂੰ ਹੀ ਰੇਸਿਸਟ ਗਰਦਾਨ ਦੇਣਾ, ਇਹਦੇ ਤੇ ਵੀ ਬਹਿਸ ਹੋ ਰਹੀ ਹੈ। ਬਲਾਕ ਕੁਬੇਕਾ ਦੇ ਆਗੂ ਜਿਹੜੇ ਉਹ ਕਹਿ ਰਹੇ ਨੇ ਕਿ ਅਸਹਿਮਤੀ ਪ੍ਰਗਟਾਉਣ ਦਾ ਹਰ ਇੱਕ ਨੂੰ ਹੱਕ ਹੈ, ਜੇ ਕੋਈ ਨਹੀਂ ਮੰਨ ਰਿਹਾ ਤਾਂ ਉਹ ਰੇਸਿਸਟ ਕਿਵੇਂ ਹੋ ਗਿਆ। ਇਸ ਗੱਲ ਨੂੰ ਵੀ ਉਹ ਤੂਲ ਦੇ ਰਹੇ ਨੇ ਤੇ ਜਗਮੀਤ ਸਿੰਘ ਨੂੰ ਮਾਫੀ ਮੰਗਣ ਲਈ ਕਹਿ ਰਹੇ ਨੇ। ਵਾਰ-ਵਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ, ਦਬਾਅ ਅਜੇ ਵੀ ਪੈ ਰਿਹਾ ਕਿ ਜਗਮੀਤ ਸਿੰਘ ਮਾਫੀ ਮੰਗੇ। ਸੈਮ, ਤੁਹਾਡਾ ਕੀ ਖਿਆਲ ਹੈ? ਬਰਾੜ ਸਾਹਿਬ ਹਾਈ ਸੈਮ ਜੀ। ਜੇ ਤਾਂ ਮੈਂ ਹਾਂਜੀ ਮੇਰੇ ਵਰਗੀ ਸ਼ਕਲ ਵਰਗਾ ਬੰਦਾ ਉਹ ਜੇ ਕੋਈ ਗੱਲ ਕਰ ਗਿਆ ਠੀਕ ਕਰ ਗਿਆ। ਕਈ ਵਾਰ ਬੰਦਾ ਸਹੀ ਗੱਲ ਕਰਦਾ ਗਲਤ ਵੀ ਕਰ ਜਾਂਦਾ। ਗੱਲ ਤਾਂ ਹੋ ਰਹੀ ਆ ਰੇਸਿਜ਼ਮ ਦੇ, ਉਹ ਅਗਲਾ ਕਹਿੰਦਾ ਮੇਰੇ ਖਿਆਲ 'ਚ ਨਹੀਂ ਹੈਗਾ। ਹੁਣ ਅਗਲੇ ਦੇ ਖਿਆਲਾਂ ਨੂੰ ਤੁਸੀਂ ਰੇਸਿਸਟ ਤੂੰ ਨਹੀਂ ਖਿਆਲ, ਜੇ ਤੂੰ ਮੇਰੇ ਨਾਲ ਨਹੀਂ ਤੇ ਤੂੰ ਰੇਸਿਸਟ ਆ। ਕੈਨ ਯੂ ਬਲੀਵ ਇਟ? ਇਹਨੂੰ ਅਸੀਂ ਪ੍ਰਮੋਟ ਕਰ ਰਹੇ, ਇਹ ਚੀਜ਼ ਚੰਗੀ ਆ। ਇਹਨਾਂ ਦਾ ਆਲਟ ਇਫੈਕਟ ਤਾਂ ਦੇਣਾ, ਇਹਦੇ ਵਿੱਚ ਫਾਇਦਾ ਕੀ ਹੋਣਾ, ਨੁਕਸਾਨ ਹੋਣਾ ਹੁਣ ਵਾਧੂ। ਤੁਸੀਂ ਦੇਖਿਓ ਇੱਥੇ। ਸੋ ਇਸ ਲਈ ਮਾਫੀ ਵੀ ਮੰਗ ਲੈਂਦੇ ਤੇ ਕੋਈ ਮਾੜਾ ਨਹੀਂ ਹੋ ਗਿਆ ਸੀ, ਕਿਆ ਹੋ ਗਿਆ, ਚਲੋ ਠੀਕ ਆ ਉਹ ਬਈ ਮੈਂ ਤੈਨੂੰ ਰੇਸਿਸਟ ਕਰਤਾ। ਹੁਣ ਮੇਰੇ ਨਾਲ ਕੋਈ ਗੱਲਬਾਤ ਕਰਦਾ ਬੰਦਾ, ਜੇ ਕੋਈ ਮੇਰੇ ਵਿਊ ਦੇ ਨਾਲ ਨਹੀਂ ਸ਼ਾਮਲ ਤੇ ਮੈਂ ਉਹਨੂੰ ਜਾਂ ਤਾਂ ਇੰਡੀਆ ਦੇ ਮੋਹਰ ਲਾ ਦੇਣੀ ਵੀ ਤੂੰ ਉੱਧਰਲਾ ਜਾਂ RSS ਦਾ ਏਜੰਟ, ਇਹ ਵੀ ਚੰਗੀ ਗੱਲ ਹੁੰਦੀ ਹੈ। ਇਹ ਇੱਕ ਕਿਸਮ ਦੀ ਉਹ ਮੋਹਰ ਹੀ ਲਾਈ ਆ ਵੀ ਤੂੰ ਮੇਰੇ ਨਾਲ ਨਹੀਂ ਸਹਿਮਤ ਤੇ ਤੂੰ ਰੇਸਿਸਟ ਆ। ਮੈਂ ਤਾਂ ਇਹ ਸਹਿਮਤ ਨਹੀਂ। ਬਿਲਕੁਲ, ਤੁਹਾਡੇ ਹਰ ਇੱਕ ਦੇ ਆਪੋ ਆਪਣੇ ਖਿਆਲ ਨੇ। ਕਿਵੇਂ ਦੇਖਦੇ ਇਸ ਘਟਨਾ ਨੂੰ? ਆਜ਼ਾਦ ਨੂੰ ਆਪਣੇ ਖਿਆਲਾਂ ਨੂੰ ਪ੍ਰਗਟਾਉਣ ਦੇ ਲਈ ਸੱਭਿਅਕ ਲਹਿਜੇ 'ਚ ਤੁਸੀਂ ਸਾਰੇ ਪ੍ਰਗਟਾ ਰਹੇ ਹੋ, ਆਪਣੇ ਖਿਆਲ ਜ਼ਾਹਰ ਕਰ ਰਹੇ ਹੋ ਤੇ ਵੱਖੋ ਵੱਖਰੇ ਵਿਚਾਰਾਂ ਦਾ ਸਵਾਗਤ ਹੈ। ਬ੍ਰੇਕ ਤੋਂ ਬਾਅਦ ਬਾਕੀ ਵਿਸ਼ਿਆਂ ਤੇ ਵੀ ਗੱਲਬਾਤ ਹੋਏਗੀ ਤੇ ਇਸ ਵਿਸ਼ੇ ਤੇ ਵੀ ਕੁਝ ਮਿੰਟ ਅਸੀਂ ਹੋਰ ਗੱਲਬਾਤ ਕਰ ਸਕਾਂਗੇ। 11:45 ਹੋਏ ਨੇ। ਰੇਡੀਓ ਕੇ RPI 1550 AM ਤੋਂ ਪ੍ਰੋਗਰਾਮ ਲੋਕ ਸੱਥ ਪ੍ਰਸਾਰਿਤ ਹੋ ਰਿਹਾ। ਜਗਮੀਤ ਸਿੰਘ ਨੂੰ ਕੱਲ ਹਾਊਸ ਆਫ ਕਾਮਨਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਬਲਾਕ ਕੁਬੇਕ MP ਨੂੰ ਨਸਲਵਾਰੀ ਦੱਸਣ ਤੇ ਉਹਨਾਂ ਖਿਲਾਫ ਕਾਰਵਾਈ ਕੀਤੀ ਗਈ। ਦੂਜੇ ਪਾਸੇ ਜਿਹੜੇ ਪਾਰਟੀ ਦੇ ਆਗੂ ਨੇ ਬਲੈਂਚੈਂਟ, ਉਹ ਅਜੇ ਵੀ ਜਗਮੀਤ ਸਿੰਘ ਨੂੰ ਮਾਫੀ ਮੰਗਣ ਲਈ ਕਹਿ ਰਹੇ ਨੇ। ਜਗਮੀਤ ਸਿੰਘ ਨੇ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਵੱਲੋਂ ਇੱਕ MP ਨੂੰ ਰੇਸਿਸਟ ਆਖੇ ਜਾਣ ਤੇ ਵਾਵੇਲਾ ਖੜਾ ਹੋ ਗਿਆ। ਸਾਡੇ ਅਗਲੇ ਕਾਲਰ ਨੇ ਕਸ਼ਮੀਰ ਸਿੰਘ। ਆਪ ਜੀ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਬਾਜ ਸਿੰਘ ਜੀ, ਸਾਡੇ ਵਿੱਚ ਸਹਿਣ ਸ਼ਕਤੀ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਈ ਹੈ। ਸਾਡੇ ਵਿੱਚ ਬਹੁਤ ਮਾਦਾ ਹੈਗਾ, ਅਸੀਂ ਸਹਿੰਦੇ ਰਹਿੰਦੇ ਹਾਂ। ਪਰ ਕੁਛ ਇੱਕ ਐਸੀਆਂ ਗੱਲਾਂ ਹੋ ਜਾਂਦੀਆਂ ਜਿਨ੍ਹਾਂ ਦੇ ਕਰਕੇ ਤੁਹਾਨੂੰ ਖੜੇ ਹੋਣਾ ਪੈਂਦਾ। ਪਰ ਅਸੀਂ ਇਸ ਚੀਜ਼ ਦੇ ਵਿੱਚ ਕਦੇ ਵੀ ਕੁਤਾਹੀ ਨਹੀਂ ਕੀਤੀ। ਸਾਨੂੰ ਟੈਕੀਜ਼ ਕਾਲ ਕੀਤਾ ਗਿਆ, ਸਵਾਈਨ ਕਾਲ ਕੀਤਾ ਗਿਆ, ਰੈਗ ਹੈਡ ਕਾਲ ਕੀਤਾ ਗਿਆ। ਸਾਨੂੰ ਡਿਫਰੈਂਟ ਨੇਮ ਦਿੱਤੇ ਗਏ ਵੱਖਰੇ ਵੱਖਰੇ ਦੇਸ਼ਾਂ ਵਿੱਚ। ਫਰਾਂਸ ਨੇ ਅੱਤ ਕਰ ਦਿੱਤੀ ਜਦੋਂ ਉਹਨਾਂ ਨੇ ਦਸਤਾਰ ਤਾਂ ਬੰਨਣ ਉੱਤੇ ਬਿਲਕੁਲ ਹੀ ਉਹਨਾਂ ਨੇ ਕਹਿ ਦਿੱਤਾ ਵੀ ਤੁਸੀਂ ਬੰਨ ਨਹੀਂ ਸਕਦੇ। ਕੰਮਕਾਰਾਂ ਦੇ ਵਿੱਚ ਜਾਣ ਲਈ ਹੋਰ ਪ੍ਰੋਬਲਮਸ ਖੜੀਆਂ ਕਰਤੀਆਂ। ਹੁਣ ਜਿਹੜਾ ਕੁਬੈਕ ਸੂਬਾ ਹੈਗਾ ਆ, ਇਸ ਸੇਮ ਟੋਕਨ ਜਿੱਦਾਂ ਬ੍ਰਿਟਿਸ਼ ਦੁਨੀਆ ਦੇ ਉੱਤੇ ਰੂਲ ਕਰਦੇ ਸੀ, ਇੱਦਾਂ ਫਰੈਂਚ ਕਰਦੇ ਸੀ। ਜਿੱਥੇ ਜਿੱਥੇ ਇਹਨਾਂ ਦੀ ਆਬਾਦੀ ਜ਼ਿਆਦਾ ਹੈਗੀ ਉੱਥੇ ਹਲੇ ਵੀ ਇਹਨਾਂ ਦਾ ਕੰਟਰੋਲ ਹੈਗਾ। ਪਰ ਜੇਕਰ ਕੋਈ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਕਹਿ ਸਕਦੇ ਆ ਵੀ ਸਾਡੇ ਦੇਸ਼ ਵਿੱਚ ਰੇਸਿਜ਼ਮ ਹੈਗਾ, ਅਸੀਂ ਵੈਨਕੂਵਰ ਵਿੱਚ ਰਹਿੰਦੇ ਹੋਏ ਦੇਖ ਸਕਦੇ ਹਾਂ ਵੀ ਚਾਈਨੀਜ਼ ਦੇ ਉੱਤੇ ਸਲੋਗਨ ਲਿਖੇ ਜਾ ਰਹੇ ਆ ਜਾਂ ਉਹਨਾਂ ਦੇ ਉੱਤੇ ਕਾਲੇ ਪੇਂਟ ਕੀਤੇ ਜਾ ਰਹੇ ਆ ਜਾਂ ਉਹਨਾਂ ਨੂੰ ਮਤਲਬ ਸਲੋਗਨਾਂ ਦੇ ਨਾਲ ਕੋਈ ਨਾਮ ਦਿੱਤੇ ਜਾਂਦੇ ਆ, ਗਾਲਾਂ ਕੱਢੀਆਂ ਜਾਂਦੀਆਂ। ਇਹਨੂੰ ਆਪਾਂ ਕੀ ਕਾਲ ਕਰਾਂਗੇ? ਰੇਸਿਜ਼ਮ ਹੀ ਕਾਲ ਕਰਾਂਗੇ ਨਾ। ਪਰ ਜੇ ਕੋਈ ਇਨਸਾਨ ਇੱਕ ਲੀਡਰ ਹੁੰਦਾ, ਅਸੀਂ ਇਸੇ ਵਾਸਤੇ ਚੁਣ ਕੇ ਲੋਕਾਂ ਨੂੰ ਭੇਜਦੇ ਹਾਂ ਪਾਰਲੀਮੈਂਟ ਦੇ ਵਿੱਚ। ਜੇ ਕੋਈ ਲੀਡਰ ਹੈਗਾ ਆ, ਜੇਕਰ ਉਹ ਉਸ ਟਾਈਮ ਦੇ ਉੱਤੇ ਜਿੱਥੇ ਗੱਲ ਚੱਲ ਰਹੀ ਆ
ਉਹਨੂੰ ਨਹੀਂ ਦਰਸਾਉਂਦਾ ਤਾਂ ਫਿਰ ਇਹ ਵੀ ਹੈਗਾ ਆ ਵੀ ਉਹ ਮਗਰੋਂ ਕਹਿੰਦੇ ਹੁੰਦੇ ਆ ਵੀ ਝੱਗਾ ਚੌੜ ਵਾਲੀ ਗੱਲ ਜਿਹੜੀ ਆ ਉਹ ਹੋ ਜਾਂਦੀ ਆ। ਸਾਨੂੰ ਸੋਚਣਾ ਪਊਗਾ ਵੀ ਇਹ ਗਲਤ ਕੰਮ ਜਿਹੜੇ ਕਰ ਰਹੇ ਆ ਉਹ ਕਿਉਂ ਨਹੀਂ ਆਪਣੇ ਆਪ ਨੂੰ ਮੋਲਡ ਕਰਦੇ, ਕਿਉਂ ਨਹੀਂ ਉਹ ਇਸ ਚੀਜ਼ ਨੂੰ ਸੋਚਦੇ ਵੀ ਸਾਡੇ ਨਾਲ ਪੜ੍ਹਦੇ, ਇੱਥੇ ਜੰਮੇ ਪਲੇ, ਇੱਥੇ ਰਹਿ ਰਹੇ ਆ, 100 ਸਾਲ ਤੋਂ ਰਹਿ ਰਹੇ ਆ। ਅਸੀਂ ਇਹਨਾਂ ਨੂੰ ਅੱਜ ਵੀ ਕਹੀ ਜਾਂਦੇ ਹਾਂ ਵੀ ਤੁਸੀਂ ਭਾਰਤੀ ਹੈਗੇ ਆ, ਤੁਸੀਂ ਇੱਥੇ ਦੇ ਨਹੀਂ ਵਿਛਿੰਦੇ, ਭਾਵੇਂ ਉਹ 100 ਸਾਲ ਤੋਂ ਰਹਿ ਰਹੇ ਆ। ਇੱਕ ਅੰਗਰੇਜ਼ ਯੂਰਪ ਤੋਂ ਅੱਜ ਆ ਕੇ ਏਅਰਪੋਰਟ 'ਤੇ ਉਤਰ ਜਾਵੇ, ਉਹਦਾ ਚਿੱਟਾ ਰੰਗ ਦੇਖ ਕੇ ਉਹਨੂੰ ਕੋਈ ਨਹੀਂ ਕਹਿੰਦਾ ਤੂੰ ਯੂਰਪੀਅਨ ਆ। ਤੋ ਇਹੋ ਜਿਹੀਆਂ ਚੀਜ਼ਾਂ ਜਿਹੜੀ ਇਹੋ ਜਿਹੇ ਮੁੱਦੇ ਹੈਗੇ ਆ, ਇਹਨਾਂ ਨੂੰ ਵਿਚਾਰਨ ਦੀ ਜ਼ਰੂਰ ਹੈਗੀ ਆ। ਪਰ ਜੇਕਰ ਉਹ ਕਹੋ ਜੀ ਤੁਸੀਂ ਇਹ ਗੱਲ ਜਿਹੜੀ ਕਹਿਤੀ ਹੈ ਗਲਤ ਕੀਤੀ ਹੈ ਤਾਂ ਤੁਸੀਂ ਇੱਥੇ ਮਾਫ਼ੀ ਮੰਗੋ। ਹੁਣ ਮਾਫ਼ੀ ਮੰਗਣ ਦੀ ਗੱਲ ਜਿਹੜੀ ਹੈਗੀ ਆ, ਜਾਂ ਤਾਂ ਉਹਨੂੰ ਉਹ ਕਹਿਣ ਪਏ ਇਹ ਗਲਤ ਕਿਉਂ ਕਿਹਾ ਗਿਆ, ਕਿਹੜੇ ਕਾਰਨਾਂ ਕਰਕੇ ਇਹ ਗੱਲ ਹੋਈ ਆ। ਇਹ ਤਾਂ ਬੰਦਾ ਕੋਈ ਕਹਿੰਦਾ ਵੀ ਹਾਂ ਠੀਕ ਇਹ ਕਰ ਰਹੇ ਆ। ਪਰ ਜੇਕਰ ਉੱਦਾਂ ਹੀ ਉਹ ਕਹੀ ਜਾਣ ਪਏ ਅਸੀਂ ਤੁਹਾਨੂੰ ਦਬਾ ਕੇ ਰੱਖਣਾ, ਅਸੀਂ ਤੁਹਾਡੇ ਤੇ ਆਪਣਾ ਅੰਕੁਸ਼ ਜਿਹੜਾ ਹੈਗਾ ਉਹਨੂੰ ਰੱਖੀ ਰੱਖਣਾ, ਤੁਸੀਂ ਇਹ ਕਰ ਨਹੀਂ ਸਕਦੇ, ਤੁਸੀਂ ਇਹ ਬੋਲ ਨਹੀਂ ਸਕਦੇ, ਨਹੀਂ ਉਹ ਗਲਤ ਹੈਗਾ ਆ। ਸਾਡੇ ਕੋਈ ਚਿੰਨ੍ਹਾਂ ਦੀ ਗੱਲ ਨਹੀਂ ਗੀ, ਕੋਈ ਇਹ ਨਹੀਂ ਗਾ ਪ੍ਰਭਾਵ। ਇੱਥੇ ਅਸੀਂ ਦੇਖਦੇ ਹੈਗੇ ਹਾਂ ਅਮਰੀਕਾ ਦੇ ਵਿੱਚ ਇੱਕ ਪਾਸੇ ਰਾਈਟਸ ਹੋ ਰਹੀਆਂ, ਦੂਜੇ ਪਾਸੇ ਉਹ ਆਪਣੇ ਮਾਰੇ ਜਾ ਰਹੇ ਆ। ਫਿਰ ਉਸ ਤੋਂ ਬਾਅਦ ਇੰਨਾ ਦੁਨੀਆ ਦੇ ਉੱਤੇ ਰੋਸ ਪ੍ਰਗਟਾਵਾ ਕਰਨ ਦੇ ਬਾਵਜੂਦ ਉਹ ਫਿਰ ਕਾਲੇ ਨੂੰ ਮਾਰ ਰਹੇ ਆ। ਤੋ ਇਹ ਜਿਹੜੀ ਹੇਟ ਹੈਗੀ ਆ ਕਿਸੇ ਇਨਸਾਨ ਦੇ ਦਿਲ ਵਿੱਚ, ਜਾਂ ਇਹ ਭਾਵੇਂ ਕਹਿ ਲਓ ਤੁਸੀਂ ਸੋਚੀ ਸਮਝੀ ਤੇ ਅਧੀਨ ਆ ਜਾਂ ਬਗੈਰ ਸੋਚੇ ਤੋਂ ਆ। ਆਪਾਂ ਦੇਖਦੇ ਹੈਗੇ ਆ ਵੀ ਕਈ ਲੋਕ ਜਿਹੜੇ ਦੂਸਰੇ ਦੇਸ਼ਾਂ ਤੋਂ ਉੱਠ ਕੇ ਆਏ, ਉਹਨਾਂ ਨੇ ਸਮਾਂ ਘੱਟ ਲਓ ਜੀ, ਬਹੁਤ ਆਪਣੇ ਨਾਲ ਕਾਲਰ ਜੁੜੇ ਨੇ ਤੇ ਗੱਲ ਛੇਤੀ ਨਿਬੇੜੋ ਜੀ ਆਪਣੀ। ਠੀਕ ਹੈ ਗੁਰਬਾਜ ਸਿੰਘ ਜੀ, ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ ਜੀ, ਸ਼ੁਕਰੀਆ ਜੀ। ਜੈਗ ਜੀ ਤੁਹਾਡਾ ਕੀ ਖਿਆਲ ਹੈ ਜੀ? ਲਾਈਨ ਟੂ ਜੈਗ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਵੀਰ ਜੀ, ਆਪਾਂ ਇੱਕ ਚੀਜ਼ ਦੇਖਣ ਵਾਲੀ ਹੈ ਜੀ, ਜਿਹੜੇ ਜਗਮੀਤ ਸਿੰਘ ਨੇ ਆਪਣੇ ਕੈਨੇਡੀਅਨ ਬੋਰਨ ਪੜ੍ਹੇ ਲਿਖੇ ਇੰਟੈਲੀਜੈਂਟ ਸਟੂਡੈਂਟ ਆ ਜੀ ਉਹ ਕਾਫੀ, ਤੇ ਇੱਕ MP ਬਣਨਾ ਤੇ ਫਿਰ ਆਪੋਜੀਸ਼ਨ ਦਾ ਲੀਡਰ ਬਣਨਾ, ਇਹ ਬਹੁਤ ਉਹਨਾਂ ਨੇ ਤਰੱਕੀ ਕੀਤੀ ਹੈ ਜੀ। ਪਰ ਜਦੋਂ ਉਹਨਾਂ ਨੇ ਮਤਾ ਲਿਆਂਦਾ, ਜੇ ਇੱਕ ਪਾਰਟੀ ਦਾ ਬੰਦਾ ਉਸ ਮਤੇ ਤੇ ਬਹੁਤ ਵੋਟ ਪਾ ਰਿਹਾ, ਇਹਦਾ ਮਤਲਬ ਕਿ ਉਹ ਕਹਿ ਰਿਹਾ ਕਿ ਜੋ RCMP ਦੇ ਰੇਸਿਜ਼ਮ ਹੋ ਰਿਹਾ ਉਹ ਠੀਕ ਹੋ ਰਿਹਾ, ਸਹੀ ਨਹੀਂ ਹੈਗਾ। ਔਰ ਇਸ ਦੇ ਲਈ ਸੱਚ ਨੂੰ ਸੱਚ ਕਹਿ ਦੇਣਾ। ਜਗਮੀਤ ਸਿੰਘ ਮਾਫੀ ਤਾਂ ਮੰਗਣ ਜੇ ਉਹ ਬੰਦਾ ਵੀ ਇਸ ਚੀਜ਼ ਨੂੰ MP ਮੰਨੇ ਕਿ ਹਾਂ ਰੇਸਿਜ਼ਮ ਹੋ ਰਿਹਾ, ਪਰ ਸੋਚ ਮੇਰੀ ਵੱਖਰੀ ਸੀ। ਫਿਰ ਇਸਨੂੰ ਮੈਂ ਮੰਨਦਾ ਰੇਸਿਜ਼ਮ ਹੋ ਰਿਹਾ, then ਉਹਨਾਂ ਦਾ ਹੱਕ ਬਣਦਾ ਮਾਫੀ ਮੰਗਣ। ਪਰ ਜਦੋਂ ਆਪਣੇ ਪੁਆਇੰਟ ਕਹਿ ਹੋਏ ਨੇ ਇਹ ਸਭ ਧੱਕਾ ਹੋ ਰਿਹਾ ਜੀ ਜਗਮੀਤ ਸਿੰਘ ਨਾਲ, ਬਿਲਕੁਲ ਨਹੀਂ ਮਾਫੀ ਮੰਗਣੀ ਚਾਹੀਦੀ, ਕੋਈ ਗਲਤ ਨਹੀਂ ਉਹਨੇ ਗੱਲ ਕੀਤੀ। ਥੈਂਕ ਯੂ ਜੀ, ਸ਼ੁਕਰੀਆ। ਅਗਲੇ ਕਾਲਰ ਨੇ ਜੀ ਗੁਰਦੀਪ ਸਿੰਘ ਜੀ। ਲਾਈਨ ਗੁਰਦੀਪ ਸਿੰਘ ਜੀ, ਕੀ ਖਿਆਲ ਨੇ ਤੁਹਾਡੇ? ਹੈਲੋ ਗੁਰਦੀਪ ਸਿੰਘ। ਉਸ ਕਾਲਰ ਵੱਲ ਵਧੀਆ ਜੀ, ਰਜਿੰਦਰ ਪੰਧੇਰ ਜੀ, ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਬਰਾੜ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਵੀ ਉਹ ਕੱਲ ਸਾਰਾ ਜਿਹੜੀ ਹੈਗੀ ਆ ਉਹ ਪ੍ਰੋਸੀਡਿੰਗ ਦੇਖੀਆਂ ਨੇ, ਤੇ ਇੱਕ ਪਾਸੇ ਤਾਂ ਪ੍ਰਾਈਮ ਮਿਨਿਸਟਰ ਨੇ ਖੁੱਲ ਕੇ ਕਹਿ ਦਿੱਤਾ, ਕਹਿ ਰਿਹਾ ਅੱਜ ਵੀ ਕਿਹਾ ਬਈ ਸਾਡੇ 'ਚ ਹੈਗਾ ਰੇਸਿਜ਼ਮ, ਬਹੁਤ ਥਾਵਾਂ ਤੇ ਹੈਗਾ, ਬਲਕਿ ਸਾਰੇ ਕੈਨੇਡਾ 'ਚ ਉਹਨੇ ਕਿਹਾ ਮੁੜ ਕੇ ਵੀ। ਔਰ ਕਿਊਬਿਕ ਵਾਲਿਆਂ ਨੇ ਇੱਕ ਨਵਾਂ ਬਿੱਲ 21 ਲਾ ਪਾਸ ਕਰ ਦਿੱਤਾ, ਉਹ ਵੀ ਕਿਸਮ ਦਾ ਰੇਸਿਜ਼ਮ ਹੈ, ਉਹ ਤੁਹਾਨੂੰ ਪਤਾ ਹੈ ਸਾਰਿਆਂ ਨੂੰ, ਕਿ ਪਗੜੀ ਨਹੀਂ ਬੰਨ ਸਕਦਾ, ਉਹ ਵੀ ਕਰ ਸਕਦਾ। ਫਰਾਂਸ ਨੇ ਪਹਿਲਾਂ ਹੀ ਕੀਤਾ ਹੈ, ਫਰਾਂਸ ਨੂੰ ਫੋਲੋ ਕਰਦੇ ਬਹੁਤਾ ਇਹ। ਹੁਣ ਜਦੋਂ ਕੈਨੇਡਾ ਦੇ ਵਿੱਚ ਇਹ ਗੱਲ ਮੰਨੀ ਜਾ ਚੁੱਕੀ ਆ ਵੀ ਇਹ ਹੈਗਾ ਤੇ ਦੂਰ ਕਰਨਾ, ਤੇ ਫਿਰ ਉਸ ਨੂੰ ਸਪੋਰਟ ਕਰਨ 'ਚ ਕੀ ਹਰਜ ਸੀਗਾ ਉਸ MP ਨੂੰ? ਉਹ ਸਪੋਰਟ ਉਹਨੂੰ ਕਰਨਾ ਚਾਹੀਦਾ ਸੀ। ਜੇ ਉਹਨੇ ਸਪੋਰਟ ਨਹੀਂ ਕੀਤਾ ਤਾਂ ਇਹਦਾ ਭਾਵ ਦੂਸਰਾ ਹੈਗਾ, ਜਿਹੜਾ ਹੁਣ ਚਲੋ ਸਾਰਿਆਂ ਨੂੰ ਪਤਾ ਵੀ ਉਹ ਕੀ ਹੈਗਾ, ਕੀ ਉਹਨਾਂ ਦਾ ਹੈਗਾ, ਕਿਉਂਕਿ ਬਿੱਲ 21 ਇਸ ਗੱਲ ਦੀ ਗਵਾਹ ਹੈਗੀ ਆ, ਔਰ ਸੁਣਦਾ ਵੀ ਨਹੀਂ ਕਿਸੇ ਦੀ। ਉਹਨੇ ਵੀ ਤਾਂ ਵੋਟਾਂ ਲਈ ਕੀਤਾ ਨਾ ਇਹ। ਜੇ ਰੇਸਿਜ਼ਮ ਨੂੰ ਖਤਮ ਕਰਨਾ ਤਾਂ ਇਹ ਮਤਾ ਪਾਸ ਹੋਣਾ ਚਾਹੀਦਾ ਸੀ ਸਰਬਸੰਮਤੀ ਨਾਲ, ਔਰ ਜਗਮੀਤ ਸਿੰਘ ਨੇ ਕੋਈ ਰੌਂਗ ਨਹੀਂ ਕੀਤਾ। ਸ਼ੁਕਰੀਆ ਜੀ, ਧੰਨਵਾਦ। ਸਿੰਘ ਜੀ ਤੁਸੀਂ ਸਟਿਲ ਹੋਲਡ ਹੋ ਜੀ, ਗੱਲ ਸੁਣ ਰਹੇ ਹੋ ਮੇਰੀ? ਲਾਈਨ 3 ਤੇ ਗੁਰਦੀਪ ਸਿੰਘ ਜੀ। ਹੈਲੋ। ਖੈਰ ਆਪਾਂ ਹੁਣ ਬ੍ਰੇਕ ਲੈਣੇ ਜੀ, ਤੇ ਬ੍ਰੇਕ ਤੋਂ ਬਾਅਦ ਸਾਡੇ ਕੋਲ 2-4 ਮਿੰਟ ਹੋਣਗੇ, ਜੇ ਤੁਸੀਂ ਕਾਲ ਕਰ ਸਕਦੇ। ਅਗਲੇ ਹਿੱਸੇ 'ਚ ਆਪਾਂ ਫਿਰ ਵੱਖਰੇ ਵਿਸ਼ੇ ਤੇ ਗੱਲਬਾਤ ਕਰਾਂਗੇ। ਬ੍ਰੇਕ ਤੋਂ ਬਾਅਦ ਜਲਦੀ ਵਾਪਸ ਆ ਰਹੇ ਹਾਂ। 11:55 ਹੋਏ ਨੇ ਜੀ। ਰੇਡੀਓ KRPI 1550 AM ਤੁਸੀਂ ਸੁਣ ਰਹੇ ਹੋ। ਪ੍ਰੋਗਰਾਮ ਲੋਕ ਸੱਥ ਪ੍ਰਸਾਰਿਤ ਹੋ ਰਿਹਾ ਹੈ। ਗੁਰਦੀਪ ਸਿੰਘ ਜੀ ਤੁਸੀਂ ਦੁਬਾਰਾ ਆ ਗਏ ਹੋ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਹਲੋ ਭਾਜੀ ਦੇਖੋ, ਜਗਮੀਤ ਸਿੰਘ ਨਾ ਗੁੱਸੇ ਦੇ ਵਿੱਚ ਆਣ ਕੇ ਬੋਲ ਗਿਆ। ਹੁਣ ਜੇ ਫਰਜ਼ ਕਰੋ ਮੈਂ ਇਹ ਕਵਾਂ, 100 ਬੰਦਾ ਇਹ ਕਵੇ ਕਿ ਬਾਬਾ ਨਾਨਕ 3 ਦਿਨ ਨਦੀ ਦੇ ਥੱਲੇ ਰਿਹਾ, ਪਾਣੀ ਦੇ ਥੱਲੇ ਰਹੇ, ਮੈਂ ਕਵਾਂ ਨਹੀਂ ਇੱਦਾਂ ਰਹਿ ਨਹੀਂ ਸਕਦਾ ਬੰਦਾ। ਇਹਦਾ ਮਤਲਬ ਇਹ ਥੋੜ੍ਹਾ ਹੋ ਗਿਆ ਕਿ ਮੈਂ ਬਾਬੇ ਨਾਨਕ ਦਾ ਵਿਰੋਧੀ ਹਾਂ। ਮੇਰੇ ਆਪਣੇ ਵਿਚਾਰ ਆ। ਉਹ ਬੰਦੇ ਨੇ ਉੱਤੇ ਸਿੱਧਾ ਠੱਪਾ ਲਾ ਦੇਣਾ ਕਿ ਤੂੰ ਹੀ ਰੇਸਿਸਟ ਕਰਦਾ ਆ, ਤੂੰ ਹੀ ਇਸ ਵਿਤਕਰੇ ਦਾ ਤੂੰ ਕਰ ਰਿਹਾ। ਉਹਨੂੰ ਪੁੱਛਣਾ ਚਾਹੀਦਾ ਵੀ ਤੂੰ ਕਹਿ ਰਿਹਾ ਵੀ ਨਹੀਂ ਹੈ ਰੇਸਿਜ਼ਮ ਸਿਸਟਮੈਟਿਕਲੀ, ਤਾਂ ਫਿਰ ਮੈਨੂੰ ਸਮਝਾ ਵੀ ਕਿੱਦਾਂ ਨਹੀਂ ਹੈ। ਬਾਕੀ ਇਹ ਆਪਣਾ ਪੱਖ ਦੱਸਣ ਵੀ ਇੱਦਾਂ ਹੈਗਾ ਆ, ਉੱਦਾਂ ਕਰੀ ਜਾਂਦੇ ਨੇ ਵੀ ਇਹਦੇ ਵਿੱਚ ਹੈਗਾ ਆ ਸਿਸਟਮੈਟਿਕਲੀ ਰੇਸਿਜ਼ਮ ਹੈਗਾ। ਉਹਨੂੰ ਵਿਸਥਾਰ ਨਾਲ ਖੋਲ ਕੇ ਸਮਝਾਉਣ ਲੋਕਾਂ ਨੂੰ ਵੀ ਆਹ ਇੱਥੇ ਇੱਦਾਂ ਹੁੰਦੀ ਹੈ। ਹੁਣ ਉਹਨੂੰ ਜਗਮੀਤ ਸਿੰਘ ਸਵਾਲ ਕਰਦਾ ਵੀ ਹਾਂ ਬਈ ਮੈਨੂੰ ਇੱਦਾਂ ਲੱਗਦਾ ਇੱਥੇ ਇੱਦਾਂ ਹੁੰਦੀ ਆ, ਤੂੰ ਮੈਨੂੰ ਇਹ ਦੱਸ ਵੀ ਇੱਥੇ ਨਹੀਂ ਹੁੰਦੀ ਇੱਦਾਂ, ਇਹ ਤੈਨੂੰ ਮੈਂ ਦੱਸਾਂ ਵੀ ਕਿੱਦਾਂ ਨਹੀਂ ਹੈ। ਸਿੱਧਾ ਅਗਲੇ ਦੇ ਉੱਤੇ ਠੱਪਾ ਲਾ ਦੇਣਾ ਉਹ ਤਾਂ ਵੈਸੇ ਗਲਤ ਹੋ ਜੀ। ਧੰਨਵਾਦ ਭਾਈ। ਸ਼ੁਕਰੀਆ ਜੀ, ਧੰਨਵਾਦ ਜੀ ਤੁਹਾਡਾ ਗੁਰਦੀਪ ਸਿੰਘ ਜੀ। ਰਿਸ਼ਪਾਲ ਸਿੰਘ ਜੀ। ਹਾਂਜੀ ਬਰਾੜ ਜੀ, ਜਗਮੀਤ ਸਿੰਘ ਉਹਨਾਂ ਨੇ ਜੋ ਚਾਹੇ ਗੁੱਸੇ ਵਿੱਚ ਕਿਹਾ ਚਾਹੇ ਜਜ਼ਬਾਤੀ ਉਹ ਕਿਹਾ, ਪਰ ਕਿਹਾ ਉਹਨਾਂ ਨੇ ਸੱਚ ਆ, ਦਿਲ ਦੀ ਆਵਾਜ਼ ਉਹਨਾਂ ਦੇ ਮੂੰਹ ਤੇ ਆ ਗਈ ਆ ਤੇ ਇਹਨੂੰ ਉਹਨਾਂ ਨੂੰ ਇੱਥੇ ਮਾਫੀ ਮੰਗਣ ਦੀ ਕੋਈ ਤੁਕ ਨਹੀਂ। ਚਲੋ ਡਿਸਕਸ਼ਨ ਕਰ ਲੈਣੀ ਚਾਹੀਦੀ, ਉਹ ਵੱਖਰੀ ਗੱਲ ਆ, ਸਮੇਂ ਦੀ ਗੱਲ ਆ, ਪਰ ਉਹਨਾਂ ਨੇ ਠੀਕ ਕੀਤਾ ਜੋ ਵੀ ਕੀਤਾ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਧੰਨਵਾਦ। ਤੇ ਇਸ ਦੇ ਨਾਲ ਹੀ ਆਪਾਂ ਦਾ ਵਿਸ਼ਾ ਇੱਥੇ ਹੁਣ ਸਮੇਟਦੇ ਹਾਂ। ਬਿੱਲ ਬਾਰੇ ਹੀ ਦੱਸਣਾ ਬਣਦਾ ਹੈ, ਕਿਸੇ ਨੂੰ ਭੁਲੇਖਾ ਨਾ ਰਹੇ। ਇਹ ਬਿੱਲ ਫੈਡਰਲ ਕਾਨੂੰਨ ਜਿਹੜਾ ਪੁਲਿਸ ਬਲ ਨੂੰ ਕੰਟਰੋਲ ਕਰਦਾ RCMP ਦੇ ਬਜਟ ਨਾਲ ਸੰਬੰਧਿਤ ਸੀ, ਉਹਦਾ ਰਿਵਿਊ ਕੀਤਾ ਜਾਏ। ਮੁਲਾਂਕਣ ਕਰਨ ਦੇ ਲਈ ਇਹ RCMP ਦੇ ਨਾਲ ਸੰਬੰਧਿਤ ਜਿਹੜਾ ਮਤਾ ਲਿਆਂਦਾ ਗਿਆ ਸੀ ਤੇ ਤਕਰੀਬਨ ਸਾਰੇ ਹੀ MP ਦੇ ਹੱਕ ਵਿੱਚ ਸਨ। ਨਾ ਦੀ ਆਵਾਜ਼ ਉਸ ਸੀਟ ਤੋਂ ਆਈ ਜਿੱਥੋਂ ਬਲਾਕ ਕੁਬੇਕਾ ਦਾ ਇੱਕ MP ਬੈਠਾ ਹੋਇਆ ਸੀ। ਇੱਕ ਐਪ ਬਾਰੇ ਹੁਣ ਤੁਹਾਨੂੰ ਜਾਣਕਾਰੀ ਦੇਣੀ ਹੈ। ਇਹ ਐਪ ਜਿਹੜੀ ਹੈ ਵਲੰਟੀਅਰੀ ਤੁਸੀਂ ਡਾਊਨਲੋਡ ਕਰ ਸਕੋਗੇ। ਨਵੀਂ ਐਪ ਬਾਰੇ ਅੱਜ ਸਵੇਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਲਾਸਾ ਕੀਤਾ ਹੈ। ਉਹਨਾਂ ਨੇ ਭਰੋਸਾ ਪ੍ਰਗਟਾਇਆ, ਆਸ ਪ੍ਰਗਟਾਈ ਹੈ ਕਿ ਕੈਨੇਡੀਅਨਸ ਇਸ ਐਪ ਨੂੰ ਡਾਊਨਲੋਡ ਕਰਕੇ ਆਪੋ ਆਪਣੇ ਸੈੱਲਫੋਨ ਤੇ ਜਦੋਂ ਇਹ ਨਵੀਂ ਐਪ ਡਾਊਨਲੋਡ ਕਰਨਗੇ ਤਾਂ ਜਦੋਂ ਵੀ ਉਹ ਕਿਸੇ ਅਜਿਹੇ ਵਿਅਕਤੀ ਦੇ ਕੰਟੈਕਟ ਦੇ ਵਿੱਚ ਆਉਣਗੇ ਜਿਹੜਾ COVID-19 ਤੋਂ ਪੋਜ਼ਿਟਿਵ ਪਾਇਆ ਗਿਆ, ਉਹਨਾਂ ਨੂੰ ਪਤਾ ਲੱਗ ਜਾਏਗਾ, ਉਹ ਖਬਰਦਾਰ ਹੋ ਜਾਣਗੇ। ਤੇ ਇਸ ਕਰਕੇ ਐਪ ਡਾਊਨਲੋਡ ਕਰਨੀ ਜ਼ਰੂਰੀ ਹੈ। ਪਰ ਕਿਸੇ ਨੂੰ ਵੀ ਉਹ ਕੋਵਾ ਐਪ ਵਾਂਗੂ ਜ਼ਬਰਦਸਤੀ ਐਪ ਡਾਊਨਲੋਡ ਕਰਾਉਣ ਲਈ ਨਹੀਂ ਕਿਹਾ ਜਾਏਗਾ ਕਿ ਐਪ ਡਾਊਨਲੋਡ ਕੀਤੀ ਦਿਖਾਓ ਤੇ ਫਿਰ ਤੁਹਾਨੂੰ ਇੱਥੋਂ ਲੰਘਣ ਦੇਣਾ ਸੀ। ਇਹ ਵਲੰਟੀਅਰਲੀ ਹੋਏਗੀ। ਜੇ ਕਿਸੇ ਨੇ ਕਰਨੀ ਹੈ ਐਪ ਤਾਂ ਇਹ 2 ਜੁਲਾਈ ਤੋਂ ਕੰਮ ਕਰਨਾ ਸ਼ੁਰੂ ਕਰੇਗੀ। ਇਹਦੇ ਬਾਰੇ ਬੜੇ ਭੁਲੇਖੇ ਨੇ ਜੋ ਦੂਰ ਕੀਤੇ ਜਾ ਰਹੇ ਨੇ। ਜਿੰਨੇ ਕੁ ਗੱਲਬਾਤ ਸਾਡੇ ਸਾਹਮਣੇ ਆਈ ਹੈ ਮੈਂ ਸਾਰਿਆਂ ਨਾਲ ਸਾਂਝੀ ਕਰਦਾ। ਪਹਿਲੀ ਗੱਲ ਤਾਂ ਇਹ ਜਿਹੜੀ ਐਪ ਡਾਊਨਲੋਡ ਕਰਵਾਉਣੀ ਹੈ, ਕੈਨੇਡੀਅਨ ਡਿਜੀਟਲ ਸਰਵਿਸ ਇੱਕ ਫੈਡਰਲ ਪਹਿਲ ਕਦਮੀ ਕੀਤੀ ਗਈ ਹੈ। ਉਹਦੇ ਰਾਹੀਂ ਓਨਟਾਰੀਓ ਡਿਜੀਟਲ ਸਰਵਿਸ ਤੇ ਇੱਕ ਕੰਪਨੀ ਹੈ ਸ਼ੋਪੀਫਾਈ, ਟੈਕ ਕੰਪਨੀ ਹੈ, ਟੈਕ ਫਰਮ ਹੈ, ਉਹਦੇ ਨਾਲ ਨਾਲ ਬਲੂਟੁੱਥ ਟੈਕਨੋਲੋਜੀ, ਇਹਨਾਂ ਦੇ ਨਾਲ ਇਹ ਐਪ ਚੱਲਣੀ ਹੈ। ਤੇ ਬਲੈਕਬੇਰੀ ਜਿਹੜੀ ਹੈ ਉਹਦੇ ਵੱਲੋਂ ਇਹਦਾ ਸਿਕਿਉਰਿਟੀ ਦਾ ਰਿਵਿਊ ਕੀਤਾ ਜਾਣਾ। ਇਸ ਐਪ ਦਾ ਰਿਵਿਊ ਬਲੈਕਬੇਰੀ ਵੱਲੋਂ ਕੀਤਾ ਜਾਏਗਾ। ਐਪਲ ਤੇ ਗੂਗਲ ਵੱਲੋਂ ਟੈਕਨੋਲੋਜੀ ਜਿਹੜੀ ਬਲੂਟੁੱਥ ਟੈਕਨੋਲੋਜੀ ਉਹ ਪ੍ਰੋਵਾਈਡ ਕਰਵਾਈ ਜਾਏਗੀ ਤੇ ਇਹ ਟੈਕਨੋਲੋਜੀ ਰਾਹੀਂ ਫਿਰ ਪਤਾ ਲੱਗੇਗਾ ਕਿ ਕੋਈ ਵਿਅਕਤੀ ਤੁਹਾਡੇ ਨੇੜਲੇ ਘੇਰੇ 'ਚ ਜੇ ਕੋਈ ਵਿਚਰਿਆ, ਕੋਲੋਂ ਲੰਘ ਗਿਆ, ਜਾਂ ਇੱਕ ਹਾਲ 'ਚ ਤੁਸੀਂ ਬੈਠੇ ਹੋ, ਕੋਈ ਕਨਸਰਟ ਦੇਖ ਰਹੇ ਹੋ, ਅਖਾੜਾ ਲੱਗਿਆ ਦੇਖ ਰਹੇ ਹੋ, ਤਾਂ ਉੱਥੇ ਉਹ ਵਿਅਕਤੀ ਹੈ ਜਿਹੜਾ ਪੋਜ਼ਿਟਿਵ ਹੈ ਉਹ ਵੀ ਬੈਠਾ ਹੈ, ਤਾਂ ਤੁਸੀਂ ਉੱਥੋਂ ਜਾ ਸਕਦੇ ਹੋ, ਦੂਰ ਹੋ ਸਕਦੇ ਹੋ। ਜਾਂ ਤੁਹਾਨੂੰ ਬਾਅਦ 'ਚ ਪਤਾ ਲੱਗਾ ਕਿ ਇਸ ਕਨਸਰਟ ਦੇ ਵਿੱਚ ਇਸ ਕਿਸੇ ਬਿਲਡਿੰਗ ਦੇ ਅੰਦਰ ਜਾਂ ਕਿਸੇ ਸਟੇਸ਼ਨ 'ਤੇ ਕਿਸੇ ਵੀ ਜਗ੍ਹਾ 'ਤੇ ਪਾਰਕ ਦੇ ਵਿੱਚ ਕਿਤੇ ਹੋਰ ਹਾਲ ਦੇ ਅੰਦਰ ਖੇਡ ਮੈਦਾਨ 'ਚ ਕੋਈ ਅਜਿਹਾ ਵਿਅਕਤੀ ਇੰਨੇ ਵੱਜ ਕੇ ਇੰਨੇ ਮਿੰਟ ਤੇ ਇੰਨੀ ਤਰੀਕ ਨੂੰ ਮੌਜੂਦ ਸੀ, ਤਾਂ ਤੁਸੀਂ ਆਪਣਾ ਟੈਸਟ ਕਰਵਾ ਸਕਦੇ ਹੋ ਵੀ ਮੈਂ ਵੀ ਉੱਥੇ ਗਿਆ ਸੀ, ਕਿਧਰੇ ਮੈਨੂੰ ਤਾਂ ਨਹੀਂ ਹੋ ਗਿਆ। ਅਜਿਹਾ ਕੁਝ ਪਹਿਲਾਂ ਹੀ ਦੱਸਿਆ ਜਾ ਰਿਹਾ ਹੈ। You're listening to 1550 AM KRPI Ferndale. The views expressed are not necessarily those of the staff, management, or ownership of this station. ਹੁਣ ਇਹ ਹੈ ਕਿ ਜਦੋਂ ਕਿਸੇ ਵਿਅਕਤੀ ਦਾ ਕੋਵਿਡ ਦਾ ਟੈਸਟ ਪੋਜ਼ਿਟਿਵ ਆਉਂਦਾ ਹੈ ਤਾਂ ਉਹਨੂੰ ਪੁੱਛਦੇ ਕਿ ਭਾਈ ਤੂੰ ਕਿੱਥੇ ਕਿੱਥੇ ਗਿਆ ਸੀ, ਫਿਰ ਉਹ ਦੱਸਦਾ ਹੈ। ਇਮਾਨਦਾਰੀ ਹੈ ਉਹਦੀ,
ਸਹੀ ਦੱਸੇ ਕਿ ਗਲਤ, ਉਹ ਦੱਸ ਸਕਦਾ ਕਿ ਮੈਂ ਫਲਾਨੀ ਤਰੀਕ ਨੂੰ ਇੰਨੇ ਵੱਜ ਕੇ ਇੰਨੇ ਮਿੰਟ ਤੇ ਸਕੂਲੇ ਗਿਆ ਸੀ, ਫਿਰ ਮੈਂ ਉੱਥੋਂ ਫਲਾਨੇ ਮਾਲ 'ਚ ਗਿਆ, ਉੱਥੋਂ ਅੱਗੇ ਫਿਰ ਮੈਂ ਟ੍ਰਾਂਜ਼ਿਟ ਦੀ ਬੱਸ ਲਈ ਤੇ ਫਿਰ ਅੱਗੇ ਆ ਕੇ ਸਕਾਈ ਟ੍ਰੇਨ ਫੜੀ ਤੇ ਉਸ ਤੋਂ ਬਾਅਦ ਫਿਰ ਮੈਂ ਫਲਾਨੇ ਪਾਰਕ 'ਚ ਘੁੰਮਣ ਗਿਆ ਤੇ ਵਾਪਸ ਆਇਆ। ਉਹ ਸਾਰਾ ਨੋਟ ਕਰ ਕਰਕੇ ਫਿਰ ਉੱਥੇ ਦੱਸ ਦਿੰਦੇ ਨੇ। ਅੱਗੇ ਗੱਲਬਾਤ ਜਿਹੜੀ ਉਹ ਚੱਲੀ ਜਾਂਦੀ ਹੈ, ਭੇਜ ਦਿੱਤੀ ਜਾਂਦੀ ਹੈ। ਇਹ ਜਿਹਾ ਕੁਛ ਦੱਸਿਆ ਜਾਂਦਾ, ਜਿਵੇਂ ਪਿਛਲੇ ਦਿਨੀ ਐਬਸਫੋਰਡ ਦੇ ਕਲਗੀਧਰ ਦਰਬਾਰ ਗੁਰਦੁਆਰਾ ਸਾਹਿਬ ਦਾ ਮਸਲਾ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਉੱਥੇ ਸਵੇਰੇ ਕੋਈ ਮੱਥਾ ਟੇਕ ਗਿਆ ਤੇ ਪ੍ਰਸ਼ਾਦ ਲੈ ਗਿਆ ਤੇ ਉਹਦਾ ਕੋਵਿਡ ਦਾ ਟੈਸਟ ਪੋਜ਼ਿਟਿਵ ਆਇਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਰੇ ਸੇਵਾਦਾਰਾਂ ਦੇ ਟੈਸਟ ਕਰਾਏ। ਪ੍ਰਬੰਧਕੀ ਕਮੇਟੀ ਨੇ ਆਪਣੇ ਟੈਸਟ ਕਰਵਾਏ ਤੇ ਇੱਕ ਬੁਖਾਰ ਚੈੱਕ ਕਰਨ ਵਾਲੀ ਗਨ ਲਿਆ ਕੇ ਰੱਖੀ। ਟੱਚਲੈਸ ਟੂਟੀਆਂ ਚੱਲਦੀਆਂ ਨੇ, ਪ੍ਰਸ਼ਾਦ ਦੇਣ ਵਾਲਾ ਮੂੰਹ ਬੰਨੀ ਬੈਠਾ ਹੈ ਤੇ ਚਮਚੇ ਨਾਲ, ਜਿਸ ਦਿਨ ਆਈਸਕ੍ਰੀਮ ਪਾਉਣੇ ਹੁੰਦੇ ਆ ਘਰਾਂ 'ਚ, ਉਹਦੇ ਨਾਲ ਪ੍ਰਸ਼ਾਦ ਦਿੰਦੇ ਨੇ ਤੇ ਸਿਰਫ ਦਿਨ 'ਚ 2 ਵਾਰੀ ਸਵੇਰੇ ਸ਼ਾਮ ਹੀ ਦੇਗ ਵਰਤਾਈ ਜਾਂਦੀ, ਨਹੀਂ ਤਾਂ ਫੁੱਲੀਆਂ ਪਤਾਸਿਆਂ ਦੀਆਂ ਜਿਹੜੀਆਂ ਥੈਲੀਆਂ ਭਰੀਆਂ ਪਈਆਂ ਨੇ ਆਪੇ ਆ ਕੇ ਸ਼ਰਧਾਲੂ ਚੁੱਕ ਕੇ ਲੈ ਜਾਂਦੇ ਨੇ। ਇਹ ਪ੍ਰਬੰਧਕਾਂ ਨੇ ਸਾਡੇ ਨਾਲ ਨਿੱਜੀ ਗੱਲਬਾਤ ਦੌਰਾਨ ਸਾਰਾ ਕੁਛ ਦੱਸਿਆ, ਉਹਨਾਂ ਤੋਂ ਪੁੱਛਿਆ ਮੈਂ। ਤੇ ਉਸ ਤੋਂ ਬਾਅਦ ਫਿਰ ਇੱਕ ਇੱਥੇ ਪਾਇਲ ਬਿਜ਼ਨਸ ਸੈਂਟਰ 'ਚ ਬਸੰਤ ਸਵੀਟਸ ਤੇ ਵੀ ਇੱਕ ਅਜਿਹਾ ਵਿਅਕਤੀ ਜਿਹੜਾ ਕੱਢ ਗਿਆ ਤੇ ਉਹਨਾਂ ਵੱਲੋਂ ਵੀ ਜਿਹੜੀਆਂ ਸਾਫ਼ ਸਫਾਈਆਂ ਕੀਤੀਆਂ ਗਈਆਂ ਨੇ। ਇਹ ਪਤਾ ਲੱਗਦਾ ਸੀ, ਇਸ ਤਰ੍ਹਾਂ ਦੱਸਦੇ ਸੀ ਫਰੇਜ਼ਰ ਹੈਲਥ ਦੇ ਜੇ ਅਧਿਕਾਰ ਖੇਤਰ 'ਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਵਾਪਰੀ ਹੈ ਤਾਂ ਮਹਿਕਮਾ ਫਿਰ ਅੱਗੇ ਈਮੇਲ ਭੇਜ ਦਿੰਦਾ ਸੀ, ਮੀਡੀਆ ਤੱਕ ਗੱਲ ਪਹੁੰਚ ਜਾਂਦੀ ਸੀ। ਮੀਡੀਆ ਦੇ ਰਾਹੀਂ ਫਿਰ ਲੋਕਾਂ ਤੱਕ, ਜਨਤਾ ਤੱਕ ਇਹ ਗੱਲ ਚਲੀ ਜਾਂਦੀ ਸੀ ਤੇ ਲੋਕ ਆਪਣਾ ਧਿਆਨ ਰੱਖਦੇ ਸੀ। ਹੁਣ ਇਹ ਕੰਮ ਐਪ ਕਰੇਗੀ। ਜਦੋਂ ਐਪ ਡਾਊਨਲੋਡ ਕਰ ਲਈ, ਲੋਕਾਂ ਦਾ ਜਿਹੜਾ ਇੱਕ ਫਿਕਰ ਇਹ ਹੈ ਕਿ ਕਿਧਰੇ ਇਹ ਐਪ ਤੁਹਾਡੇ ਬਾਰੇ ਹੀ ਤਾਂ ਸ਼ੰਕੇ ਨਹੀਂ ਖੜੇ ਕਰ ਦੇਗੀ ਕਿ ਤੁਹਾਡੇ ਨਾਲੋਂ, ਹੁਣ ਆਪਾਂ ਬੇਸ਼ੱਕ ਇਹ ਚੰਗੇ ਨੂੰ ਹੈ ਕਿ ਜਦੋਂ ਕੋਈ ਸਾਹਮਣੇ ਤੁਰੇ ਆਉਂਦੇ ਆ ਤਾਂ ਪਿਛਲੇ 2.5-3 ਕੁ ਮਹੀਨਿਆਂ ਤੋਂ ਦੇਖਦੇ ਆ ਕਿ ਲੋਕ ਰਸਤਾ ਛੱਡ ਦਿੰਦੇ ਨੇ। ਉਹ ਸਾਰਾ ਕੁਛ ਹੈ, ਵਾਰ-ਵਾਰ 6 ਫੁੱਟ ਦੀ ਦੂਰੀ ਬਣਾਈ ਰੱਖੋ, ਬੱਸਾਂ ਦੀਆਂ ਸੀਟਾਂ ਬੰਦ ਕੀਤੀਆਂ ਗਈਆਂ ਸੀ, ਤੁਹਾਨੂੰ ਗਰੋਸਰੀ ਸਟੋਰ ਤੇ ਜਾਣ ਵੇਲੇ 6 ਫੁੱਟ ਦੂਰ ਖੜਨਾ ਪੈਂਦਾ ਬੱਗੀ ਲੈ ਕੇ। ਤੇ ਇਸੇ ਕਰਕੇ ਜਿਹੜੀ ਜਾਗਰੂਕਤਾ ਆਈ ਆ, ਪਰ ਕੁਛ ਲੋਕ ਫੀਲ ਕਰਦੇ ਨੇ ਕਿ ਮੈਨੂੰ ਕਿਧਰੇ ਮਰੀਜ਼ ਤਾਂ ਨਹੀਂ ਸਮਝ ਜਾਂਦਾ, ਮੈਨੂੰ ਕਿਤੇ ਕਰੋਨਾ ਹੋਇਆ, ਚੰਗਾ ਭਲਾ ਤੁਰਿਆ ਆਉਂਦਾ ਸੀ, ਪਰ ਇਹਦੀ ਹੋ ਕੇ ਵਲ ਪਾ ਕੇ ਲੰਘ ਰਿਹਾ ਮੇਰੇ ਤੋਂ। ਤੇ ਇਹ ਸਮਝ ਲੈਣੀ ਚਾਹੀਦੀ ਕਿ ਸੁਰੱਖਿਆ ਦੇ ਲਈ ਇਹ ਸਾਰਾ ਕੁਛ ਕੀਤਾ ਜਾ ਰਿਹਾ। ਤੇ ਕਿਧਰੇ ਐਪ ਦੇ ਰਾਹੀਂ ਜਦੋਂ ਇਸ ਤਰ੍ਹਾਂ ਦੀ ਗੱਲਬਾਤ ਹੋਏਗੀ ਕਿ ਤੁਹਾਡੇ ਨੇੜੇ ਬੈਠਾ ਕੋਈ ਵਿਅਕਤੀ ਤੁਹਾਨੂੰ ਪਤਾ ਲੱਗੇਗਾ ਤਾਂ ਝੱਟ ਉੱਠ ਕੇ ਦੂਰ ਹੋ ਜਾਏਗਾ, ਤਾਂ ਤੁਸੀਂ ਕੀ ਮਹਿਸੂਸ ਕਰੋਗੇ। ਪਰ ਇੱਕ ਗੱਲ ਇਹਦੇ ਚੰਗੀ ਇਹ ਹੈ ਕਿ ਇਹਦੇ 'ਚ ਕਿਸੇ ਵਿਅਕਤੀ ਦਾ ਨਾਂ ਨਹੀਂ ਜ਼ਾਹਰ ਹੋਣਾ। ਇਹ ਨਹੀਂ ਕਿ ਕੋਈ ਉਹਦੀ ਸਨੈਪਸ਼ਾਟ ਲੈ ਕੇ ਤੇ ਫਿਰ ਸੋਸ਼ਲ ਮੀਡੀਆ ਤੇ ਉਹਨੂੰ ਪੋਸਟ ਕਰ ਦੇਗਾ ਕਿ ਆਹ ਫਲਾਨਾ ਬੈਠਾ ਵਿਅਕਤੀ, ਆਹ ਇਹਦਾ ਚਿਹਰਾ ਮੂਹਰਾ ਤੇ ਕੋਡ ਪੋਜ਼ਿਟਿਵ ਹੈ ਤੇ ਇਹ ਤੋਂ ਬਚ ਕੇ ਰਹੋ। ਇਹ ਸਾਰਾ ਕੁਛ ਅਗਿਆਤ ਰੱਖਿਆ ਜਾਏਗਾ। ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਜਾਂ ਉਹਦੇ ਨੇੜੇ ਤੇੜੇ ਵਿਚਰੇ ਹੋ। ਇਹ ਟੈਕਨੋਲੋਜੀ ਨੇ ਦੱਸਣਾ। ਕੋਵਿਡ ਅਲਰਟ ਤੁਹਾਨੂੰ ਖਬਰਦਾਰ ਕਰੇਗਾ। ਟੈਂਪਰੇਰੀ ਕੋਡ ਇੱਕ ਹੈਲਥ ਕੇਅਰ ਪ੍ਰੋਵਾਈਡਰ ਵੱਲੋਂ ਤੁਹਾਨੂੰ ਦਿੱਤਾ ਜਾਣਾ ਤੇ ਉਹਦੇ ਰਾਹੀਂ ਫਿਰ ਪਤਾ ਲੱਗ ਜਾਣਾ। ਤੁਸੀਂ ਉਸ ਕੋਡ ਦੇ ਰਾਹੀਂ ਜਦੋਂ ਫੀਡ ਕਰੋਗੇ ਐਪ ਦੇ ਵਿੱਚ ਜਾਣਕਾਰੀ ਕਿ COVID-19 ਦਾ ਪੋਜ਼ਿਟਿਵ ਆ ਤਾਂ ਬਾਕੀਆਂ ਨੂੰ ਇਹਦਾ ਪਤਾ ਲੱਗਦਾ ਰਹੇਗਾ। ਤੁਹਾਡੇ ਨਾਂ, ਥਾਂ, ਟਿਕਾਣੇ ਬਾਰੇ ਕਿਸੇ ਨੂੰ ਪਤਾ ਨਹੀਂ ਲੱਗੇਗਾ, ਪਰ ਇਹ ਜਾਣਕਾਰੀ ਮਿਲ ਜੇਗੀ ਕਿ ਤੁਹਾਡੇ ਇਰਦ ਗਿਰਦ ਕੋਈ ਨਾ ਕੋਈ ਅਜਿਹਾ ਵਿਚਰ ਰਿਹਾ ਜਿਹੜਾ ਕੋਵਿਡ ਤੋਂ ਪੋਜ਼ਿਟਿਵ ਪਾਇਆ ਗਿਆ। ਤੇ ਜੂਨ ਦਾ ਮਹੀਨਾ ਹੁਣ ਚੱਲ ਰਿਹਾ, 2 ਜੁਲਾਈ ਤੋਂ ਇਹ ਐਪ ਤੁਸੀਂ ਡਾਊਨਲੋਡ ਕਰ ਸਕੋਗੇ। ਆਈਫੋਨ ਜਿਨ੍ਹਾਂ ਦਾ ਸਿਸਟਮ ਲੇਟਰ ਵਰਜ਼ਨ iOS 5.0 ਹੈ ਜਾਂ ਇਸ ਤੋਂ ਬਾਅਦ ਵਾਲੇ ਨੇ, ਐਂਡਰੋਇਡ ਫੋਨ ਨੇ ਜਿਨ੍ਹਾਂ ਤੇ 6.0 ਜਾਂ ਉਸ ਤੋਂ ਬਾਅਦ ਵਾਲੇ ਨਵੇਂ ਨਕੋਰ ਫੋਨ ਨੇ, ਤੇ ਇਹ ਕੰਮ ਕਰੇਗੀ। ਪਹਿਲ ਜਿੱਧਰੋਂ ਸੂਰਜ ਚੜ੍ਹਦਾ, ਜਿੱਥੋਂ ਸੂਰਜ ਉਗਦਾ ਹੈ ਪੂਰਬ ਵਾਲੇ ਪਾਸੋਂ, ontario ਸਰਕਾਰ ਤੋਂ ਇਹ ਪਹਿਲ ਕੀਤੀ ਜਾ ਰਹੀ ਹੈ। ਤੇ ਹੁਣ ਕੁਝ ਮਿੰਟ ਪਹਿਲਾਂ ਹੀ ontario ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਇਹ ਖੁਲਾਸੇ ਕੀਤੇ ਜਾ ਰਹੇ ਨੇ ਕਿ ਕਿਵੇਂ ਉਹ ਇਸ ਨਵੀਂ ਜਿਹੜੀ ਕੰਟੈਕਟ ਟ੍ਰੇਸਿੰਗ ਐਪ ਹੈ ਉਹਨੂੰ ਕਿਵੇਂ ਲੋਕਾਂ ਤੱਕ ਡਾਊਨਲੋਡ ਕਰਨ ਦੇ ਲਈ ਉਹ ਸਾਰਾ ਕੁਝ ਦੱਸ ਰਹੇ ਨੇ ਤੇ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ। ਪਰ ਉਸ ਤੋਂ ਪਹਿਲਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੇ ਜਲਦੀ ਵਾਪਸ ਆ ਕੇ ਅੱਗੇ ਗੱਲਬਾਤ ਜਾਰੀ ਰੱਖਾਂਗੇ।
12:10 ਹੋਏ ਨੇ। ਇਹ ਜਿਹੜੀ ਕੰਟੈਕਟ ਟ੍ਰੇਸਿੰਗ ਐਪ ਅਗਲੇ ਮਹੀਨੇ ਤੋਂ ਡਾਊਨਲੋਡ ਹੋਣੀ ਸ਼ੁਰੂ ਹੋਏਗੀ। ਜੇ ਤੁਸੀਂ ਡਾਊਨਲੋਡ ਕਰੋਗੇ ਤਾਂ ਹੋਏਗੀ, ਆਪਣੇ ਆਪ ਨਹੀਂ। ਤੁਸੀਂ ਮਰਜ਼ੀ ਹੈ ਤੁਹਾਡੀ ਕਰਨੀ ਚਾਹੇ ਨਾ ਕਰਨੀ, ਕਿਸੇ ਤੇ ਕੋਈ ਪ੍ਰੈਸ਼ਰ ਨਹੀਂ ਹੋਏਗਾ। ਇਹਦੇ ਬਾਰੇ ontario ਦੀ ਸਰਕਾਰ ਨੇ ਖੁਲਾਸੇ ਕੀਤੇ ਨੇ। ontario ਦੀ ਸੂਬਾ ਸਰਕਾਰ ਵੱਲੋਂ ਅਗਲੇ ਮਹੀਨੇ ਦੇ ਸ਼ੁਰੂ 'ਚ ਇਸ ਐਪ ਦੀ ਪਰਖ ਕੀਤੀ ਜਾਣੀ ਹੈ। ਇਹ ਐਪ ਬਿਲਕੁਲ ਨਵਾਂ ਫਾਰਮੂਲਾ ਨਹੀਂ ਹੈ। ਇਸ ਤੋਂ ਪਹਿਲਾਂ ਜਰਮਨੀ ਤੇ ਜਾਪਾਨ ਦੇ ਵਿੱਚ ਇਸ ਨੂੰ ਅਪਣਾਇਆ ਜਾ ਚੁੱਕਾ ਹੈ। ਇਹ ਐਪ ਵਰਤੀ ਜਾ ਰਹੀ ਹੈ। ਅਲਬਰਟਾ ਦੀ ਇੱਕ ਆਪਣੀ ਐਪ ਹੈ, ਇਸੇ ਤਰ੍ਹਾਂ BC ਦੇ ਵਿੱਚ ਵੀ ਇੱਕ ਐਪ ਹੈ, ਪਰ ਉਹ ਐਪ ਕਿੰਨੀਆਂ ਕੁ ਸਮਰੱਥ ਨੇ। ਇਹ ਨੇਸ਼ਨ ਵਾਈਡ ਐਪ ਜਾਰੀ ਕੀਤੀ ਜਾ ਰਹੀ ਹੈ। ਇੱਕੋ ਹੀ ਐਪ ਹੋਏਗੀ ਪੂਰੇ ਕੈਨੇਡਾ ਭਰ ਦੇ ਵਿੱਚ। ਆਟਵਾ ਦੀ ਜਿਹੜੀ ਸ਼ੋਪੀਫਾਈ ਕੰਪਨੀ ਹੈ ਉਹਦੀ ਵਲੰਟੀਅਰ ਟੀਮ ਮਦਦ ਕਰੇਗੀ। ontario ਡਿਜੀਟਲ ਸਰਵਿਸ ਵੱਲੋਂ ਇੱਕ ਓਪਨ ਸੋਰਸ ਕੋਡ ਤਿਆਰ ਕੀਤਾ ਜਾਏਗਾ। ਕੋਡ ਅਲਰਟ ਇਸ ਐਪ ਰਾਹੀਂ ਆਇਆ ਕਰਨਗੇ। ਇੱਕ ਜਿਹੜੀ ਫਿਕਰਮੰਦੀ ਆਮ ਲੋਕਾਂ 'ਚ ਹੁੰਦੀ ਹੈ ਕਿ GPS ਫੋਨ ਤੁਹਾਡੇ 'ਚ ਹੁੰਦਾ, ਗੱਡੀਆਂ 'ਚ ਵੀ ਆਉਣ ਲੱਗ ਪਿਆ, ਜਿਹਦੇ ਨਾਲ ਪਤਾ ਲੱਗ ਜਾਂਦਾ ਕਿ ਗੱਡੀ ਕਿੱਥੇ ਖੜੀ ਹੈ ਜਾਂ ਤੁਸੀਂ ਕਿੱਥੇ ਤੁਰੇ ਫਿਰਦੇ ਹੋ। ਫੋਨ 'ਚ ਤੁਸੀਂ ਜੇ ਉਹ ਲੋਕੇਸ਼ਨ ਤੁਸੀਂ ਔਨ ਕੀਤੀ ਹੋਈ ਹੈ ਤਾਂ ਉਹ ਤਾਂ ਦੱਸ ਦਿੰਦੀ ਹੈ ਕਿ ਤੁਸੀਂ ਇੰਨੇ ਵੱਜ ਕੇ ਇੰਨੇ ਮਿੰਟ ਤੇ ਫਲਾਣੇ ਬੀਚ ਤੇ ਸੀ, ਫਲਾਣੇ ਮਾਲ 'ਚ ਗਏ ਘੁੰਮਣ ਫਿਰਨ ਤੇ ਵਾਪਸ ਆਏ। ਸਾਰਾ ਕੁਛ ਤੁਹਾਡੇ ਨਾਲ ਨਾਲ ਉਹ ਤੁਰਦੀ ਰਹਿੰਦੀ ਹੈ। ਇਸ ਜਿਹੜੀ ਐਪ ਦੇ ਰਾਹੀਂ ਇਹ ਤਾਂ ਪਤਾ ਲੱਗੇਗਾ ਕਿ ਤੁਹਾਡੇ ਆਲੇ ਦੁਆਲੇ ਕੋਈ ਵਿਅਕਤੀ COVID-19 ਦਾ ਪੋਜ਼ਿਟਿਵ ਪਾਇਆ ਗਿਆ, ਉਹ ਇਸ ਇਲਾਕੇ ਸੀ, ਇੰਨੇ ਵੱਜ ਕੇ ਇੰਨੇ ਮਿੰਟ ਤੇ ਸੀ, ਇੰਨੀ ਤਰੀਕ ਨੂੰ ਸੀ। ਪਰ ਤੁਹਾਡੀ GPS ਲੋਕੇਸ਼ਨ ਤੇ ਤੁਹਾਡੀ ਮੈਡੀਕਲ ਇਨਫੋਰਮੇਸ਼ਨ ਤੋਂ ਇਲਾਵਾ ਤੁਹਾਡੀ ਪਰਸਨਲ ਇਨਫੋਰਮੇਸ਼ਨ ਨਾ ਤਾਂ ਇਸ ਐਪ ਨੇ ਸਟੋਰ ਕਰਨੀ ਹੈ ਤੇ ਨਾ ਹੀ ਸ਼ੇਅਰ ਕਰਨੀ ਹੈ। ਜਿਸ ਤਰ੍ਹਾਂ ਪੇਜਰ ਤੇ ਨਹੀਂ ਸੁਨੇਹਾ ਆਉਂਦਾ ਹੁੰਦਾ ਸੀ, ਜਿਨ੍ਹਾਂ ਨੇ ਪੇਜਰ ਵਰਤਿਆ ਉਹਨਾਂ ਨੂੰ ਪਤਾ ਹੋਊਗਾ 96-97 ਦੇ ਵਿੱਚ ਕਿ ਟਰਨ ਕਰਕੇ ਉਹ ਲੱਕ ਨਾਲ ਬੱਧਾ ਹੁੰਦਾ ਸੀ ਤੇ ਉਹ ਖੜਕਣ ਲੱਗ ਪੈਂਦਾ ਸੀ, ਸੁਨੇਹਾ ਆ ਜਾਂਦਾ ਸੀ। ਉਹ ਬੜੇ ਕੋਡ ਸੀਗੇ, ਬੜੇ ਸਿੰਪਲ ਸੁਨੇਹੇ ਆਉਂਦੇ ਸੀ ਕਿ ਵੀ ਮੈਨੂੰ ਚੱਕ ਲਓ, ਛੱਡ ਲਓ, ਲੈ ਜਾਓ, ਕੰਮ ਨਿਬੜ ਗਿਆ, ਆ ਜਾਓ, ਇੱਦਾਂ ਦੇ। ਤੇ ਉਸ ਤੋਂ ਬਾਅਦ ਫਿਰ ਫੋਨ ਆ ਗਏ, ਫਿਰ ਤਾਂ ਕ੍ਰਾਂਤੀ ਆ ਗਈ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ। ਇਹ ਵੀ ਉਸੇ ਤਰ੍ਹਾਂ ਦੀ ਟੈਕਨੋਲੋਜੀ ਅਲਰਟ ਸਿਸਟਮ ਹੀ ਹੈ। ਬਲੂਟੁੱਥ ਰਾਹੀਂ ਕੋਡ ਭੇਜੇ ਜਾਣਗੇ, ਉਹੀ ਇਹ ਕੋਡ ਹਾਸਲ ਕਰ ਸਕਣਗੇ ਜਿਨ੍ਹਾਂ ਨੇ ਐਪ ਡਾਊਨਲੋਡ ਕੀਤੀ ਹੈ। ਭਾਵ ਜਿਨ੍ਹਾਂ 2 ਫੋਨ ਦੇ ਵਿੱਚ ਐਪ ਡਾਊਨਲੋਡ ਕੀਤੀ ਹੋਏਗੀ ਉਹਨਾਂ ਨੂੰ ਹੀ ਪਤਾ ਲੱਗ ਸਕੇਗਾ, ਬਾਕੀਆਂ ਨੂੰ ਕੋਈ ਪਰਵਾਹ ਨਹੀਂ। ਉਹਨਾਂ ਦੇ ਕੋਈ ਕੋਲ ਦੀ ਲੰਘਦਾ ਜਾਵੇ ਤੇ ਉਹ ਇਸ ਤੋਂ ਬੇਖਬਰ ਰਹਿਣਗੇ। ਮੈਂ ਤੁਹਾਡੀ ਰਾਏ ਜਾਣਨਾ ਚਾਹੁੰਦਾ ਜੀ। ਇਹ ਸਾਰਾ ਕੁਛ ਜੋ ਸਾਹਮਣੇ ਹੈ ਮੈਂ ਤੁਹਾਨੂੰ ਦੱਸ ਦਿੱਤਾ। ਪਤਾ ਲੱਗ ਜਾਣਾ ਚਾਹੀਦਾ ਕਿ ਕੈਨੇਡੀਅਨਜ਼ ਇਸ ਨੂੰ ਡਾਊਨਲੋਡ ਕਰਨ ਲਈ ਤਿਆਰ ਹੋਣਗੇ। ਤੁਸੀਂ ਕੀ ਸਮਝਦੇ ਹੋ ਕਿ ਇਸ ਦੇ ਨਾਲ COVID-19 ਨੂੰ ਫੈਲਣ ਤੋਂ ਰੋਕਣ ਦੇ ਵਿੱਚ ਮਦਦ ਮਿਲੇਗੀ? ਤੁਹਾਨੂੰ ਕੀ ਲੱਗ ਰਿਹਾ ਸਰਕਾਰ ਦੇ ਇਸ ਕਦਮ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਜੇ ਇਹ ਐਪ ਇੱਧਰ 2 ਤਰੀਕ ਨੂੰ ਇਸ ਤੋਂ ਜਾਂ ਮਗਰੋਂ ਕੁਝ ਦਿਨਾਂ ਬਾਅਦ ਵੀ ਆਉਂਦੀ ਹੈ, ਡਾਊਨਲੋਡ ਕਰਨ ਲਈ ਕਿਹਾ ਜਾਂਦਾ, ਤੁਸੀਂ ਚਾਹੇ COVID-19 ਦੇ ਮਰੀਜ਼ ਨਹੀਂ, ਤੁਹਾਨੂੰ ਕੋਈ ਲੱਛਣ ਦਿਖਾਈ ਨਹੀਂ ਦਿੱਤੇ, ਤੁਸੀਂ ਆਪਣੀ ਸੁਰੱਖਿਆ ਲਈ ਇਹ ਐਪ ਡਾਊਨਲੋਡ ਕਰਨ ਲਈ ਤਿਆਰ ਹੋਵੋਗੇ? ਆਪਣੇ ਫੋਨ ਦੇ ਵਿੱਚ ਅਸੀਂ ਦਰਜਨਾਂ ਐਪਸ ਡਾਊਨਲੋਡ ਕਰੀ ਫਿਰਦੇ ਹਾਂ, ਉਹਨਾਂ ਦੀ ਅਸੀਂ ਸਾਰਾ ਕੁਛ ਉਹਨਾਂ ਦੇ ਹੱਥਾਂ 'ਚ ਫੜਾ ਦਿੰਦੇ ਹਾਂ। ਜਦੋਂ ਅਸੀਂ ਕਲਿੱਕ ਕਰਕੇ ਉਹਨਾਂ ਨੂੰ ਮਨਜ਼ੂਰੀ ਦਿੰਦੇ ਹਾਂ ਕਿ ਉਹ ਤੁਹਾਡੇ ਕੰਟੈਕਟ ਤੱਕ, ਤੁਹਾਡੀਆਂ ਪਿਕਚਰਾਂ ਤੱਕ ਪਹੁੰਚ ਕਰ ਸਕਦੇ ਨੇ, ਉਹ ਤੁਸੀਂ ਉਹ ਡਾਊਨਲੋਡ ਕਰਨ ਦੇ ਲਈ ਫਿਰ ਸਾਰੇ ਉਹਨਾਂ ਨੂੰ ਹਾਮੀ ਭਰੀ ਜਾਂਦੇ ਹੋ ਤੇ ਉਹ ਫਿਰ ਉੱਥੋਂ ਤੱਕ ਉਹਨਾਂ ਦੀ ਐਕਸੈਸ ਹੋ ਜਾਂਦੀ ਹੈ। ਜੇ ਤੁਸੀਂ ਉਹਨਾਂ ਨੂੰ ਐਕਸੈਸ ਲਈ ਹਾਮੀ ਨਹੀਂ ਭਰਦੇ ਤਾਂ ਕਈ ਵਾਰੀ ਉਹ ਐਪ ਡਾਊਨਲੋਡ ਹੁੰਦੀ ਹੋਈ ਨਹੀਂ। ਇਹਦੇ ਬਾਰੇ ਤੁਹਾਡੇ ਕੀ ਖਿਆਲ ਨੇ ਕਿ ਤੁਸੀਂ ਆਪਣੀ ਨਿੱਜੀ ਸੁਰੱਖਿਆ ਨੂੰ ਪਹਿਲ ਦਿੰਦੇ ਹੋ? ਕਿਉਂਕਿ ਫੋਨ ਇਕੱਲਾ ਗੱਲਬਾਤ ਸੁਣਨ ਲਈ ਨਹੀਂ ਵਰਤਿਆ ਜਾਂਦਾ। ਬਹੁਤ ਕੁਝ ਫੋਨ ਦੇ ਵਿੱਚ ਅਜਿਹਾ ਪਿਆ ਜਿਹੜਾ ਸਿਰਫ ਤੁਹਾਨੂੰ ਹੀ ਪਤਾ ਹੁੰਦਾ ਤੇ ਤੁਸੀਂ ਚਾਹੁੰਦੇ ਹੋ ਕਿ ਉਹ ਹੋਰ ਕਿਧਰੇ ਵੀ ਉਹਦਾ ਲੀਕ ਹੋਣ ਦਾ ਖਦਸ਼ਾ ਨਾ ਹੋਵੇ। ਤੁਹਾਡੇ ਕੀ ਖਿਆਲਾਤ ਨੇ? 1-844-247-1550 ਤੇ ਤੁਸੀਂ ਫੋਨ ਕਰ ਸਕਦੇ ਹੋ। 16 ਮਿੰਟ ਹੋਏ ਨੇ ਜੀ, ਤੁਹਾਡੇ ਖਿਆਲ ਲਏ ਜਾ ਰਹੇ ਨੇ। ਲਾਈਨ ਨੰਬਰ 5 ਜਤਿੰਦਰਪਾਲ ਜੀ, ਸਵਾਗਤ ਹੈ ਤੁਹਾਡਾ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਦੇ ਵਿੱਚ ਵੀ ਇਹਨਾਂ ਨੇ ਐਪ ਇਹ ਕੀਤੀ, ਪਰ ਉੱਥੇ ਲੋਕੇਸ਼ਨ ਪਤਾ ਲੱਗਦੀ ਸੀ ਵੀ COVID-19 ਪੋਜ਼ਿਟਿਵ ਦਾ ਮਰੀਜ਼ ਆ ਜਿਹੜਾ ਤੁਹਾਡੇ ਕੋਲ ਇੰਨੀ ਦੂਰ ਆ। ਹੁਣ ਮੇਰਾ 1-2 ਸਵਾਲ ਨੇ ਇਹਦੇ ਨਾਲ ਰਿਲੇਟਡ ਕਿ ਜਿਹੜੇ COVID-19 ਪੋਜ਼ਿਟਿਵ ਹੋਣਗੇ ਉਹਨਾਂ ਨੇ ਖੁੱਲੇ ਤਾਂ ਛੱਡੇ ਨਹੀਂ ਹੋਣੇ ਜੀ,
ਤੇ ਨੰਬਰ 2 ਦੇ ਉੱਤੇ ਉਹ ਫਿਰ ਨਹੀਂ ਸਕਦੇ ਤਾਂ ਉਹ ਕਿਸੇ ਘਰ ਦੇ ਵਿੱਚ ਹੋਣਗੇ ਜਾਂ ਕੁਆਰੰਟਾਈਨ ਕੀਤੇ ਹੋਣਗੇ। ਤੇ ਕੀ ਇਹ ਉਹਨਾਂ ਨੂੰ ਜ਼ਰੂਰੀ ਆ ਜਿਹੜੇ COVID-19 ਪੋਜ਼ਿਟਿਵ ਹੋਣਗੇ ਉਹਨਾਂ ਦੇ ਕੋਲੇ ਇਹ ਡਾਊਨਲੋਡ ਕਰੀ ਹੋਣੀ ਜ਼ਰੂਰੀ ਹੈ? ਇਹਦੀ ਵੀ ਕੋਈ ਆਪਸ਼ਨ ਹੈ ਤੁਹਾਡੇ ਪਤਾ ਕੋਈ ਇਹਦੇ ਬਾਰੇ? ਨਹੀਂ, ਜ਼ਰੂਰੀ ਨਹੀਂ ਹੈ ਜੀ, ਇਹ ਵਲੰਟੀਅਰਲੀ ਡਾਊਨਲੋਡ ਕਰਨੀ ਹੋਊਗੀ ਤੁਹਾਨੂੰ, ਕੋਈ ਪ੍ਰੈਸ਼ਰ ਨਹੀਂ ਕਿਸੇ ਨੂੰ ਵੀ। ਨਹੀਂ ਉਹ ਤਾਂ ਆਪਣੇ ਲਈ ਤਾਂ ਹੋ ਗਿਆ, ਪਰ ਜਿਹੜਾ ਪੋਜ਼ਿਟਿਵ ਆ ਉਹਦੇ ਲਈ ਤਾਂ ਜ਼ਰੂਰੀ ਹੋਣੀ ਚਾਹੀਦੀ ਆ ਜੀ। ਇਹ ਫਿਰ ਇਹ ਆਪਣਾ ਇੱਕ ਰਾਏ ਹੈ ਜੀ ਵੀ ਉਹਦੇ ਲਈ ਜ਼ਰੂਰੀ ਹੋਣੀ ਚਾਹੀਦੀ, ਪਰ ਜ਼ਰੂਰੀ ਨਹੀਂ ਹੈ, ਵਲੰਟੀਅਰਲੀ ਐਪ ਹੈ ਇਹ। ਹਾਂ, ਫਿਰ ਉਹਦਾ ਕਿਵੇਂ ਇਹਨਾਂ ਨੂੰ ਲੋਕੇਸ਼ਨ ਪਤਾ ਲੱਗਦੀ ਹੋਊਗੀ ਜੀ? ਜੇ ਡਾਊਨਲੋਡ ਕੀਤੀ, ਜਿਨ੍ਹਾਂ ਨੇ ਡਾਊਨਲੋਡ ਕੀਤੀ ਐਪ ਦੋਨਾਂ ਨੂੰ ਉਹਨਾਂ ਨੂੰ ਪਤਾ ਲੱਗਣੀ ਆ ਜੀ। ਨਹੀਂ ਉਹਨੂੰ ਲੋਕੇਟ ਕਿਵੇਂ ਕਰਾਂਗੇ ਜੀ ਵੀ ਆਹ ਪੋਜ਼ਿਟਿਵ ਬੰਦਾ ਇੱਥੇ ਫਿਰ ਰਿਹਾ ਉਹਦੀ ਲੋਕੇਸ਼ਨ ਜੇ ਪੋਜ਼ਿਟਿਵ ਨੇ ਐਪ ਡਾਊਨਲੋਡ ਕੀਤੀ ਹੋਏਗੀ ਤਾਂ ਹੀ ਪਤਾ ਲੱਗੇਗਾ ਜੀ। ਜੇ ਸਿਸਟਮ ਉਹਨੇ ਡਾਊਨਲੋਡ ਕੀਤਾ ਹੋਇਆ ਫੇਰ ਹੀ ਉਹਨੇ ਸਿਗਨਲ ਛੱਡਣੇ ਆ ਨਾ। ਠੀਕ ਹੈ ਜੀ, ਥੈਂਕ ਯੂ ਜੀ, ਧੰਨਵਾਦ ਜੀ। ਇਹ ਸਵਾਲ ਇਹਨਾਂ ਦਾ ਬੜਾ ਵੀ ਜਾਂ ਤਾਂ ਇਹਦੇ 'ਚ ਇਹ ਹੋਵੇ ਕਿ ਸਾਰਿਆਂ ਨੂੰ ਹੀ ਉਹਨਾਂ ਦਾ ਜਿਹੜਾ ਪੋਜ਼ਿਟਿਵ ਉਹਨਾਂ ਨੂੰ ਹੈਲਥ ਮਹਿਕਮਾ ਹੀ ਇਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕਰੇ ਕਿ ਤੁਸੀਂ ਜਦੋਂ ਬਾਹਰ ਨਿਕਲੋਗੇ ਤਾਂ ਪਤਾ ਲੱਗੂਗਾ, ਇਸੇ ਕਰਕੇ ਟਿਕ ਕੇ ਘਰੇ ਬੈਠੋ ਤੇ ਐਪ ਡਾਊਨਲੋਡ ਕਰੋ। ਗੁਰਦੀਪ ਸਿੰਘ ਜੀ, ਸਵਾਗਤ ਹੈ ਜੀ। ਹੈਲੋ ਭਾਜੀ। ਹਾਂਜੀ ਹੈਲੋ ਜੀ। ਹਾਂਜੀ ਬਿਲਕੁਲ ਆਹੀ ਸਵਾਲ ਸੀਗਾ ਮੇਰਾ ਵੀ। ਇਹ ਬਹੁਤ ਵਧੀਆ ਸੀਗਾ, ਇਹਨੂੰ ਕੰਪਲਸਰੀ ਕਰਨਾ ਚਾਹੀਦਾ ਵੀ ਸਾਰੇ ਹੀ ਕਰਨ ਇਹਨੂੰ, ਕਿਉਂਕਿ ਏਦਾਂ ਦਾ ਫਿਰ ਪਤਾ ਹੀ ਨਹੀਂ ਲੱਗਣਾ। ਜੇ ਫਰਜ਼ ਕਰੋ ਮੈਨੂੰ ਕੋਵਿਡ ਆ, ਮੈਂ ਕੀਤੀ ਉਹ ਮੇਰਾ ਤਾਂ ਹੀ ਪਤਾ ਲੱਗੂਗਾ, ਜੇ ਮੈਨੂੰ ਨਹੀਂ ਮੈਂ ਕੀਤੀ ਡਾਊਨਲੋਡ ਫਿਰ ਥੋੜਾ ਪਤਾ ਲੱਗਣਾ। ਜਿੱਦਾਂ ਹੁਣ ਮੈਂ ਇੱਕ ਵਾਰੀ ਮੈਨੀਸੋਟਾ ਵਿੱਚ ਹੀ ਲੰਘਿਆ ਟਰੱਕ ਲੈ ਕੇ, ਜਦੋਂ ਮੁੰਡਾ ਪੁਲਿਸ ਵਾਲੇ ਨੇ ਮਾਰ ਦਿੱਤਾ ਸੀ ਤਾਂ ਸਾਰੇ ਡਿਵਾਈਸ ਆਟੋਮੈਟਿਕਲੀ ਵੱਜਣ ਲੱਗ ਪਏ ਕਿ ਕਰਫਿਊ ਆ, ਅਲਰਟ ਕਰਫਿਊ। ਜਿਆਦਾ ਏਦਾਂ ਹੋ ਜਾਵੇ ਵੀ GPS ਸਿਸਟਮ ਕਰ ਦੇਣ ਵੀ ਸਾਰਿਆਂ ਦੇ ਉੱਤੇ, ਜਿਹਨੂੰ ਹੋਵੇ ਉਹਦੇ ਕੋਲ ਜਦੋਂ ਵੀ ਪਰ ਉਹ ਫਿਰ ਉਦਾਂ ਹੀ ਵੱਜੀ ਜਾਣਾ ਵੀ ਇਹਨੂੰ ਉਹ ਆਹ ਹੋਣਾ ਚਾਹੀਦਾ। ਸਹੀ ਗੱਲ। ਹਾਂਜੀ ਬਿਲਕੁਲ, ਆਹੀ ਹੋਣਾ ਚਾਹੀਦਾ। ਤੇ ਦੂਜਾ ਇੱਕ ਹੋਰ ਭਾਜੀ ਗੱਲ ਕਰਨੀ, ਥੈਂਕ ਯੂ ਤੁਹਾਡਾ, ਸਾਡਾ ਤੁਸੀਂ ਸਵੇਰੇ ਸਮਝਾਇਆ ਜਗਮੀਤ ਸਿੰਘ ਵਾਲਾ। ਪਹਿਲਾਂ ਮੇਰਾ ਫੋਨ ਚੱਲਦਾ ਨਹੀਂ ਸੀ ਚੰਗੀ ਤਰ੍ਹਾਂ, ਮੈਂ ਸਵੇਰੇ ਗਲਤ ਹੀ ਹੋ ਗਿਆ ਕੰਮ। ਚਲੋ ਇੱਕ ਹੋਰ ਸੀਗਾ। ਧੰਨਵਾਦ ਭਾਜੀ, ਓਕੇ। 20 ਮਿੰਟ ਹੋਏ ਨੇ। ਇਹ ਐਪ ਵਲੰਟੀਅਰਲੀ ਡਾਊਨਲੋਡ ਹੋਏਗੀ, ਤੁਸੀਂ ਜੇ ਕਰਨੀ ਹੋਈ ਤਾਂ ਕਰ ਸਕੋਗੇ, ਮਰਜ਼ੀ ਹੋਗੀ ਤੁਹਾਡੀ। ਕੈਨੇਡਾ ਦੇ ਵਿੱਚ ਕੋਈ ਜ਼ਬਰਦਸਤੀ ਨਹੀਂ ਥੋਪਿਆ ਜਾਂਦਾ, ਹੋਰ ਬਹੁਤ ਸਾਰੇ ਮੁਲਕਾਂ 'ਚ। ਹੁਣ ਉਹਦਾ ਤਰਕ ਵੀ ਦਿੰਦੇ ਨੇ ਕੁਛ ਲੋਕ ਕਿ ਉੱਥੇ ਜੇ ਲੋਕਾਂ ਨੂੰ ਜ਼ਬਰਦਸਤੀ ਨਾ ਥੋਪਿਆ ਜਾਵੇ ਗੱਲ ਤਾਂ ਫਿਰ ਉਹ ਮੰਨਦੇ ਵੀ ਨਹੀਂ, ਕਿ ਉਹਨਾਂ ਨੂੰ ਉਸੇ ਭਾਸ਼ਾ 'ਚ ਹੀ ਸਮਝਾਉਣਾ ਪੈਂਦਾ, ਨਹੀਂ ਆਪਣੇ ਆਪ ਲੋਕ ਇੱਥੇ ਅਜਿਹਾ ਕੁਛ ਕਰਦੇ ਆ। ਸੋ ਇਹ ਗੱਲ ਸਾਡੇ ਹੱਕ 'ਚ ਜਾਂਦੀ ਹੈ। ਬਾਕੀ ਮੁਲਕਾਂ ਦੇ ਕੁਛ ਮੁਲਕਾਂ ਦੇ ਮੁਕਾਬਲੇ ਅਸੀਂ ਮੰਨ ਲੈਂਦੇ ਹਾਂ। ਸਾਡਾ ਕੋਈ ਸਿਹਤ ਅਧਿਕਾਰੀ ਕਹਿ ਰਿਹਾ, ਅਸੀਂ ਤਾਂ ਮੰਨਣਾ ਹੀ ਮੰਨਣਾ, ਸਾਡੇ ਤਾਂ ਲੀਡਰ ਗੱਲਾਂ ਮੰਨੀ ਜਾਂਦੇ ਨੇ, ਆਗੂ ਉਹਨਾਂ ਦੇ ਪਿਛਲੱਗ ਹੋਏ ਸਾਰਾ ਕੁਛ, ਜਿਵੇਂ ਉਹ ਕਹਿ ਰਹੇ ਨੇ ਕਿ ਹੁਣ ਇੰਨਾ ਆਹ ਕੁਛ ਖੋਲ ਦਿਓ, ਹੁਣ ਆਹ ਬੰਦ ਕਰ ਦਿਓ, ਇੱਥੇ ਹੁਣ ਇਹਨੂੰ ਆਪਾਂ ਇਕੋਨਮੀ ਨੂੰ ਖੋਲ੍ਹਣ ਦੀਆਂ ਤਿਆਰੀਆਂ ਹੋ ਰਹੀਆਂ ਨੇ। BC ਹੁਣ ਤੀਜੇ ਪੜਾਅ ਵੱਲ ਵੱਧ ਰਿਹਾ, ਇਸ ਵੇਲੇ ਦੂਜਾ ਫੇਜ਼ ਚੱਲ ਰਿਹਾ। ਅਗਲੇ ਹਫ਼ਤੇ ਕੁਛ ਹੋਰ ਜਿਹੜੀਆਂ ਪਾਬੰਦੀਆਂ ਨੇ ਉਹਨਾਂ 'ਚ ਢਿੱਲ ਦਿੱਤੀ ਜਾਏਗੀ। ਤੇ BC ਦੇ ਵਿੱਚ ਕਿਉਂਕਿ ਟੂਰਿਜ਼ਮ ਇੰਡਸਟਰੀ ਤੇ ਬਹੁਤ ਮੁਤਅਸਰ ਕਰਦਾ ਹੈ, ਅਜੇ ਤੱਕ ਬਾਹਰੋਂ ਸੈਲਾਨੀ ਨਹੀਂ ਆਉਣ ਦਿੱਤੇ ਜਾ ਰਹੇ, ਤੇ ਹੋ ਸਕਦਾ ਹੈ ਕਿ ਅਗਲੇ ਹਫ਼ਤੇ ਜਾਂ ਉਸ ਤੋਂ ਪਹਿਲਾਂ ਬਾਕੀ ਦੇ ਜਿਹੜੇ ਸੂਬੇ ਨੇ ਕੈਨੇਡਾ ਦੇ, ਉੱਥੋਂ ਆਉਣ ਵਾਲਿਆਂ ਨੂੰ ਉਤਸ਼ਾਹ ਦਿੱਤਾ ਜਾਏ। ਅਜੇ ਤੱਕ ਤਾਂ ਇਹ ਕਿਹਾ ਗਿਆ ਨਾ, ਪਿਛਲੇ ਦਿਨਾਂ ਦੇ ਵਿੱਚ ਆਪਾਂ ਇਹੀ ਸੁਣਿਆ ਕਿ ਛੋਟੇ ਛੋਟੇ ਸ਼ਹਿਰਾਂ, ਕਸਬਿਆਂ, ਪਿੰਡਾਂ ਵੱਲ ਨਾ ਜਾਇਆ ਜਾਏ, ਦਿਹਾਤੀ ਇਲਾਕਿਆਂ ਤੋਂ ਦੂਰ ਰਹੋ। ਵੱਡੇ ਸ਼ਹਿਰਾਂ 'ਚ ਜਿੱਥੇ ਦੀ ਲਾਗ ਫੈਲੀ ਹੈ ਉੱਥੇ ਤੱਕ ਹੀ ਸੀਮਤ ਰਵੇ, ਤੇ ਉਹ ਪਿੰਡ, ਸ਼ਹਿਰ, ਨਗਰ ਜਿਹੜੇ ਛੋਟੇ ਨੇ, ਦੂਰ ਦਰਾਜ ਦੇ ਇਲਾਕੇ ਨੇ, ਉਧਰੇ ਨਾ ਕਿਤੇ ਜਾ ਕੇ ਫੈਲ ਜਾਏ। ਪਰ ਲੋਕ ਉਹ ਥਾਵਾਂ ਦੇਖਣਾ ਚਾਹੁੰਦੇ ਨੇ, ਅਜਿਹੀਆਂ ਢਿੱਲਾਂ ਦਿੱਤੀਆਂ ਜਾ ਸਕਦੀਆਂ ਨੇ। ਇਸ਼ਵਿੰਦਰ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਦੁਬਾਰਾ ਤੁਸੀਂ ਕਾਲ ਕਰ ਸਕਦੇ ਹੋ ਜੀ। ਆਪਾਂ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਜਲਦੀ ਵਾਪਸ ਆ ਕੇ ਗੱਲਬਾਤ ਅੱਗੇ ਜਾਰੀ ਰੱਖਾਂਗੇ। 12:25 ਹੋਏ ਨੇ। ਪ੍ਰੋਗਰਾਮ ਲੋਕ ਸਾਥ ਤੁਸੀਂ ਸੁਣ ਰਹੇ ਹੋ। ਲਾਈਨਾਂ ਖੁੱਲੀਆਂ ਹੋਈਆਂ ਨੇ ਜੀ। COVID-19 ਟ੍ਰੇਸਿੰਗ ਐਪ ਬਾਰੇ ਗੱਲਬਾਤ ਚੱਲ ਰਹੀ ਹੈ। ਪ੍ਰੀਮੀਅਰ ਡਗ ਫੋਰਡ ਕਹਿ ਰਹੇ ਨੇ ਕਿ ਇਹ ਐਪ ਡਾਊਨਲੋਡ ਕਰਨੀ ਚਾਹੀਦੀ ਹੈ, ਇਹ ਸਾਨੂੰ ਬਚਾਏਗੀ, ਸਾਡੇ ਪਰਿਵਾਰਾਂ ਨੂੰ ਬਚਾਏਗੀ, ਇਸ ਕਰਕੇ ਇਹ ਐਪ ਡਾਊਨਲੋਡ ਕੀਤੀ ਜਾਏ। ਹੁਣੇ ਕੁਝ ਮਿੰਟ ਪਹਿਲਾਂ ਹੀ ਉਹ ਪ੍ਰੈਸ ਦੇ ਨਾਲ ਗੱਲਬਾਤ ਕਰ ਰਹੇ ਸਨ, ਤੇ ਸਾਡੇ ਨਾਲ ਗੱਲਬਾਤ ਵਿੱਚ ਸ਼ਾਮਲ ਨੇ ਰਜਿੰਦਰ ਸਿੰਘ ਜੀ। ਹਾਂਜੀ
ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਤੁਸੀਂ ਬਹੁਤ ਵਧੀਆ ਜਿਹੜਾ ਵਿਸ਼ਾ ਲੈ ਕੇ ਆਏ ਆ ਨਾ ਜੀ। ਦੇਖੋ ਜਿਹੜਾ COVID-19 ਬਿਮਾਰੀ ਮਹਾਮਾਰੀ ਜੀ ਬਹੁਤ ਭੈੜੀ ਹੈ, ਜੋ ਕੁਛ ਵੀ ਬਹੁਤ ਕੁਛ ਇਹਦੇ ਬਾਰੇ ਕਿਹਾ ਗਿਆ ਹੈ। ਹੁਣ ਇਹਦੇ ਬਾਰੇ ਜਿੰਨਾ ਵੀ ਪ੍ਰੋਫੈਸ਼ਨਲ ਨੇ, ਸਿਆਣਿਆਂ ਨੇ, ਡਾਕਟਰਾਂ ਨੇ ਸਾਨੂੰ ਹਦਾਇਤਾਂ ਦਿੱਤੀਆਂ ਹੈ, 2 ਮੀਟਰ ਵਾਲੀ ਦਿੱਤੀ ਹੈ, ਹੱਥ ਧੋਣ ਵਾਲੀ ਦਿੱਤੀ ਹੈ, ਤੇ ਸਾਰੀਆਂ ਗੱਲਾਂ ਸਾਨੂੰ ਤੇ ਸਾਰਿਆਂ ਨੂੰ ਬਚਾਉਣ ਵਾਸਤੇ ਹੀ ਕੀਤੀਆਂ ਹੈਗੀਆਂ। ਤੇ ਇਹਦੀ ਜਿਹੜੀ ਡਿਵਾਈਸ ਹੈ ਇਹ ਵੀ ਮੈਨੂੰ ਇਹ ਲੱਗਦਾ ਇੱਕ ਤਾਂ ਜੇ ਆਪਦੇ ਆਪ ਨੂੰ ਨਹੀਂ ਬਚਾਉਣ ਵਾਸਤੇ, ਨਹੀਂ ਤਾਂ ਦੂਜਿਆਂ ਨੂੰ ਬਚਾਉਣ ਵਾਸਤੇ ਵੀ ਹੈ, ਤੇ ਟੋਟਲਿਟੀ ਜਿਹੜੀ ਹੈ ਉਹਦੇ ਨੂੰ ਫੈਲਣ ਵਾਸਤੇ, ਰੋਕਣ ਵਾਸਤੇ ਬਹੁਤ ਵਧੀਆ ਤਰੀਕਾ ਹੈਗਾ। ਹੋਰ ਕੋਈ ਤੇ ਮੈਂ ਵੀ ਇਹਦੇ ਬਹੁਤ ਸੁਣ ਕੇ ਮੈਨੂੰ ਤੁਸੀਂ ਹੱਕ ਚ ਹੋ ਜੀ। ਠੀਕ ਹੈ ਜੀ, ਥੈਂਕ ਯੂ ਜੀ, ਧੰਨਵਾਦ ਤੁਹਾਡਾ। ਤੇ ਪ੍ਰਭਜੋਤਪਾਲ ਸਿੰਘ ਜੀ, ਤੁਹਾਡਾ ਕੀ ਕਹਿਣਾ ਜੀ? ਮਿਹਰਬਾਨੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ ਸਿੰਘ, ਵਾਹਿਗੁਰੂ ਜੀ ਕੀ ਫਤਿਹ। ਦੂਜਾ ਕਿੰਨਾ ਆਪਣੇ ਬਰਾੜ ਸਾਹਿਬ ਆਉਂਦੇ ਹੁੰਦੇ ਸੀ ਰੇਡੀਓ ਤੇ, ਤਾਂ ਬਾਰ-ਬਾਰ ਉਹ ਕਹਿੰਦੇ ਹੁੰਦੇ ਸੀ ਕਿ ਜਿਹੜਾ ਕੋਈ ਬਿਮਾਰ ਆ ਉਹ ਕੁਆਰੰਟੀਨ 'ਚ ਉਹਨੂੰ ਰਹਿਣਾ ਚਾਹੀਦਾ ਆ। ਉਹੀ ਜਿਹੜਾ ਢੰਗ ਸਹੀ ਹੈਗਾ ਆ। ਜਿਹੜਾ ਇਹੋ ਇਹ ਐਪ ਡਾਊਨਲੋਡ ਕਰਕੇ ਤੇ ਪਬਲਿਕਲੀ ਫਿਰ ਉਹ ਇਹ ਗਲਤ ਆ। ਜਿਹੜਾ ਵੈਸੇ ਵੀ ਜਿੱਦਾਂ ਉਹ ਭਾਵਾਂ ਦੀ ਉਹ ਕਹਿੰਦੇ ਆ ਵੀ ਇਹੋ ਜਿੱਦਾਂ ਵੀ ਇਹੋ ਇਨਫੋਰਮੇਸ਼ਨ ਨਹੀਂ ਸ਼ੇਅਰ ਹੋਣੀ, ਪਰ ਇਹੋ ਜਿਹੜੀ ਆ ਇਨਵੇਜਨ ਆਫ ਪ੍ਰਾਈਵੇਸੀ ਹੈਗੀ ਆ ਲੋਕਾਂ ਦੀ। ਇੱਕ ਤਰ੍ਹਾਂ ਨਾਲ ਲੋਕਾਂ ਨੂੰ ਡਰਾ ਕੇ ਤਾਂ ਸਰਕਾਰ ਜਿਹੜਾ ਆ ਉਹਨਾਂ ਦੀ ਜਿਹੜੀ ਆ ਪ੍ਰਾਈਵੇਸੀ ਆ ਉਹਨੂੰ ਇਨਵੇਡ ਕਰ ਰਹੀ ਆ। ਇਹ ਗਲਤ ਗੱਲ ਆ, ਮੈਂ ਇੰਨਾ ਸਹਿਮਤ ਨਹੀਂ ਹੈਗਾ। ਥੈਂਕ ਯੂ ਜੀ, ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਦੇਖੋ ਅਜੇ ਤੱਕ ਸਰਕਾਰ ਇਹੀ ਕਹਿ ਰਹੀ ਹੈ, ਜਿਸ ਤਰ੍ਹਾਂ ਦੇ ਸਾਈਨ ਦਿਖਾਏ ਜਾ ਰਹੇ ਨੇ ਕਿ ਫੋਨ ਦੇ ਉੱਪਰ ਜਿਸ ਤਰ੍ਹਾਂ ਦੇ ਸੁਨੇਹੇ ਆਉਣਗੇ ਉਹਦੇ 'ਚ ਕਿ ਸਟਾਪ ਸਾਈਨ, ਜਿਸ ਤਰ੍ਹਾਂ ਆਪਾਂ ਹੱਥ ਦਾ ਨਿਸ਼ਾਨ ਦੇਖਦੇ ਹਾਂ ਖਬਰਦਾਰ ਕਰਦਾ, ਤੇ ਉਹਦੇ 'ਤੇ ਇਹ ਲਿਖਿਆ ਕਿ ਤੁਸੀਂ ਸੰਭਾਵੀ ਤੌਰ 'ਤੇ COVID-19 ਦੇ ਮਰੀਜ਼ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ ਤੇ ਆਪਣਾ ਟੈਸਟ ਤੁਸੀਂ ਜਾ ਕੇ ਕਰਵਾਓ। ਕੋਈ ਨਾਮ ਨਹੀਂ ਜਾਏਗਾ ਨਾਲ, ਕੋਈ ਤਸਵੀਰ ਨਹੀਂ ਜਾਏਗੀ ਤੇ ਕੋਈ ਤੁਹਾਡੀ ਨਿੱਜੀ ਜਾਣਕਾਰੀ ਨਹੀਂ ਜਾਏਗੀ। ਇਹਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਪ੍ਰੀਮੀਅਰ ਡਾਗ ਫੂਡ ਨੇ ਵੀ ਹੁਣੇ ਕੁਝ ਮਿੰਟ ਪਹਿਲਾਂ ਇਹੀ ਕਿਹਾ ਕਿ ਸਾਡੀ ਟੌਪ ਪ੍ਰਾਇਓਰਟੀ ਹੈ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣਾ। ਓਨਟਾਰੀਓ ਦੇ ਵਿੱਚ 173 ਹੋਰ ਨਵੇਂ ਕੇਸ ਆ ਗਏ ਨੇ, ਅੱਜ ਦੀ ਖਬਰ ਹੈ। 85% ਕੇਸ ਜਿਹੜੇ ਹੁਣ ਰਿਜ਼ੋਲਵ ਹੋ ਚੁੱਕੇ ਨੇ ਤੇ ਲਗਾਤਾਰ 5ਵੇਂ ਦਿਨ ਨਵੇਂ ਕੇਸਾਂ ਦੀ ਜਿਹੜੀ ਗਿਣਤੀ ਆ ਉਹ 200 ਤੋਂ ਹੇਠਾਂ ਰਹੀ ਹੈ। ਪਹਿਲਾਂ 200 ਤੋਂ ਵੀ ਜ਼ਿਆਦਾ ਕੇਸ ਸਾਹਮਣੇ ਆ ਰਹੇ ਸਨ। ਕਈ ਥਾਵਾਂ ਤੇ ਸੂਬੇ ਦੇ ਵਿੱਚ ਇਹ ਕੇਸ ਸਾਹਮਣੇ ਆ ਰਹੇ ਨੇ। 2360 ਐਕਟਿਵ ਕੇਸ ਨੇ ਇਸ ਵੇਲੇ ਓਨਟਾਰੀਓ ਦੇ ਵਿੱਚ। BC ਨੇ ਬਹੁਤ ਹੱਦ ਤੱਕ ਕਾਬੂ ਪਾ ਲਿਆ। ਫਲੈਟਨ ਦਾ ਕਰਵ ਜਿਹੜੇ ਕਹਿੰਦੇ ਸੀ ਤੇ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਯਤਨ ਕੀਤੇ ਗਏ ਨੇ। ਰੇਡੀਓ KRPI 1550 AM ਤੁਸੀਂ ਸੁਣ ਰਹੇ ਹੋ। ਪ੍ਰੋਗਰਾਮ ਲੋਕ ਸੱਥ ਪ੍ਰਸਾਰਿਤ ਹੋ ਰਿਹਾ। ਹੁਣ ਆਪਾਂ ਕੁਝ ਮਿੰਟਾਂ ਬਾਅਦ ਇੱਕ ਹੋਰ ਵਿਸ਼ੇ ਤੇ ਵੀ ਗੱਲਬਾਤ ਕਰਨੀ ਹੈ, ਪਰ ਉਸ ਤੋਂ ਪਹਿਲਾਂ ਕੈਨੇਡੀਅਨ ਵਿਸ਼ਾ ਹੀ ਇੱਕ ਹੋਰ ਬੜਾ ਦਿਲਚਸਪ ਹੈ। ਲੋਕ ਬਹੁਤ ਮਿਹਨਤ ਕਰਦੇ ਨੇ, ਕੈਨੇਡਾ ਦੇ ਵਿੱਚ ਆਉਣ ਲਈ ਤਤਪਰ ਰਹਿੰਦੇ ਨੇ। ਉਹਨਾਂ ਨੂੰ ਇਹ ਲੱਗਦਾ ਕਿ ਕੈਨੇਡਾ ਆ ਕੇ ਧਨ ਦੌਲਤ ਇਕੱਠੀ ਕਰ ਲਾਂਗੇ ਤੇ ਅਸੀਂ ਆਪਣੇ ਆਪ ਨੂੰ ਕਈ ਵਾਰੀ ਜੇ ਵੱਡਾ ਘਰ ਲੈ ਲਈਏ ਤੇ 3-4 ਵੱਡੀਆਂ ਮਹਿੰਗੀਆਂ ਗੱਡੀਆਂ ਲੈ ਲਈਏ ਤੇ ਖੁਦ ਨੂੰ ਅਮੀਰ ਸਮਝਣ ਲੱਗ ਪੈਂਦੇ ਆ। ਹੁਣ ਅਮੀਰੀ ਦੀ ਪਰਿਭਾਸ਼ਾ ਹਰ ਇੱਕ ਲਈ ਵੱਖੋ ਵੱਖਰੀ ਹੋ ਸਕਦੀ ਹੈ। ਅਮੀਰੀ ਦਿਲ ਦੀ ਵੀ ਹੁੰਦੀ ਹੈ, ਇਰਾਦਿਆਂ ਦੀ ਅਮੀਰੀ ਹੁੰਦੀ ਹੈ, ਤੇ ਗਰੀਬ ਬੰਦਾ ਵਿਚਾਰਾ ਵੱਖੋਂ ਵੀ ਗਰੀਬ ਹੋ ਸਕਦਾ। ਦੌਲਤਮੰਦਾਂ ਦੀ ਗੱਲ ਜੇ ਕਰੀਏ ਤਾਂ ਕੈਨੇਡਾ ਦੇ ਵੱਡੇ ਧਨ ਕੁਬੇਰ ਧਨਾੜ ਇਸ ਮੁਲਕ ਦੀ GDP ਨਾਲੋਂ ਵੀ ਵੱਧ ਧਨ ਇਕੱਠਾ ਕਰੀ ਬੈਠੇ ਨੇ। ਸਿਖਰਲੇ 1% ਧਨਾੜ ਲੋਕਾਂ ਨੇ 25% ਤੋਂ ਵਧੇਰੇ ਦੌਲਤ ਉੱਪਰ ਕਬਜ਼ਾ ਕੀਤਾ ਹੋਇਆ। ਇਹ ਫੈਡਰਲ ਸਰਕਾਰ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ। ਕੈਨੇਡਾ ਦੀ ਟੌਪ 1% ਫੈਮਲੀਜ਼ ਨੇ ਜਿਹੜੇ 1% ਪਰਿਵਾਰ ਨੇ ਤਕਰੀਬਨ 25.6% ਦੌਲਤ ਇਕੱਠੀ ਕਰੀ ਬੈਠੇ ਨੇ। ਦੌਲਤ ਦੇ ਢੇਰ ਤੇ ਗਲਬਾ ਪਾਈ ਬੈਠੇ ਨੇ ਤੇ ਇਹ ਦੌਲਤ ਦਾ ਢੇਰ ਮਿਲੀਅਨ ਨਹੀਂ, ਬਿਲੀਅਨ ਨਹੀਂ, ਬਲਕਿ ਟ੍ਰਿਲੀਅਨ ਬਣਦਾ। 3 ਟ੍ਰਿਲੀਅਨ ਬਣਦਾ। ਇਹ ਪਾਰਲੀਮੈਂਟ ਬਜਟ ਅਫਸਰ ਦੇ ਦਫ਼ਤਰ ਵੱਲੋਂ ਇਹ ਰਿਪੋਰਟ ਸਾਹਮਣੇ ਲਿਆਂਦੀ ਗਈ ਹੈ ਤੇ ਅੰਦਾਜ਼ੇ ਨਾਲੋਂ 13.7% ਵਧੇਰੇ ਬਣਦੇ ਆ ਇਹ ਅੰਕੜੇ। ਉਹਨਾਂ ਨੂੰ ਇੰਨਾ ਅੰਦਾਜ਼ਾ ਹੀ ਨਹੀਂ ਸੀ ਕਿ ਟੌਪ ਦੇ ਜਿਹੜੇ 1% ਨੇ ਉਹਨਾਂ ਕੋਲੇ 25% ਤੋਂ ਵਧੇਰੇ ਦੌਲਤ ਹੋਏਗੀ। ਉਹਨਾਂ ਦੇ ਅੰਦਾਜ਼ੇ ਵੀ ਗਲਤ ਨਿਕਲੇ ਨੇ।
ਜੇਕਰ ਇਹ 1% ਪਰਿਵਾਰ ਆਪਣੀਆਂ ਸਾਰੀਆਂ ਦੇਣਦਾਰੀਆਂ ਉਤਾਰ ਦੇਣ, ਜੋ ਵੀ ਕੁਛ ਉਹਨਾਂ ਨੇ ਕਰਜ਼ਾ ਵਗੈਰਾ ਕੋਈ ਦੇਣਾ, ਲਾਇਬਿਲਿਟੀਜ਼ ਨੇ ਉਹਨਾਂ ਸਿਰ, ਤੇ ਆਪਣੇ ਸਾਰੇ ਅਸਾਸਿਆਂ ਦਾ ਮੁੱਲ ਪਾਉਣ, ਜਿਹੜੇ ਉਹਨਾਂ ਕੋਲ ਰੀਅਲ ਸਟੇਟ 'ਚ ਜਾਇਦਾਦ ਹੈ ਜਾਂ ਕੋਈ ਹੋਰ ਹੈ, ਤਾਂ ਇਹ ਰਕਮ $11.7 ਟ੍ਰਿਲੀਅਨ ਬਣ ਜਾਂਦੀ ਹੈ। $11.7 ਟ੍ਰਿਲੀਅਨ ਦਾ ਜਿਹੜਾ ਹਿੱਸਾ ਹੈ, ਇਹ ਕੋਈ ਛੋਟਾ ਹਿੱਸਾ ਨਹੀਂ ਹੈ। ਇਹ ਹਿੱਸਾ ਕੈਨੇਡਾ ਦੀ ਸਾਲਾਨਾ GDP ਨਾਲੋਂ ਤਕਰੀਬਨ 5 ਗੁਣਾ ਵਧੇਰੇ ਬਣਦਾ। ਇਹ ਸਿਫਰਾਂ ਵਾਲਾ ਹਿੱਸਾ 11.7 ਟ੍ਰਿਲੀਅਨ ਦਾ ਕੈਨੇਡਾ ਦੀ ਐਨੂਅਲ GDP ਨਾਲੋਂ 5 ਗੁਣਾ ਜ਼ਿਆਦਾ ਹੈ। ਹੈਰਾਨੀ ਨਹੀਂ ਹੋਣੀ ਚਾਹੀਦੀ, ਮਾਹਰ ਅੰਦਾਜ਼ੇ ਲਗਾ ਰਹੇ ਨੇ ਕਿ ਇਹ ਨੰਬਰ ਘਟਨੇ ਨੇ, ਹੋਰ ਵਧਣੇ ਆ। ਕੈਨੇਡਾ ਦੇ ਸਭ ਤੋਂ ਧਨਾੜ ਵਿਅਕਤੀ ਨੂੰ ਆਪਣੀ ਜਿਹੜੀ ਆਮਦਨ ਦਾ ਉਹਨੇ ਖੁਲਾਸਾ ਕੀਤਾ ਹੈ, ਖੁਦ ਡਿਕਲੇਅਰ ਕੀਤੀ ਹੈ, ਉਹ $27 ਮਿਲੀਅਨ ਬਣਦੀ ਹੈ। $27 ਮਿਲੀਅਨ। ਤੇ ਜਿਹੜੇ ਅਸਾਸੇ ਕਿਤੇ ਕੋਈ ਆਫਸ਼ੋਰ ਅਕਾਊਂਟਸ ਜਾਂ ਹੋਰ ਕਿਤੇ ਪਏ ਨੇ, ਨਕਦੀ ਕਿਤੇ ਤਹਿਖਾਨਾ 'ਚ ਲੁਕੋਈ ਬੈਠੇ ਨੇ, ਇਹ ਤਾਂ ਡਿਕਲੇਅਰ ਕੀਤੇ ਜਿਹੜੇ ਆਮਦਨ ਦੇ ਖੁਲਾਸੇ ਨੇ ਤੇ ਸਾਹਮਣੇ ਆ ਗਏ ਨੇ। ਉਹਦੇ 'ਚ ਵੀ ਤੁਸੀਂ ਦੇਖੋ ਕਿ 1% ਲੋਕ 25% ਦੌਲਤ ਤੇ ਕਬਜ਼ਾ ਜਮਾਈ ਬੈਠੇ ਹੋਣ। ਪਿਛਲੇ ਸਾਲ NDP ਨੇ ਸਤੰਬਰ ਮਹੀਨੇ $20 ਮਿਲੀਅਨ ਤੋਂ ਵੱਧ ਕਮਾਈ ਕਰਨ ਵਾਲਿਆਂ ਉੱਪਰ ਜਾਂ ਜਾਇਦਾਦ ਜਿਨ੍ਹਾਂ ਕੋਲ $20 ਮਿਲੀਅਨ ਤੋਂ ਜ਼ਿਆਦਾ ਹੈ, ਉਹਨਾਂ ਉੱਪਰ ਸਾਲਾਨਾ 1% ਵੈਲਥ ਟੈਕਸ ਲਾਉਣ ਦਾ ਸੁਝਾਅ ਦਿੱਤਾ ਸੀ ਕਿ ਧਨੀ ਲੋਕਾਂ ਉੱਪਰ ਟੈਕਸ ਲਾਓ। ਉਹਨਾਂ ਨੇ ਜਿਹੜੀ ਤਜਵੀਜ਼ ਪੇਸ਼ ਕੀਤੀ ਸੀ, ਇਹ ਸੁਝਾਅ ਦਿੱਤਾ ਸੀ NDP ਨੇ, ਨਾਲ ਇਹ ਵੀ ਦਾਅਵਾ ਕੀਤਾ ਸੀ ਕਿ ਜੇ ਤੁਸੀਂ ਸਿਰਫ 1% ਵੈਲਥ ਟੈਕਸ ਲਾਓਗੇ ਧਨੀ ਲੋਕਾਂ ਉੱਪਰ, ਤਾਂ ਅਗਲੇ 10 ਸਾਲਾਂ 'ਚ ਪਤਾ ਕਿੰਨੀ ਰਕਮ ਇਕੱਠੀ ਹੋ ਜਾਣੀ ਹੈ? $70 ਬਿਲੀਅਨ। $70 ਬਿਲੀਅਨ ਕੈਨੇਡਾ ਦੇ ਖਜ਼ਾਨੇ 'ਚ ਜਮ੍ਹਾਂ ਹੋ ਸਕਦਾ ਹੈ ਅਗਲੇ 10 ਸਾਲਾਂ 'ਚ ਧਨੀ ਲੋਕਾਂ ਤੇ 1% ਟੈਕਸ ਲਾਉਣ ਨਾਲ ਹੀ। ਇਹ ਟੈਕਸ ਇਨਕਮ ਟੈਕਸ ਤੇ ਨਹੀਂ ਲੱਗਣਾ, ਇਨਕਮ ਤੇ ਨਹੀਂ ਲੱਗਣਾ ਜਿਵੇਂ ਇਨਕਮ ਟੈਕਸ ਆਪਾਂ ਨੂੰ ਦੇਣਾ ਪੈਂਦਾ, ਸਗੋਂ ਸਾਰੇ ਅਸਾਸਿਆਂ ਤੇ ਲੱਗਣਾ। ਇਹ ਤਜਵੀਜ਼ ਸੀ। ਇਹ ਜ਼ਿਆਦਾ ਧਨੀ ਲੋਕ ਜਿਹੜੇ ਜਿਨ੍ਹਾਂ ਕੋਲ ਜ਼ਿਆਦਾ ਅਸਾਸੇ ਨਹੀਂ, ਕਿਤੇ ਡਰ ਨਾ ਜਾਣ, ਜਿਨ੍ਹਾਂ ਕੋਲ ਬਹੁਤ ਜ਼ਿਆਦਾ ਅਸਲ 'ਚ ਆਪਾਂ ਤਾਂ ਚਲੋ ਅਮੀਰੀ ਕਹਿੰਦੇ ਦਿਲ ਦੀ ਹੋਣੀ ਚਾਹੀਦੀ ਹੈ, ਧਨ ਤਾਂ ਆਉਂਦਾ ਜਾਂਦਾ ਰਹਿੰਦਾ, ਦੌਲਤ ਗੁਜ਼ਰਾਨ ਤੇ ਗੁਜ਼ਾਰਾ ਕਰਨ ਲਈ ਹੋਣੀ ਚਾਹੀਦੀ ਹੈ, ਦੌਲਤ ਨਾਲ ਨਹੀਂ ਜਾਂਦੀ ਬੰਦੇ ਦੇ। ਅਮੀਰ ਤੇ ਗਰੀਬ ਦਾ ਪਾੜਾ ਘੱਟ ਕਰਨ ਦੇ ਲਈ ਕੈਨੇਡਾ ਦੀ ਸਰਕਾਰ ਨੂੰ ਜ਼ਰੂਰ ਕੁਝ ਸੋਚਣਾ ਪਏਗਾ। ਇਹ ਪਾੜਾ ਵੱਧਦਾ ਜਾ ਰਿਹਾ ਹੈ, ਇਹਨੂੰ ਕੋਈ ਕਿਵੇਂ ਜਸਟੀਫਾਈ ਕਰੇਗਾ ਕਿ ਸਿਰਫ 1% ਲੋਕ 25% ਜਾਇਦਾਦ ਤੇ ਕਬਜ਼ਾ ਕਰੀ ਬੈਠੇ ਰਹਿਣ? ਇਹ ਧਨ ਦੌਲਤ ਕਿਸੇ ਨੇ ਨਾਲ ਤਾਂ ਲੈ ਨਹੀਂ ਜਾਣੀ, 1% ਨੇ ਤੁਰ ਜਾਣਾ। ਆਉਣ ਵਾਲੀਆਂ 7-8 ਪੁਸ਼ਤਾਂ ਲਈ ਕਈਆਂ ਨੇ ਜਾਇਦਾਦਾਂ ਖਜ਼ਾਨੇ ਛੱਡ ਜਾਣੇ ਆ। ਤੁਹਾਨੂੰ ਨਹੀਂ ਲੱਗਦਾ ਕਿ ਨਾ ਬਰਾਬਰੀ ਹੈ, ਨਾ ਇਨਸਾਫੀ ਹੈ? ਧਨ ਦੀ ਬਰਾਬਰ ਵੰਡ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਸਿਧਾਂਤ ਆ ਜਿਹੜਾ, ਇਹ ਸਰਵ ਪ੍ਰਵਾਨਿਤ ਸਿਧਾਂਤ ਨਹੀਂ ਹੈ, ਕਿਉਂਕਿ ਬਹੁਤ ਸਾਰੇ ਲੋਕ ਇਹਦੇ ਨਾਲ ਸਹਿਮਤ ਨਹੀਂ ਹੋਣਗੇ। ਇੱਕ ਤਰਕ ਇਹ ਦਿੱਤਾ ਜਾਵੇਗਾ ਕਿ ਜਿਹੜਾ ਕੋਈ ਵੱਧ ਕਮਾਈ ਕਰਦਾ, ਕਿਸੇ ਨੇ ਵੱਧ ਜਾਇਦਾਦ ਇਕੱਠੀ ਕੀਤੀ ਹੈ, ਤਾਂ ਉਹਨੇ ਮਿਹਨਤ ਵੀ ਵੱਧ ਕੀਤੀ ਹੋਏਗੀ, ਸਮਾਰਟ ਵਰਕ ਕੀਤਾ ਹੋਏਗਾ। ਜੇ ਮਿਹਨਤ ਨਾ ਕੀਤੀ ਹੋਏਗੀ, ਕਿਉਂਕਿ ਹਾਰਡ ਵਰਕ ਨਾਲ ਪੈਸੇ ਵੱਧ ਬਣਨ ਦਾ ਕੋਈ ਪੱਕਾ ਫਾਰਮੂਲਾ ਨਹੀਂ ਹੈ। ਵਿਹਲੇ ਰਹਿ ਕੇ ਵੀ ਲੋਕ ਸਮਾਰਟ ਵਰਕ ਕਰਕੇ ਵੀ ਵਧੇਰੇ ਧਨ ਦੌਲਤ ਇਕੱਠਾ ਕਰ ਸਕਦੇ ਨੇ ਤੇ ਕਰ ਰਹੇ ਨੇ। ਜ਼ਮਾਨਾ ਅਜਿਹਾ ਚੱਲ ਰਿਹਾ, ਦਿਮਾਗੀ ਬੰਦੇ ਵੱਧ ਪੈਸਾ ਕਮਾਉਂਦੇ ਨੇ। 12:42 ਹੋ ਚੁੱਕੇ ਨੇ। ਪ੍ਰੋਗਰਾਮ ਸੋਨੇ ਦੀ ਸਵੇਰ ਪ੍ਰਸਾਰਿਤ ਹੋ ਰਿਹਾ ਹੈ। ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਝੜਪ ਹੋਈ ਹੈ। ਇਸ ਝੜਪ ਦੇ ਵਿੱਚ ਗੋਲੀ ਨਹੀਂ ਚੱਲੀ, ਸੀਜ਼ ਫਾਇਰ ਦੀ ਉਲੰਘਣਾ ਨਹੀਂ ਕੀਤੀ ਗਈ। ਦੋਹਾਂ ਮੁਲਕਾਂ ਦਰਮਿਆਨ ਇੱਕ ਸਮਝੌਤਾ ਹੋਇਆ ਹੈ। ਭਾਰਤ ਦੇ 20 ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। 4 ਗੱਭਰੂ ਜਵਾਨ ਪੰਜਾਬ ਦੇ ਨੇ, ਇੱਕ ਮਾਨਸਾ ਜ਼ਿਲ੍ਹੇ ਦਾ ਤੇ ਇੱਧਰ ਗੁਰਦਾਸਪੁਰ ਤੇ ਹੋਰ ਕਈ ਜਿਹੜੇ ਪਿੰਡਾਂ ਦੇ ਜਵਾਨ ਨੇ। ਗਲਵਾਨ ਘਾਟੀ 'ਚ ਫੌਜਾਂ ਜਦੋਂ ਪਿੱਛੇ ਮੁੜ ਰਹੀਆਂ ਸੀ, ਉਦੋਂ ਲੜਾਈ ਹੋਈ ਹੈ। ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਚੀਨੀ ਫੌਜੀਆਂ ਨੇ ਲੋਹੇ ਦੀਆਂ ਰਾਡਾਂ ਦੀ ਵਰਤੋਂ ਕੀਤੀ ਹੈ। ਟੋਪੀ ਵਾਲੇ ਕਿੱਲ ਲੱਗੇ ਹੋਏ ਆ ਰਾਡਾਂ ਦੇ ਉੱਪਰ, ਇਹ ਦਿਖਾਏ ਗਏ ਨੇ। ਭਾਰਤ ਦੇ ਅਧਿਕਾਰਤ ਟਵਿੱਟਰ ਹੈਂਡਲ ਤੇ ਸੋਸ਼ਲ ਮੀਡੀਆ ਤੇ ਭਾਰਤੀ ਫੌਜ ਦੇ ਆਲਾ ਅਧਿਕਾਰੀਆਂ ਵੱਲੋਂ
BBC ਨੂੰ ਵੀ ਇਹ ਖਬਰਾਂ ਭੇਜੀਆਂ ਗਈਆਂ ਨੇ ਕਿ ਇਹਨਾਂ ਹਥਿਆਰਾਂ ਨਾਲ ਸਾਡੇ ਜਵਾਨਾਂ ਦੀ ਉਹਨਾਂ ਨੇ ਮਾਰ ਕੁੱਟ ਕੀਤੀ। ਇਹ ਹੁਣ ਮਸਲਾ ਹੋਰ ਖੜਾ ਹੋ ਗਿਆ। ਵਿਰੋਧੀ ਪਾਰਟੀਆਂ ਸਰਕਾਰ ਨੂੰ ਇਸ ਗੱਲੋਂ ਵੀ ਘੇਰਾ ਪਾ ਰਹੀਆਂ ਨੇ ਕਿ ਭਾਰਤੀ ਫੌਜ ਨੂੰ ਬਿਨਾਂ ਹਥਿਆਰਾਂ ਦੇ ਚੀਨੀ ਫੌਜੀਆਂ ਕੋਲ ਭੇਜਿਆ ਕਿਸ ਨੇ ਸੀ। ਇੱਕ ਪਾਸੇ ਵਿਦੇਸ਼ ਮੰਤਰੀ ਕਹਿ ਰਹੇ ਨੇ ਕਿ ਗਲਵਾਨ ਘਾਟੀ 'ਚ ਸਾਡੇ ਜਵਾਨਾਂ ਕੋਲ ਹਥਿਆਰ ਨਹੀਂ ਸੀ। ਜਿਹੜੇ ਜਵਾਨ ਸਰਹੱਦ ਤੇ ਤਾਇਨਾਤ ਸੀ ਉਹਨਾਂ ਕੋਲ ਕੋਈ ਹਥਿਆਰ ਨਹੀਂ ਸਨ। ਰਾਹੁਲ ਗਾਂਧੀ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਇਸ ਬਿਆਨ ਦੇ ਉੱਪਰ ਉਹਨਾਂ ਦੀ ਫਜ਼ੀਹਤ ਕਰਨੀ ਸ਼ੁਰੂ ਕਰਤੀ। ਕਹਿੰਦੇ ਕਿ ਸਰਹੱਦ ਤੇ ਤਾਇਨਾਤ ਜਵਾਨ ਹਥਿਆਰ ਲੈ ਕੇ ਚੱਲਦੇ ਨੇ, ਖਾਸ ਕਰਕੇ ਜਦੋਂ ਉਹਨਾਂ ਨੇ ਪੋਸਟ ਛੱਡਣੀ ਹੋਵੇ ਤਾਂ ਉਹਨਾਂ ਕੋਲ ਹਥਿਆਰ ਹੁੰਦੇ ਨੇ। ਤੇ 15 ਜੂਨ ਨੂੰ ਵੀ ਉਹਨਾਂ ਕੋਲ ਹਥਿਆਰ ਸਨ। ਦੋਹੇ ਮੁਲਕਾਂ ਦਰਮਿਆਨ ਜਿਹੜਾ ਇਹ ਸਮਝੌਤਾ ਹੋਇਆ 1996 ਤੇ 2005 ਦੇ ਸਮੇਂ ਦਰਮਿਆਨ, ਇਹ ਰਵਾਇਤ ਚੱਲੀ ਆ ਰਹੀ ਹੈ ਕਿ ਕੰਡਿਆਲੀ ਤਾਰ ਦੇ ਕੋਲੇ ਹਥਿਆਰਾਂ ਦੀ ਵਰਤੋਂ ਨਹੀਂ ਕਰਦੇ। ਭਾਰਤੀ ਜਵਾਨਾਂ ਦੀ ਖਾਸ ਕਰਕੇ ਪੰਜਾਬੀਆਂ ਦੀ ਬਹਾਦਰੀ ਦੀ ਕੋਈ ਸ਼ੱਕ ਨਹੀਂ ਕਿਸੇ ਨੂੰ, ਪਰ ਚੀਨੀ ਫੌਜ ਵੀ ਬੜੀ ਨਿਪੁੰਨ ਹੈ। ਉਹਨਾਂ ਦੀ ਟ੍ਰੇਨਿੰਗ ਬੜੀ ਜ਼ਬਰਦਸਤ ਹੈ। ਭਾਰਤੀ ਫੌਜ ਅਨੁਸ਼ਾਸਨ ਲਈ ਜਾਣੀ ਜਾਂਦੀ ਹੈ, ਆਖਾ ਮੰਨਣ ਲਈ ਅੱਗੇ ਧੁੱਸ ਦੇ ਕੇ ਤੁਰ ਪੈਂਦੇ ਨੇ ਗੱਭਰੂ, ਜਿੱਧਰ ਵੀ ਤੋਰ ਦਿੰਦੇ ਨੇ। ਉਹਨਾਂ ਨੇ ਅੱਗੋਂ ਕਰਾਟੇ ਵੀ ਸਿੱਖੇ ਹੋਏ ਨੇ, ਮਾਰਸ਼ਲ ਆਰਟ ਵੀ ਜਾਣਦੇ ਨੇ। ਜੇ ਹਥਿਆਰਾਂ ਦੀ ਵਰਤੋਂ ਨਹੀਂ ਵੀ ਕਰਦੇ ਤਾਂ ਜਿਸ ਤਰ੍ਹਾਂ ਫਿਲਮਾਂ 'ਚ ਤੁਸੀਂ ਦੇਖਦੇ ਹੋ ਕਿ ਜੇ ਹੀਰੋ ਨੂੰ ਕਰਾਟੇ ਆਉਂਦੇ ਆ ਤਾਂ 4-5 ਜਣੇ ਤੇ ਇਕੱਲਾ ਭਾਰੀ ਪੈ ਜਾਂਦਾ ਹੁੰਦਾ। ਉਹ ਤਾਂ ਖੈਰ ਫਿਲਮੀ ਸੀਨ ਹੁੰਦੇ ਨੇ। ਇੱਥੇ ਵੀ ਇਹ ਧੱਕੇ ਮੁੱਕੀ ਦੀ ਕੋਈ ਕੁਸ਼ਤੀ ਵਾਲੀ ਲੜਾਈ ਨਹੀਂ ਹੁੰਦੀ ਗੀ, ਜਾਂ ਹੂਰੇ ਮਾਰ ਕੇ ਅੱਖਾਂ ਤੇ ਨੀਲ ਪਾ ਦੇਣੇ। ਕੁਛ ਨਾ ਕੁਛ ਤਾਂ ਹੱਥਾਂ 'ਚ, ਜਿਵੇਂ ਇਹ ਤਸਵੀਰਾਂ ਆ ਰਹੀਆਂ ਨੇ, ਕੋਈ ਫੜ ਕੇ ਲੜਦੇ ਹੋਣਗੇ। ਗੋਲੀ ਨਾ ਚਲਾਈ ਗਈ ਇਹ ਵੱਖਰੀ ਗੱਲ ਹੈ, ਗੋਲੀ ਨਹੀਂ ਚੱਲੀ ਤੇ ਗਲ ਘੁੱਟ ਕੇ ਤਾਂ ਮਾਰਤੇ ਸਾਰੇ। ਨੇੜੇ ਕਿਵੇਂ ਆਉਣ ਦਿੱਤਾ 6-6 ਫੁੱਟ ਗੱਭਰੂਆਂ ਨੇ। ਤੇ ਹਾਲੇ ਸਾਰਾ ਕੁਛ ਸਾਹਮਣੇ ਆਉਣਾ ਬਾਕੀ ਹੈ। ਇਹੀ ਸਵਾਲ ਸੋਨੀਆ ਗਾਂਧੀ ਵੀ ਕਰ ਰਹੀ ਹੈ ਨਰਿੰਦਰ ਮੋਦੀ ਸਰਕਾਰ ਨੂੰ। ਉਹਨੇ ਪੁੱਛਿਆ ਕਿ ਸਾਡੀ ਜ਼ਮੀਨ ਤੇ ਚੀਨ ਨੇ ਕਬਜ਼ਾ ਕਿਵੇਂ ਕੀਤਾ, 20 ਜਵਾਨਾਂ ਦੀ ਮੌਤ ਕਿਵੇਂ ਹੋਈ, ਮੌਕੇ ਤੇ ਹਾਲਾਤ ਕੀ ਬਣੇ ਹੋਏ ਨੇ, ਕਿੰਨੇ ਫੌਜੀ ਅਧਿਕਾਰੀ ਲਾਪਤਾ ਨੇ, ਚੀਨ ਨੇ ਕਿੰਨੇ ਹਿੱਸੇ ਤੇ ਕਬਜ਼ਾ ਜਮਾਇਆ ਹੋਇਆ। ਭਾਰਤ ਸਰਕਾਰ ਚੀਨ ਨਾਲ ਸਿੱਧਣ ਲਈ ਕੀ ਸੋਚ ਰਹੀ ਹੈ। ਇਹਨਾਂ ਦੇ ਜਿਹੜੇ ਜਵਾਬ ਆ ਉਹ ਭਾਰਤੀ ਲੋਕ ਵੀ ਮੰਗਦੇ ਨੇ। ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਸੋਨੀਆ ਗਾਂਧੀ ਨੇ ਕੀਤੇ ਆ। ਇਹ ਜਿਹੜੀਆਂ ਖੂਨੀ ਝੜਪਾਂ ਹੋਈਆਂ ਨੇ ਪਿਛਲੇ ਦਿਨੀ 16 ਜੂਨ ਦੀਆਂ ਘਟਨਾਵਾਂ ਨੇ, ਦੋਹੇ ਗੁਆਂਢੀ ਮੁਲਕਾਂ ਨੂੰ ਇੱਕ ਦੂਜੇ ਦੇ ਆਮੋ ਸਾਹਮਣੇ ਖੜੇ ਕਰ ਦਿੱਤਾ। ਦੇਸ਼ ਭਗਤੀ ਦਾ ਜਜ਼ਬਾ ਪ੍ਰਚੰਡ ਹੋ ਰਿਹਾ ਹੈ ਦੋਹੇ ਮੁਲਕਾਂ 'ਚ। ਭਾਰਤ ਤੋਂ ਚੀਨੀ ਸਮਾਨ ਦਾ ਬਾਈਕਾਟ ਕਰਨ ਦੇ ਨਾਅਰੇ ਲੱਗ ਰਹੇ ਨੇ। ਕ੍ਰਿਕਟਰ ਹਰਭਜਨ ਸਿੰਘ ਨੇ ਵੀ ਚੀਨੀ ਵਸਤਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿੱਖੇ ਤੇਵਰ ਦਿਖਾ ਰਹੇ ਨੇ, ਕਿਧਰੇ ਰੰਗ ਕੱਸੇ ਜਾ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਕਿ ਖਾਕੀ ਨਿਕਰਾਂ ਵਾਲਿਆਂ ਨੂੰ ਹੁਣ ਉੱਥੇ ਡਾਂਗਾਂ ਦੇ ਕੇ ਭੇਜੋ, ਜਿਹੜੇ ਟ੍ਰੇਨਿੰਗ ਕਰਦੇ ਰਹਿੰਦੇ ਨੇ। ਜੇ ਡਾਂਗਾਂ ਦੀ ਲੜਾਈ ਹੈ ਤਾਂ ਫਿਰ ਡਾਂਗਾਂ ਵਾਲੇ ਜਾਣ ਉੱਥੇ। ਜਿੰਨੇ ਮੂੰਹ ਓਨੀਆਂ ਗੱਲਾਂ। ਦਰਅਸਲ ਚੀਨ ਦੇ ਜਿਹੜੇ ਫੌਜੀਆਂ ਦੀ ਘੁਸਪੈਠ ਦੀ ਗੱਲ ਕੀਤੀ ਜਾ ਰਹੀ ਹੈ, ਇਹਦੇ 'ਚ ਇਹ ਅਜੇ ਕਿਉਂਕਿ ਰੌਲਾ ਚੱਲ ਰਿਹਾ। ਇਹ ਜਿਹੜਾ ਖੇਤਰ ਹੈ, ਇਹ ਗਲਵਾਨ ਵੈਲੀ ਦਾ ਇਲਾਕਾ ਹੈ, ਇਹਦੇ ਤੇ ਦੋਹੇ ਮੁਲਕ ਆਪੋ ਆਪਣਾ ਦਾਅਵਾ ਸਮਝਦੇ ਨੇ, ਆਪੋ ਆਪਣਾ ਦਾਅਵਾ ਕਰਦੇ ਨੇ। ਰੌਲੇ ਵਾਲਾ ਇਲਾਕਾ ਹੀ ਆ। ਜੇ ਮੇਨਟੇਨੈਂਸ ਆਫ ਪੀਸ ਐਂਡ ਸਮਝੌਤੇ ਤੇ, ਜਿਹੜੀ ਟ੍ਰੈਂਕੁਇਲਿਟੀ ਸਮਝੌਤੇ ਤੇ ਸਾਈਨ ਕੀਤੇ ਹੋਏ ਨੇ ਦੋਹਾਂ ਮੁਲਕਾਂ ਨੇ। ਤੇ ਬਾਰਡਰ ਡਿਫੈਂਸ ਕੋਆਪਰੇਸ਼ਨ ਵੀ ਹੋਇਆ 2013 'ਚ। ਵੁਹਾਨ 'ਚ ਲੰਮੀ ਗੱਲਬਾਤ ਵੀ ਹੋਈ। ਉਸ ਤੋਂ ਬਾਅਦ ਝੂਲੇ ਵੀ ਝੂਲੇ ਗਏ, ਚਾਹ ਕੌਫੀਆਂ ਵੀ ਪੀਂਦੇ ਰਹੇ, ਪਰ ਖੱਟਿਆ ਕੁਛ ਨਹੀਂ ਗਿਆ। ਲਗਵਾਨ ਜਿਹੜੀ ਇਹ ਗਲਵਾਨ ਘਾਟੀ ਹੈ, ਇਹਦੇ ਪੱਛਮੀ ਕਿਨਾਰੇ ਤੇ ਅਜੇ ਵੀ ਵਾਵੇਲਾ ਉਵੇਂ ਬਣਿਆ ਹੋਇਆ, ਰੌਲੇ ਵਾਲਾ ਥਾਂ। ਇਹ ਇੱਧਰ ਭਾਰਤ ਵਾਲੇ ਪਾਸੇ ਕੋਈ ਸੜਕ ਦਾ ਨਿਰਮਾਣ ਹੋ ਰਿਹਾ ਜਿਹਦੇ ਤੋਂ ਚੀਨੀ ਖਫਾ ਹੋ ਗਏ ਨੇ। ਉਹਨਾਂ ਨੂੰ ਪਤਾ ਨਹੀਂ ਕਾਹਦਾ ਡਰ ਸਤਾ ਰਿਹਾ।
ਆਪ ਵੀ ਉਹ ਇਸ ਤਰ੍ਹਾਂ ਦੀਆਂ ਉਸਾਰੀਆਂ ਕਰਦੇ ਰਹਿੰਦੇ ਨੇ ਤੇ ਇੱਕ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ। ਕੱਲ ਨਰਿੰਦਰ ਮੋਦੀ ਹੋਰਾਂ ਦਾ ਜਿਹੜਾ ਬਿਆਨ ਆਇਆ ਕਿ ਅਸੀਂ ਸਮਰੱਥਾ ਰੱਖਦੇ ਹਾਂ ਜਵਾਬੀ ਕਾਰਵਾਈ ਕਰਨ ਦੀ, ਤੇ ਇੱਕ ਬਿਆਨ ਜਿਹੜਾ ਹੋਰ ਵੀ ਇਸ ਤੋਂ ਵੀ ਖਤਰਨਾਕ ਸਮਝਿਆ ਜਾਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਭਾਰਤੀ ਜਵਾਨਾਂ ਦੀ ਕੁਰਬਾਨੀ ਅਜਾਈ ਨਹੀਂ ਜਾਏਗੀ। ਤੁਹਾਨੂੰ ਯਾਦ ਹੋਵੇਗਾ ਜਦੋਂ ਪਾਕਿਸਤਾਨ ਦੇ ਨਾਲ ਇਸ ਤਰ੍ਹਾਂ ਦੇ ਹਾਲਾਤ ਬਣੇ ਸਨ ਤਾਂ ਉਦੋਂ ਪ੍ਰਧਾਨ ਮੰਤਰੀ ਮੋਦੀ ਨੇ ਇਹੋ ਜਿਹਾ ਬਿਆਨ ਹੀ ਦਿੱਤਾ ਸੀ, ਪਰ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਕਾਰਵਾਈ ਹੋ ਗਈ ਸੀ ਜਿਹਦੇ ਬਾਰੇ ਅਜੇ ਵੀ ਸ਼ੰਕੇ ਨੇ। ਤੇ ਕੀ ਹੁਣ ਚੀਨ ਦੇ ਖਿਲਾਫ ਕੋਈ ਅਜਿਹੀ ਕਾਰਵਾਈ ਭਾਰਤ ਕਰ ਸਕੇਗਾ ਜਦੋਂ ਚੀਨੀ ਅਧਿਕਾਰੀ ਇਹ ਕਹਿ ਰਹੇ ਨੇ ਕਿ ਭਾਰਤ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਇਹ 56 ਇੰਚ ਦਾ ਸੀਨਾ 26 ਇੰਚ ਦਾ ਤਾਂ ਨਹੀਂ ਰਹਿ ਜਾਏਗਾ, ਠੋਕੀਆਂ ਬੜਕਾਂ ਤਾਂ ਨਹੀਂ ਰਹਿ ਜਾਣਗੀਆਂ। ਗੱਲਬਾਤ ਰਾਹੀਂ ਮਸਲਾ ਸੁਲਝਾ ਲਿਆ ਜਾਏ ਬਿਹਤਰ ਹੈ। ਪ੍ਰਭਜੋਤ ਪਾਲ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ, ਜਿਹੜਾ ਪਹਿਲਾਂ ਤਾਂ ਜਿਹੜਾ ਇੱਕ ਦੱਸਿਆ ਸੀ ਧਨਾੜਾਂ ਵਾਲੀ ਗੱਲ, ਤੇ ਉਹ ਜਿਹੜੇ ਧਨਾੜ ਹੈਗੇ ਆ ਜਿਨ੍ਹਾਂ ਤੇ ਉਹ ਟੈਕਸ ਲੱਗਣਾ ਸੀ, ਤੇ ਕਈ ਵਾਰੀ ਮੇਰੇ ਵਰਗਿਆਂ ਨੂੰ ਕੋਈ ਸਵਾਲ ਕਰ ਲੈਂਦਾ, ਹਾਂ ਵੀ ਕੋਈ ਫਲਾਨੀ ਪਾਰਟੀ ਨੂੰ ਕਾਹਤੇ ਸਪੋਰਟ ਕਰਦਾ, ਮੇਰੇ ਵਰਗਾ ਜਵਾਬ ਦਿੰਦਾ ਵੀ ਇਹ ਜਿਹੜੀ ਦੂਜੀ ਪਾਰਟੀ ਹੈ ਇਹ ਬੇਮਤਾਂ ਲਈ ਬਹੁਤ ਮਾੜੀ ਆ। ਤੇ ਸਾਨੂੰ ਦੀ ਗੱਲ ਕਿਹਦੀ ਹੋ ਰਹੀ ਹੁੰਦੀ ਆ, ਕਿਹੜਿਆਂ ਨੂੰ ਜਿਹੜਾ ਨੁਕਸਾਨ ਉਸ ਪਾਰਟੀ ਨੇ ਕਰਨਾ ਹੁੰਦਾ ਆ। ਅਸੀਂ ਇੱਕ ਟਰੱਕ ਲੈ ਕੇ ਮੇਰੇ ਵਰਗਾ ਵੱਡਾ ਬਿਜ਼ਨਸਮੈਨ ਬਣਿਆ ਹੁੰਦਾ ਆ, ਜਿੰਨੇ ਸਾਡੇ ਐਸੈਟ ਹੁੰਦੇ ਉਹਨਾਂ ਨਾਲੋਂ ਜ਼ਿਆਦਾ ਸਾਡੇ ਸਿਰ ਕਰਜ਼ਾ ਹੁੰਦਾ, ਤਾਂ ਅਸੀਂ ਵਿਰੋਧ ਕਰੀਦਾ ਆ ਵੀ ਜੀ ਉਹ ਪਾਰਟੀ ਸਾਡਾ ਨੁਕਸਾਨ ਕਰ ਦੂ, ਜਦ ਕਿ ਅਸੀਂ ਆਪ ਹੀ ਆਪਣੇ ਪੈਰਾਂ 'ਚ ਕੁਹਾੜਾ ਮਾਰ ਰਹੇ ਹੁੰਦੇ। ਤੇ ਆ ਜਿਹੜੀ ਆ ਭਾਰਤ ਚੀਨ ਵਾਲੀ ਜਿਹੜੀ ਗੱਲ ਕੀਤੀ ਹੈਗੀ ਆ, ਇਹਦੇ ਵਿੱਚ ਦੇਖੋ ਹੁਣ ਮੋਦੀ ਸਾਹਿਬ ਹੁਣੀ ਕਿਹਾ ਵੀ ਉਹਦੇ ਨਤੀਜੇ ਬੜੇ ਭੈੜੇ ਨਿਕਲਣਗੇ ਜੇ ਉਹ ਨਹੀਂ ਕੀਤਾ। ਇੱਕ ਜਿਹੜੀ ਗੱਲ ਇਹਦੇ ਵਿੱਚ ਦੇਖਣ ਵਾਲੀ ਹੈ ਕਿ ਜਿਹੜੇ ਫੌਜੀ ਨਹੀਂ, ਇੱਕ ਸਧਾਰਨ ਸਿਪਾਹੀ ਨਹੀਂ ਉੱਥੇ ਜਿਹੜੇ ਜਿਹਨਾਂ ਨੂੰ ਮਾਰਿਆ ਗਿਆ, ਉਹਦੇ ਵਿੱਚ ਇੱਕ ਕਰਨਲ ਹੈਗਾ ਆ। ਜਿਹੜੇ ਕਦੀ ਜੰਗਾਂ ਵੀ ਹੋ ਜਾਣ ਤਾਂ ਉਹਨਾਂ ਵਿੱਚ ਇਹੋ ਜਿਹੇ ਆਫਿਸਰ ਆ ਜਿਹੜੇ ਉਹ ਨਹੀਂ ਮਰਦੇ। ਇਹ ਆਮ ਜਿਹੜੇ ਆ ਛੋਟੇ ਰੈਂਕ ਦੇ ਜਿਹੜੇ ਆਫਿਸਰ ਆ ਉਹ ਹੀ ਅੱਗੇ ਜਾ ਕੇ ਲੜਾਈ ਕਰਦੇ ਹੈਗੇ ਆ। ਇਹ ਹੋਈ ਤਾਂ ਜਿਹੜੀ ਗੱਲ ਆ ਇਹ ਗਲਤ ਹੈਗੀ ਆ। ਤੇ ਜਿਹੜਾ ਤੁਸੀਂ ਗੱਲ ਦੱਸੀ ਆ ਜਿੱਦਾਂ ਵੀ ਉੱਥੇ ਸਮਝੌਤਾ ਹੋਇਆ ਵੀ ਅਸੀਂ ਹਥਿਆਰ ਨਹੀਂ ਰੱਖਣੇ, ਤਾਂ ਪਰ ਫੌਜ ਤੇ ਫੌਜੀ ਹੋਣ ਤੇ ਉਹ ਇਹੋ ਜਿਹਾ ਫੌਜੀ ਹੋਊਗਾ ਜਿਹੜਾ ਹਥਿਆਰ ਤੋਂ ਬਿਨਾਂ, ਕਿ ਇੰਨਾ ਹੀ ਸਾਡਾ ਸਮਝੌਤਾ ਹੈ। ਕੈਨੇਡਾ ਅਮਰੀਕਾ ਦਾ ਬਾਰਡਰ ਹੈਗਾ, ਇੱਥੇ ਕੋਈ ਦੂਜਾ ਨਿਗਰਾਨੀ ਵੀ ਨਹੀਂ ਕਰਦਾ। ਜੇ ਇੰਨੀ ਜ਼ਿਆਦਾ ਸਾਡੀ ਦੋਸਤੀ ਆ, ਸਾਨੂੰ ਉਹ ਵੇਲੇ ਭੁੱਲ ਗਏ ਹੈਗੇ ਆ ਜਦੋਂ ਉਹ ਦੂਜਾ ਹਿੰਦੀ ਚੀਨੀ ਭਾਈ ਕਹਿੰਦੇ ਥੱਲੇ ਨੂੰ ਉਤਰੇ ਸੀਗੇ। ਗੱਲ ਉਹੀ ਆ ਜਦੋਂ ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਵੀ ਉਹ ਜਦੋਂ ਲਿਖਿਆ ਬਾਣੀ 'ਚ ਵੀ ਇਹੋ ਇਹ ਤਾਂ ਇਹੋ ਹੀ ਕਹਿੰਦੇ ਆ ਵੀ ਜੀ ਅਸੀਂ ਮੰਤਰ ਪੜਾਂਗੇ ਤਾਂ ਬਸ ਸਭ ਅੰਨੇ ਹੋ ਜਾਣਗੇ, ਕੋਈ ਹਥਿਆਰ ਚੱਕਣ ਦੀ ਲੋੜ ਨਹੀਂ। ਸੋਚ ਇਹਨਾਂ ਦੀ ਅੱਜ ਵੀ ਉਹੀ ਹੈਗੀ ਆ। ਥੈਂਕ ਯੂ ਜੀ, ਸ਼ੁਕਰੀਆ ਪਾਲ ਜੀ। ਆਪਾਂ ਨੂੰ ਹੁਣ ਬ੍ਰੇਕ ਲੈਣੀ ਪੈਣੀ ਹੈ। ਖੈਰ, ਭਾਰਤ ਦੀ ਵਿਦੇਸ਼ ਨੀਤੀ ਵੀ ਇਸੇ ਕਰਕੇ ਅਸਫਲ ਕਰਾਰ ਦਿੱਤੀ ਜਾ ਰਹੀ ਹੈ ਕਿ ਦੂਰ ਬੈਠਿਆਂ ਨਾਲ ਜਿਹੜੇ ਉਹਨਾਂ ਨਾਲ ਤਾਂ ਦੋਸਤੀਆਂ ਗੰਢ ਰਹੇ ਨੇ, ਤੇ ਜਿਹੜੇ ਗੁਆਂਢੀ ਨੇ, ਹਮਸਾਏ ਨੇ, ਉਹਨਾਂ ਨਾਲ ਵਿਗੜੀ ਹੋਈ ਹੈ। ਨੇਪਾਲ ਦੇ ਨਾਲ ਸਦੀਆਂ ਦੀ ਦੋਸਤੀ ਸੀ ਤੇ ਨੇਪਾਲ ਨਾਲ ਵੀ ਅੱਜ ਕੱਲ੍ਹ ਵਿਗੜੀ ਹੋਈ ਹੈ। ਨੇਪਾਲ ਆਪਣੀ ਨਕਸ਼ੇ ਜਾਰੀ ਕਰੀ ਜਾ ਰਿਹਾ ਹੈ। ਬ੍ਰੇਕ ਤੋਂ ਬਾਅਦ ਬਾਕੀ ਦੀਆਂ ਫੋਨ ਕਾਲਸ ਲਵਾਂਗੇ। 12:55 ਹੋ ਚੁੱਕੇ ਨੇ। ਕੁਝ ਮਿੰਟ ਹੋਰ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਨੀ ਹੈ। ਚਰਨ ਸਿੰਘ ਔਲਖ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਸਵਾਗਤ ਜੀ। ਹਾਂਜੀ, ਤੁਸੀਂ ਬਹੁਤ ਵਿਸ਼ੇਸ਼ ਹੋਏ ਅੱਜ ਜੀ, ਤੇ ਮੈਂ ਇੱਕ ਮਿੰਟ ਦੇ ਵਿੱਚ ਹੀ ਮੈਨੂੰ ਜਿੰਨੇ ਵੀ ਸ਼ੋਅ ਆ ਮੈਂ ਬੋਲਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਵਾਰੀ ਵੀ ਨਹੀਂ ਆਈ। ਤੇ ਮੈਂ ਇੱਕ ਮਿੰਟ ਦੇ ਵਿੱਚ ਹੀ ਬੋਲੂਗਾ। ਦੋ ਵਿਸ਼ਿਆਂ ਦੇ ਜਿਹੜੇ ਸ਼ੋਅ ਤੁਸੀਂ ਇੱਕ ਤੁਸੀਂ ਸ਼ੋਅ ਆ ਜੀ, ਵਿਸ਼ਾ ਪਹਿਲਾਂ ਸੀਗਾ ਉਹ ਵੀ 25% ਜਿਹੜੀ ਵੈਲਥ ਹੈ, ਟੋਟਲ ਵੈਲਥ ਹੈ ਨਾ ਕੈਨੇਡਾ ਦੀ, ਉਹ 1% ਫੈਮਿਲੀ ਜਿਹੜੀ ਆ ਉਹ ਸਾਂਭ ਰਹੇ ਨੇ। ਉਹਦੇ ਵਿੱਚ ਮੈਂ ਜੋ ਸਾਂਭ ਰਿਹਾ ਜਿਹੜੇ 25% ਵਾਲੇ, ਜੇ ਉਹਨਾਂ ਦੀ ਹਿਸਟਰੀ ਵੇਖੋ ਨਾ, ਉਹਦੇ ਵਿੱਚ ਉਹਨਾਂ ਦਾ ਕੋਈ ਵੱਡਾ ਜਾਂ ਕੋਈ ਉਹ ਜੇ ਹੋਊਗਾ ਵੀ ਉਹਨੇ ਜੋ ਘਾਲਣਾ ਘਾਲੀ ਆ, ਉਹ ਨਹੀਂ ਕਿਸੇ ਨੂੰ ਪਤਾ ਵੀ ਉਹਨੇ ਕੀ ਕੀਤਾ, ਕਿਸ ਤਰ੍ਹਾਂ ਦਿਮਾਗ ਵਰਤਿਆ, ਇੰਨੀ ਵੈਲਥ ਕਿੱਦਾਂ ਬਣਾਈ ਉਹਨੇ। ਉਹ ਨਹੀਂ ਵੇਖਦੇ ਲੋਕ। ਮੈਂ ਰੀਅਲ ਸਟੇਟ ਦਾ ਕੋਰਸ ਕੀਤਾ ਜੀ। ਸਾਨੂੰ ਪਹਿਲੇ ਲੈਕਚਰ ਦੇ ਵਿੱਚ ਹੀ ਸਮਝਾਇਆ ਗਿਆ ਸੀਗਾ, ਲੈਕਚਰ ਦੇਣ ਆਉਂਦੇ ਸੀ ਸਾਨੂੰ ਬੜੇ ਵੱਡੇ ਵਕੀਲ, ਉਹਦੇ ਵਿੱਚ ਦੱਸਦੇ ਸੀ ਵੀ ਰੀਅਲ ਸਟੇਟ ਦੇ ਵਿੱਚ 100% ਜਿਹੜਾ ਕਮਿਸ਼ਨ ਬਣਦਾ ਨਾ, 98% ਕਮਿਸ਼ਨ 2% ਦੋ ਬੰਦੇ ਲੈ ਜਾਂਦੇ ਆ। 98% ਕਮਿਸ਼ਨ ਟੋਟਲ ਜਿੱਦਾਂ ਬਣਦਾ ਵਾ ਕੈਨੇਡਾ ਦੇ ਵਿੱਚ, ਉਹਦੇ 'ਚ 2% ਜਿਹੜੇ ਰੀਅਲ ਸਟੇਟ ਆ ਉਹ ਲੈ ਜਾਂਦੇ ਆ।
ਤੇ ਜਿਹੜੇ 98% ਬਾਕੀ ਰਹਿ ਜਾਂਦੇ ਆ ਰੀਅਲ ਸਟੇਟ ਮੇਰੇ ਵਰਗੇ, ਉਹ ਸਿਰਫ 2% ਉਹਨਾਂ ਦੇ ਹਿੱਸੇ ਆਉਂਦਾ ਵਾ। ਹਿੱਸੇ ਨਹੀਂ ਆਉਂਦਾ, ਉਹਨਾਂ ਦੀ ਕਾਬਲੀਅਤ ਇੰਨੀ ਕੁ ਹੁੰਦੀ ਆ, ਜਾਂ ਕੋਈ ਪਰਾਲਬਧ ਗਿਣ ਲਓ ਤੁਸੀਂ, ਉਹ 2% ਆਉਂਦਾ ਵਾ। ਸੋ ਮੈਂ ਕੁਦਰਤ ਦੇ ਅਸੂਲ ਨੂੰ ਮੰਨਦਾ, ਇਹ ਬੰਦੇ ਦੇ ਆਪੋ ਆਪਣੀ ਜਿਹੜੀ ਲਿਆਕਤ ਹੁੰਦੀ ਆ ਉਹਦੇ ਹਿਸਾਬ ਨਾਲ ਹੀ ਕੁਦਰਤ ਜਿਹੜੀ ਆ ਉਹ ਕਰਦੀ ਆ ਫੈਸਲਾ। ਇੱਕ ਇਹ ਹੋ ਗਿਆ। ਦੂਜਾ ਪੁਆਇੰਟ ਹੋ ਗਿਆ ਜਿਹੜਾ ਚਾਈਨਾ ਦੇ ਬਾਰੇ ਤੁਸੀਂ ਦੱਸਦੇ ਆ ਨਾ, ਲੋਕੀ ਬਹੁਤ ਕਹਿ ਦਿੰਦੇ ਆ ਵੀ ਆਪਣਾ ਰਾਜੀਵ ਗਾਂਧੀ ਦਾ ਮੁੰਡਾ ਜਿਹੜਾ ਕੀ era ਦੂਜਾ, ਉਹਨੇ ਵੀ ਕਹਿ ਦਿੱਤਾ ਵੀ ਹਥਿਆਰਾਂ ਤੋਂ ਬਗੈਰ ਉੱਥੇ ਕਿਉਂ ਫੌਜੀ ਭੇਜੇ ਗਿਆ। ਉਹਨੂੰ ਨਾਲੇਜ ਹੀ ਰਾਜੀਵ ਗਾਂਧੀ ਨੂੰ ਜਿੱਦਾਂ ਕਿ ਇਹ ਗੱਲ ਦਾ ਨਹੀਂ ਨਾ ਪਤਾ, ਨਵਾਂ ਲੱਗਾ ਸੀ, ਉਹਨੇ ਦੇਸ਼ ਨੂੰ ਬਰਬਾਦ ਹੀ ਕਰ ਦਿੱਤਾ ਸ੍ਰੀਲੰਕਾ ਤੇ ਹਮਲਾ ਕਰਕੇ, ਮੁੜ ਕੇ ਜੋ ਕੁਛ ਆਪਣੇ ਨਾਲ ਬੀਤਿਆ ਉਹ ਸਾਨੂੰ ਪਤਾ। ਉਹ ਬਿਲਕੁਲ ਉਹਨੂੰ ਬੰਦੇ ਨੂੰ ਨਾਲੇਜ ਨਹੀਂ ਉਕਾਈ। ਉਹ ਇਸ ਬੰਦੇ ਨੂੰ, ਉਹਦੇ ਮੁੰਡੇ ਨੂੰ ਵੀ ਬਿਲਕੁਲ ਨਾਲੇਜ, ਜੇ ਕਿਤੇ ਕੱਲ੍ਹ ਨੂੰ ਪ੍ਰਾਈਮ ਮਿਨਿਸਟਰ ਬਣ ਜਾਏ ਬੜੀ ਬਦਕਿਸਮ ਦੀ ਹੋਊਗੀ ਹਿੰਦੁਸਤਾਨ ਦੀ। ਉਹਦੇ ਵਿੱਚ ਇਹ ਜਿਹੜਾ ਕਹਿੰਦਾ ਨਾ ਵੀ ਉੱਥੇ ਉਹਦੇ ਕਿਤਨਾ ਭੇਜ ਦਿੱਤੇ। ਕੱਲ੍ਹ ਮੈਂ ਮਾਨੀ ਸਿੰਘ ਸਿੱਧੀ ਸ਼ਾਦੀ ਮਨੀ ਸਿੰਘ ਮੈਂ ਸੋਸ਼ਲ ਮੀਡੀਆ ਤੇ ਵੇਖ ਰਿਹਾ ਸੀ, ਉਹ ਬਹੁਤ ਵੱਡਾ ਤਜਰਬੇਕਾਰ ਸਿੱਖ ਆਪਣਾ ਅੰਬੈਸਡਰ ਆ ਕਈ ਦੇਸ਼ਾਂ ਦਾ, ਉਹ ਸੁਣਿਆ ਤਾਂ ਨਹੀਂ, ਪਰ ਕੱਲ੍ਹ ਮੀਡੀਆ ਦੇ ਉੱਤੇ ਉਹਦਾ ਇੰਟਰਵਿਊ ਆ ਰਿਹਾ ਸੀ। ਉਹਨੇ ਇਹ ਗੱਲ ਕਹੀ ਆ ਵੀ ਚਾਈਨਾ ਜਿਹੜਾ ਬੜਾ ਇਹਦਾ ਭੇਦ ਨਹੀਂ ਪਾਇਆ ਜਾ ਸਕਦਾ। ਇਹਦੇ ਨਾਲ 3 ਵਾਅਦੇ ਹੋਏ ਸੀ ਹਿੰਦੁਸਤਾਨ ਨਾਲ, 3 ਦਸਤਖਤ ਹੋਏ ਆ। ਸਿੰਘ ਜੀ ਹੈਲੋ, ਹਾਂਜੀ ਸਵਾਗਤ ਹੈ ਜੀ। ਹਾਂਜੀ, ਪਹਿਲਾਂ ਤਾਂ ਆਪ ਜੀ ਤੇ ਆਪਦੇ ਸਰੋਤਿਆਂ ਨੂੰ ਸਤਿਕਾਰ ਸਾਹਿਬ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਅੱਜ ਬੜਾ ਖੁਸ਼ਗਵਾਰ ਵਾ, ਐਨਵਾਇਰਨਮੈਂਟ ਵੀ ਕਲੀਨ ਵਾ, ਧੰਨਵਾਦ। ਤੇ ਦੇਖੋ ਜਿਹੜੀ ਗੱਲਬਾਤ ਮੈਂ ਸੋਸ਼ਲ ਮੀਡੀਆ ਤੇ ਵੀ ਦੇਖੀ, YouTube ਦੇ ਭਾਰਤੀ ਜਿਹੜੇ ਆਪਣੇ ਹੁਕਮਰਾਨ ਵਾ ਜਾਂ ਜਿਹੜੇ ਸਾਡੇ ਫੌਜ ਦੇ ਜਰਨੈਲ ਆ, ਮੈਨੂੰ ਚੇਤੇ ਗੱਲ ਆ ਗਈ ਕਿ ਜਨਰਲ ਬਿਕਰਮਾ ਸਿੰਘ ਜੀ ਤੇ ਜਨਰਲ ਹਰਬਖਸ਼ ਸਿੰਘ ਜੀ ਤੇ ਏਅਰ ਮਾਰਸ਼ਲ ਮਿਸਟਰ ਅਰਜਨ ਸਿੰਘ ਜੀ ਦੀ ਤੇ ਜਨਰਲ ਸ਼ਬੇਕ ਸਿੰਘ ਤੇ ਜਨਰਲ ਆਪਣੇ ਅਰੋੜਾ ਜੀ ਦੀ। ਇੱਕ ਜਰਨਲ ਸੀਗਾ ਰਣਵੀਰ ਸਿੰਘ, ਹੁਣੇ ਉਹਨਾਂ ਨੂੰ ਰਿਟਾਇਰ ਕੀਤਾ ਗਿਆ। ਉਹਨੂੰ ਭਾਰਤੀ ਫੌਜ ਦਾ ਮੁਖੀ ਬਣਨਾ ਸੀ, ਕਿਸੇ ਕਾਰਨ ਕਰਕੇ ਨਹੀਂ ਬਣਾਇਆ ਗਿਆ। ਔਰ ਉਹਨਾਂ ਕੋਲ ਬਹੁਤ ਐਕਸਪੀਰੀਅੰਸ ਸੀਗਾ ਇੱਥੇ ਆਪਣੇ ਕਸ਼ਮੀਰ ਵੈਲੀ ਦਾ ਤੇ ਜਿਹੜੀ ਹੈਗੀ ਉਹ ਘਾਟੀ ਜਿਹੜੀ ਨਦੀ ਦਾ ਤੇ ਜਿਹੜੇ ਲਦਾਖ ਵੈਲੀ ਦਾ। ਬੜਾ ਉਹ ਕਾਬਲੇ ਗੌਰ ਜਨਰਲ ਸੀ, ਉਹਨੂੰ ਨਹੀਂ ਬਣਾਇਆ ਗਿਆ, ਉਹ ਭਾਰਤ ਸਰਕਾਰ ਦੀ ਮਰਜ਼ੀ। ਮੈਂ ਦੇਖਿਆ ਕਿ ਚੀਨ ਭਾਰਤ ਦੀ ਲਾਂਗੜ ਤੇ ਭਾਰਤ ਮਾਤਾ ਦੀ ਚੁੰਨੀ ਨੂੰ ਹੱਥ ਪਾ ਲਈ, ਉਹਨੂੰ ਲਾਂਗੜ ਦਾ ਵੱਢ ਕੇ ਲੈ ਗਿਆ। ਉਹਦਾ 60 ਕਿਲੋਮੀਟਰ ਸਕੁਅਰ ਕਿਲੋਮੀਟਰ ਦਾ ਇਲਾਕਾ ਉਹ ਤੁਹਾਨੂੰ ਮਾਰ ਲਿਆ ਵੈਲੀ ਦਾ। ਉਹਦਾ ਕਹਿੰਦਾ ਮੈਂ ਦੇਣਾ ਨਹੀਂ, ਇਹ ਮੇਰੀ ਪ੍ਰਭੂ ਸੱਤਾ। ਭਾਰਤ ਵਾਲੇ ਜ਼ੋਰ ਲਾ ਲੈਣ, 1 ਇੰਚ ਇਹਨਾਂ ਨੂੰ ਵਾਪਸ ਨਹੀਂ ਮਿਲਣਾ। ਹੁਣ ਸ਼ਾਇਦ ਰਸ਼ੀਆ ਨੂੰ ਵਿੱਚ ਵਿਚੋਲਾ ਵਿਚਾਲਾ ਪਾਉਣਗੇ, ਲੋਪਾ ਪੱਛੀ ਕਰਨਗੇ। ਜਿਹੜੀ ਗਲਤੀ ਮਿਸਟਰ ਜਵਾਹਰ ਲਾਲ ਨਹਿਰੂ ਨੇ ਕੀਤੀ, ਸੋਈ ਗਲਤੀ ਮਿਸਟਰ ਆਪਣੇ ਨਰਿੰਦਰ ਕੁਮਾਰ ਮੋਦੀ ਜੀ ਨੇ ਕੀਤੀ। ਕੋਈ ਇਹਨਾਂ ਦੋਨਾਂ ਦਾ ਹੁਣ ਫਰਕ ਨਹੀਂ ਰਹਿ ਗਿਆ ਕਿ ਇਹਨਾਂ ਨੇ ਉਸ ਵੈਲੀ ਨੂੰ ਪ੍ਰੋਟੈਕਟ ਹੀ ਨਹੀਂ ਕੀਤਾ। ਇਸ ਵੇਲੇ ਭਾਰਤ ਦੀ ਜਿਹੜੀ ਫੋਰਨ ਪਾਲਿਸੀ ਫੇਲ ਹੋਈ ਆ ਤੇ ਜਿਹੜੀ ਪਾਕਿਸਤਾਨ ਦੀ ਪਾਲਿਸੀ ਆ, ਚਾਹੇ ਕਿੱਦਾਂ ਦੀ ਵੀ ਹੋਵੇ, ਉਹ ਆਪਣੀ ਪਾਲਿਸੀ ਦੇ ਵਿੱਚ ਭਾਰਤ ਨੂੰ ਠਿੱਪੀ ਲਾਉਣ ਦੇ ਵਿੱਚ ਕਾਮਯਾਬ ਹੋ ਗਿਆ ਵਾ। ਕਸ਼ਮੀਰ ਦੀ 370 ਵਾਲਾ ਮੁੱਦਾ ਲਿਆ ਕੇ ਤੇ ਭਾਰਤ ਦੇ ਉੱਤੇ ਆ ਜਿਹੜਾ ਹਮਲਾ ਕਰਾ ਕੇ ਉਹਨੂੰ ਪਤਾ ਨਹੀਂ ਇਹਦਾ ਕਿੰਨਾ ਖਮਿਆਜ਼ਾ ਭੁਗਤਣਾ ਪਊਗਾ ਪਾਕਿਸਤਾਨ ਨੂੰ, ਇਹ ਹੁਣ ਕੋਈ ਪਤਾ ਨਹੀਂ। ਹੁਣ ਇਹ ਦੇਖਣ ਵਾਲੀ ਗੱਲ ਆ ਕਿ ਜਿੱਥੇ ਇਸ ਵੇਲੇ ਚਾਈਨਾ ਬੈਠਾ ਵਾ, ਬੇਹੱਦੋ ਸੰਵੇਦਨਸ਼ੀਲ ਇਲਾਕਾ ਭਾਰਤ ਲਈ, ਉਹਦੀ ਨਦੀ ਔਰ ਪਾਣੀ, ਭਾਰਤ ਕਹਿੰਦਾ ਨਾ ਪਾਕਿਸਤਾਨ ਦਾ ਪਾਣੀ ਬੰਦ ਕਰ ਦਊ, ਹੁਣ ਭਾਰਤ ਦਾ ਪਾਣੀ ਬੰਦ ਕਰਾਉਣਾ ਉਹਨੂੰ ਉੱਥੇ। ਉਹ ਨਦੀ ਬੜੀ ਇੱਕ ਵਿਸ਼ਾਲ ਨਦੀ ਆ, ਇਸ ਕਰਕੇ ਹੁਣ ਇਹਨਾਂ ਦੀ ਫੋਰਨ ਪਾਲਿਸੀ ਲਾਗਲੇ ਗੁਆਂਢੀ ਦੇਸ਼ ਨਾਲ ਤਾਂ ਬਣੀ ਹੋਈ ਕਿਸੇ ਇਹਨਾਂ ਦੀ ਨਾ। ਨੇਪਾਲ ਵੀ ਅੱਖਾਂ ਦਿਖਾਉਣ ਲੱਗ ਪਿਆ, ਉਹਨੂੰ ਵੀ ਇਹਨਾਂ ਦਾ ਸਿਵਲੀਅਨ ਬੰਦਾ ਮਾਰ ਦਿੱਤਾ। ਉਹ ਦੂਜੇ ਪਾਸੇ ਸ੍ਰੀਲੰਕਾ, ਉਹ ਵੀ ਕਾਬੂ ਕੀਤਾ ਹੋਇਆ ਵਾ ਤੇ ਪਾਕਿਸਤਾਨ ਤਾਂ ਉਹਨੂੰ ਕਾਬੂ ਕੀਤਾ ਹੋਇਆ। ਸਾਰਾ ਇੱਕ ਕਿਸਮ ਦਾ ਮੁਸ਼ਤਰਕਾ ਖਾਤਾ ਹੀ ਆ। ਉੱਥੋਂ ਤਕਰੀਬਨ ਖਰਿਆ 90 ਮੀਲ ਖਰਿਆ ਕਿਲੋਮੀਟਰ ਦੇ ਉੱਤੇ ਉਹ ਆਪਣੀ ਚਾਈਨਾ ਦੀ ਮਿਲਟਰੀ ਵੀ ਬੈਠੀ ਆ ਆਪਣੇ ਇਧਰਲੇ ਪਾਸੇ ਜਿਹੜਾ ਕਸ਼ਮੀਰ ਭਾਰਤ ਵਾਲੇ। ਹੁਣ ਦੇਖਣਾ ਇਹ ਆ ਕਿ ਖੁਸ਼ੀ ਆ ਆਪਣਾ ਨਵੇੜਾ ਹੋਵੇ ਜੀ ਜਲਦੀ। ਥੈਂਕ ਯੂ, ਤੁਹਾਡਾ ਇੱਕ ਕਾਲਰ ਹੋਰ ਲਈਏ ਆਪਾਂ। ਧੰਨਵਾਦ ਜੀ ਲਾਲਦੇਵ ਸਿੰਘ ਜੀ। ਹਰਬੰਸ ਸਿੰਘ ਜੀ ਸਤਿ ਸ਼੍ਰੀ ਅਕਾਲ ਵੀਰ ਜੀ। ਵਿਸ਼ਾ ਤੁਹਾਡਾ ਬਹੁਤ ਸੋਹਣਾ। ਹਾਂਜੀ, ਪਹਿਲੇ ਤਾਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਆਪਾਂ ਨੂੰ ਸਲੂਟ ਮਾਰਨਾ। ਮੈਂ ਤਾਂ ਬਹੁਤ ਜ਼ਿਆਦਾ ਵਿਚਾਰਿਆਂ ਨੇ ਕੁਰਬਾਨੀ ਕੀਤੀਆਂ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਤੇ ਦੂਜੀ ਗੱਲ, ਮੈਂ ਜਗਮੀਤ ਸਿੰਘ ਬਾਰੇ ਅੱਜ ਟਾਪ ਸੁਣਦਾ ਸੀ। ਠੀਕ ਆ, ਬੋਲਣਾ ਸ਼ਾਇਦ ਰੇਸ਼ਨ ਬੜਾ ਸੋਹਣਾ, ਪਰ ਇਹ ਉਦੋਂ ਆਪੋਜੀਸ਼ਨ ਕਿੱਥੇ ਗਏ ਸੀ ਜਿਹੜੇ ਇੰਡੀਆ 'ਚ ਆਏ ਤੱਕ ਧੁੱਪੇ ਬੈਠੇ ਆ, 40 ਡਿਗਰੀ 'ਚ ਬੈਠੇ ਆ। ਉਹਨਾਂ ਦਾ ਇਹਨੇ ਕੀ ਡੱਟ ਫੜਾਇਆ? ਜਿਹੜੇ ਬੰਦੇ ਅੱਜ ਉੱਥੇ ਬੈਠੇ ਆ, ਦਵਾਈਆਂ ਮੁੱਕ ਗਈਆਂ,
ਇਹ ਆਪੋਜੀਸ਼ਨ ਨੇ ਕੋਈ ਰੋਲ ਚੰਗਾ ਨਹੀਂ ਕੀਤਾ। ਦੂਜੀ ਗੱਲ ਹੈਗੀ ਆ, ਹੁਣ 170 ਬੰਦੇ ਓਵਰ ਡਰੱਗ ਨਾਲ ਮਰ ਗਏ, ਫਿਰ ਉਹ ਸਰੇਆਮ ਡਰੱਗ ਆਉਂਦੀ ਆ ਆਪਣੇ ਸਾਰੀ ਪੋਰਟ ਤੇ, ਕੋਈ ਇਨਸਪੈਕਸ਼ਨ ਨਹੀਂ ਕਰਦੇ, ਕੋਈ ਕਰਦੇ। ਇਹ ਆਪੋਜੀਸ਼ਨ ਵਾਲੇ ਜਾਂ ਦੂਜੇ ਕਿੱਥੇ ਗਏ ਹੋਏ? ਠੀਕ ਆ, ਉਹ ਵਧੀਆ ਕੀਤਾ, ਆਰਸੀ ਵਿੱਚ ਹੈਗੇ ਆ ਚੀਜ਼ਾਂ ਸਾਰੀ ਆਰਸੀ ਪਾੜੀ ਦੀ। ਸੋ ਇੰਨੇ ਕੁ ਮੇਰੇ ਵਿਚਾਰ ਸੀ। ਥੈਂਕ ਯੂ ਜੀ, ਸ਼ੁਕਰੀਆ ਜੀ। ਪਰਮਜੀਤ ਸਿੰਘ ਜੀ। ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਸਤਿ ਸ੍ਰੀ ਅਕਾਲ ਜੀ। ਬਰਾੜ ਸਾਹਿਬ, ਬਹੁਤ ਮਾੜਾ ਹੋਇਆ ਜਿੰਨੇ ਵੀ ਫੌਜੀ ਮਾਰੇ ਗਏ ਆ। ਚਲੋ ਉਹ ਤਾਂ ਹੈਗੀ ਗੱਲ ਮੰਨਣ ਵਾਲੀ ਆ, ਮਾੜਾ ਕੀਤਾ ਕਾਮਰੇਡਾਂ ਨੇ, ਬਹੁਤ ਮਾੜਾ ਕੀਤਾ ਮਾਰ ਕੇ। ਪਰ ਗੱਲ ਆ ਵੀ ਮੈਂ ਤਾਂ ਹੈਰਾਨ ਰਹਿ ਗਿਆ, ਸ਼ਮਾਦਾਨ ਤੇ ਕਲਰਾਂ ਨੇ ਰੋ ਰੋ ਕੇ 2020 ਵਾਲਿਆਂ ਨੂੰ ਪਿੱਟ ਕੇ ਸਟੂਡੀਓ ਗੱਲਾਂ ਕਰਤਾ। ਤੇ ਆ ਪਤੰਦਰ ਮੋਦੀ ਨੇ ਇਹਨਾਂ ਦੇ ਨੇ ਕੱਲ 20 ਮਿੰਟ ਦੇ ਭਾਸ਼ਣ ਚ ਇੱਕ ਵਾਰੀ ਨਾਂ ਵੀ ਨਹੀਂ ਲਿਆ ਚੀਨ ਦਾ। ਇਹ ਮਾੜਾ ਮੋਟਾ ਉਹਨੂੰ ਹੀ ਸਮਝਾ ਲੈਣਾ, ਸ਼ਰਮ ਕਰਨ। ਇੱਥੇ ਬੈਠੇ ਸਾਨੂੰ ਤਾਂ ਕਹਿੰਦੇ ਖਾਲਿਸਤਾਨੀਆਂ ਨੂੰ ਵੀ ਤੁਸੀਂ ਉੱਥੇ ਜਾ ਕੇ ਗੱਲ ਕਰੋ, ਇਹ ਬੈਠੇ ਭਾਰਤ, ਇਹਨਾਂ ਨੂੰ ਵੀ ਜਾ ਕੇ ਉੱਥੇ ਜਾ ਕੇ ਕਰਨ ਤਾਂ ਗੱਲ ਹੈ ਨਾ, ਇਹਨਾਂ ਨੂੰ ਵੀ ਉੱਥੇ ਗੱਲ ਕਰਨੀ ਚਾਹੀਦੀ। ਜਿਹੜੀ ਗੱਲ ਦੂਜਿਆਂ ਦੇ ਕਹਿੰਦੇ ਇਹਨਾਂ ਨੇ ਵੀ ਉਨੀ ਢੁੱਕਦੀ ਆ। ਮੇਰਾ ਤਾਂ ਇੰਨੇ ਵਿਚਾਰ। ਧੰਨਵਾਦ। 1 ਹੋਏ ਨੇ ਜੀ। ਇਸ ਤੋਂ ਬਾਅਦ ਆਪਾਂ ਉਹਨਾਂ ਯਾਦਗਾਰਾਂ ਬਾਰੇ ਗੱਲਬਾਤ ਕਰਨੀ ਹੈ ਜਿਹੜੀਆਂ ਅਕਾਲੀ ਭਾਜਪਾ ਸਰਕਾਰ ਵੇਲੇ ਬਣੀਆਂ ਤੇ ਹੁਣ ਉਹਨਾਂ ਦੇ ਠੇਕੇ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾਣ ਦੀ ਤਿਆਰੀ ਹੋ ਰਹੀ ਹੈ। 1:13 ਹੋ ਚੁੱਕੇ ਨੇ। ਪ੍ਰੋਗਰਾਮ ਲੋਕ ਸੱਥ ਪ੍ਰਸਾਰਿਤ ਹੋ ਰਿਹਾ। ਇਨਵੈਸਟਾ ਪ੍ਰਾਈਮ ਰਿਐਲਟੀ ਬੜੇ ਥੋੜੇ ਸਮੇਂ ਦੇ ਵਿੱਚ ਵੱਡੀਆਂ ਤਰੱਕੀਆਂ ਕਰ ਗਈ ਹੈ। ਇਸ ਸਮੇਂ ਦੇ ਵਿੱਚ ਵੀ ਜਦੋਂ ਮਾਰਕੀਟ ਠੰਡੀ ਪਈ ਰਹੀ, ਪਹਿਲੇ ਮਹੀਨਿਆਂ 'ਚ ਸਤਿੰਦਰਪਾਲ ਸਿੰਘ ਬਰਾੜ ਹੋਰਾਂ ਨੇ ਕਈ ਘਰ ਵੇਚ ਸੁੱਟੇ। ਤਜਰਬੇ ਨਾਲ ਤੇ ਇਮਾਨਦਾਰੀ ਨਾਲ, ਡੈਡੀਕੇਸ਼ਨ ਨਾਲ ਜਦੋਂ ਕੰਮ ਹੋਵੇ ਤਾਂ ਸਫਲਤਾ ਮਿਲਦੀ ਹੈ। ਨਾਲ ਗੁਰਮੀਤ ਸਿੰਘ ਢਿੱਲੋਂ ਨੇ, ਜਿਨ੍ਹਾਂ ਨੂੰ ਘਰਾਂ ਦੀ ਉਸਾਰੀ ਬਾਰੇ ਵੀ ਕਾਫੀ ਤਜਰਬਾ ਹੈ। ਮੌਰਗੇਜ ਤੋਂ ਮੂਵਿੰਗ ਤੱਕ ਸਾਰਾ ਫਿਕਰ ਆਪਣੇ ਸਿਰ ਲੈਂਦੇ ਨੇ। ਤੁਸੀਂ ਇਹਨਾਂ ਨਾਲ ਕੋਈ ਘਰ ਲਿਸਟ ਕਰਾਉਣਾ ਹੈ ਜਾਂ ਕੋਈ ਘਰ ਨਵਾਂ ਖਰੀਦਣਾ ਹੈ, 604 906 74 13 ਸਤਿੰਦਰਪਾਲ ਸਿੰਘ ਬਰਾੜ ਦਾ ਨੰਬਰ ਤੇ ਗੁਰਮੀਤ ਢਿੱਲੋਂ 604 782 72 40। ਯਾਦਗਾਰਾਂ, ਵਿਰਾਸਤੀ ਇਮਾਰਤਾਂ ਮਹਿਜ਼ ਇੱਟਾਂ ਵੱਟੀਆਂ ਦੀਆਂ ਬਣੀਆਂ ਬਿਲਡਿੰਗਾਂ ਹੀ ਨਹੀਂ ਹੁੰਦੀਆਂ। ਕੌਮਾਂ ਦਾ ਇਤਿਹਾਸ ਇਹਨਾਂ 'ਚ ਸਾਂਭਿਆ ਹੁੰਦਾ ਤੇ ਇਹਨਾਂ ਨੂੰ ਵੀ ਬਣਾਇਆ ਵੀ ਇਸ ਮੰਤਵ ਲਈ ਜਾਂਦਾ। ਬੇਸ਼ੱਕ ਵੋਟਾਂ ਵੀ ਇਹਦੇ ਨਾਲ ਜੁੜੀਆਂ ਹੁੰਦੀਆਂ ਨੇ, ਪਰ ਪੁਰਾਤਨ ਇਤਿਹਾਸ ਤੇ ਗੌਰਵ ਨੂੰ ਬਹਾਲ ਕਰਨ ਲਈ ਬੀਤੇ 'ਚ ਹੋਏ ਸੰਘਰਸ਼ਾਂ ਨੂੰ ਨਵੀਂ ਪੀੜ੍ਹੀ ਨੂੰ ਯਾਦ ਕਰਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ, ਕੁਲਦੀਪ ਮਾਨਕ ਨੂੰ ਤੁਸੀਂ ਵਾਰ ਗਾਉਂਦੇ ਸੁਣਿਆ ਹੋਊਗਾ। ਪਿੱਛੇ ਹੋ ਕੇ ਹਟ ਕੇ ਫੇਰ ਅਗਾਂਹ ਨੂੰ ਪੂਰਾ ਜ਼ੋਰ ਲਾ ਕੇ ਲਿਆ, ਮਾਧੋ ਨਾ ਬਦਲਾ, ਬੰਦਾ ਸਿੰਘ ਬਹਾਦਰ ਬਣ ਗਿਆ। ਜਦੋਂ ਕਹਿੰਦਾ ਸੀ ਤਾਂ ਪਤਾ ਲੱਗਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ। ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਕਰਕੇ ਲੋਕ ਕੁਛ ਤਾਂ ਜਾਣਦੇ ਕਿ ਬਸ ਉਹ ਇੱਕ ਜ਼ਾਲਮ ਸੀ ਜਿਹਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਸ ਤਰ੍ਹਾਂ ਜ਼ਗੀਰਦਾਰੀ ਦੇ ਖਾਤਮੇ ਦਾ ਮੁੱਢ ਬੰਨਿਆ, ਹਲ ਵਕਤ ਜ਼ਮੀਨ ਦੇ ਮਾਲਕ ਬਣੇ, ਇਹ ਸਾਰਾ ਕੁਛ ਮੁਗਲ ਰਾਜ ਦੀਆਂ ਜੜ੍ਹਾਂ ਨੂੰ, ਨੀਹਾਂ ਨੂੰ ਹਿਲਾ ਰਿਹਾ ਸੀ, ਖੋਖਲਾ ਕਰ ਰਿਹਾ ਸੀ। ਆਮ ਲੋਕੀ ਕਿਵੇਂ ਸੰਘਰਸ਼ ਦੇ ਵਿੱਚ ਸ਼ਾਮਲ ਹੋਏ, ਪਿੰਡਾਂ ਦੇ ਹਲਵਾਕ ਜ਼ਮੀਂਦਾਰ ਲੋਕ ਜਿਹੜੇ ਕਿਸਾਨ ਛੋਟੀਆਂ ਛੋਟੀਆਂ ਜੋਤਾਂ ਨਾਲ ਖੇਤੀ ਕਰਦੇ ਸੀ, ਉਹਨਾਂ ਦੇ ਨਾਂ ਹੀ ਜ਼ਮੀਨਾਂ ਮੁਜ਼ਾਹਰਿਆਂ ਦੇ ਨਾਲ ਜਿਹੜੇ ਜ਼ਗੀਰਦਾਰੀ ਦਾ ਖਾਤਮੇ ਦਾ ਮੁੱਢ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਵੱਧਦਾ। ਕਿਵੇਂ ਉਹ ਇੱਕ ਝੰਡੇ ਹੇਠ ਇਕੱਠੇ ਹੋਏ। ਪੰਜਾਬ ਦੇ ਹੋਰ ਵੀ ਬਹੁਤ ਸਾਰੇ ਲੋਕ ਨਾਇਕ ਹੋਏ ਨੇ, ਉਹਨਾਂ ਚੋਂ ਇੱਕ ਨੇ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਤੇ ਸਰਮਾਏਦਾਰਾਂ ਦੇ ਨਾਲ, ਜ਼ਗੀਰਦਾਰਾਂ ਦੇ ਨਾਲ, ਜ਼ਾਲਮਾਂ ਦੇ ਨਾਲ ਟੱਕਰ ਲਈ। ਚੱਪੜਚਿੜੀ 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਗਈ ਹੈ। ਸਰਕਾਰ ਨੇ ਯਾਦਗਾਰ ਬਣਾਤੀ, ਗੋਂਗਲੂਆਂ ਤੋਂ ਮਿੱਟੀ ਝਾੜ ਲਈ, ਵੋਟਾਂ ਬਟੋਰ ਲਈਆਂ, ਪਰ ਰੱਖ ਰਖਾਅ ਦੇ ਕੋਈ ਬਹੁਤੇ ਵਧੀਆ ਪ੍ਰਬੰਧ ਨਾ ਕੀਤੇ। ਆਏ ਦਿਨ ਖਬਰਾਂ ਲੱਗਦੀਆਂ ਰਹੀਆਂ ਕਿ ਇੱਥੇ ਜਾਨਵਰ ਤੁਰੇ ਫਿਰਦੇ ਨੇ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਇੱਕ
ਇੱਕ ਅਜਿਹਾ ਫਾਰਮੂਲਾ ਹੁਣ ਦੀਆਂ ਸਰਕਾਰਾਂ ਵਰਤ ਰਹੀਆਂ ਨੇ, ਕਿਉਂਕਿ ਸਰਕਾਰਾਂ ਆਪਣੀ ਨਿੱਜੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ। ਸਕੂਲ ਠੇਕੇ ਤੇ ਜੀ, ਸਕੂਲਾਂ 'ਚ ਪੜ੍ਹਾਉਣ ਵਾਲੇ ਮਾਸਟਰ ਠੇਕੇ ਤੇ, ਕਾਲਜਾਂ 'ਚ ਕੋਈ ਭਰਤੀ ਨਹੀਂ ਹੋਈ, ਹੋਰ ਬੜਾ ਕੁਛ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ PPP ਤਹਿਤ ਹੁਣ ਯਾਦਗਾਰਾਂ ਵੀ ਪ੍ਰਾਈਵੇਟ ਪਬਲਿਕ ਹੱਥਾਂ 'ਚ ਦਿੱਤੀਆਂ ਜਾਣਗੀਆਂ। ਇੱਥੇ ਚੱਪੜਚਿੜੀ ਦੇ ਯੁੱਧ ਜਿਹੜੀ ਇੱਥੇ ਜਾਂ ਲੜਾਈ ਕਹਿ ਲਓ, ਇਹ ਸਿੱਖ ਸੰਘਰਸ਼ ਤੇ ਕੁਰਬਾਨੀਆਂ ਦੀ ਸਿਖਰ ਦੀ ਬਾਤ ਪਾਉਂਦੇ ਨੇ। ਛੋਟੇ ਘੱਲੂਘਾਰਾ ਤੇ ਵੱਡੇ ਘੱਲੂਘਾਰੇ ਮੁਗਲਾਂ ਖਿਲਾਫ ਲੜਾਈਆਂ ਲੜੀਆਂ ਗਈਆਂ। ਕੋਪਰ ਹੀੜਾ ਤੇ ਕਾਹਨੂੰਵਾਨ ਦੇ ਵਿੱਚ ਵੀ ਜਿਹੜੀਆਂ ਯਾਦਗਾਰਾਂ ਨੇ, ਤੇ ਉੱਥੇ ਸਰਕਾਰ ਦਾ ਖਿਆਲ ਹੈ ਕਿ ਸ਼ਾਇਦ ਨਿੱਜੀ ਕੰਪਨੀਆਂ ਇਹਨਾਂ ਪ੍ਰੋਜੈਕਟਾਂ 'ਚ ਦਿਲਚਸਪੀ ਨਹੀਂ ਦਿਖਾਉਣਗੀਆਂ। ਅਕਾਲੀ ਭਾਜਪਾ ਗੱਠਜੋੜ ਨੇ ਜਦੋਂ ਇਹ ਯਾਦਗਾਰਾਂ ਬਣਾਈਆਂ ਸੀ ਤਾਂ ਬੜੇ ਵੱਡੇ ਦਮਗਜ਼ੇ ਮਾਰੇ ਸਨ, ਵੱਡੇ ਸਮਾਰੋਹ ਕੀਤੇ ਸਨ, ਪਰ ਵਿਰਾਸਤੀ ਯਾਦਗਾਰਾਂ ਦੀ ਸਾਂਭ ਸੰਭਾਲ ਨਿਕੰਮੇ ਹੱਥਾਂ ਚਲੀ ਗਈ। ਹੁਣ ਸਾਂਭਣ ਦੀ ਕਿਸੇ ਨੇ ਨੀਅਤ ਨਾ ਦਿਖਾਈ ਤੇ ਹੁਣ ਕਾਂਗਰਸ ਸਰਕਾਰ ਨਿੱਜੀ ਹੱਥਾਂ 'ਚ ਦੇਣ ਦਾ ਫੈਸਲਾ ਕਰ ਰਹੀ ਹੈ। ਜੇ ਅਸੀਂ ਆਪਣੇ ਯੋਧਿਆਂ ਦੀਆਂ ਯਾਦਗਾਰਾਂ ਆਪ ਨਹੀਂ ਸਾਂਭ ਸਕਦੇ ਤਾਂ ਫਿਰ ਬਣਾਉਣ ਦੀ ਕੀ ਲੋੜ ਪੈ ਗਈ ਸੀ? ਕਿੱਡਾ ਕੁ ਵੱਡਾ ਕੰਮ ਹੈ ਇਹ। 4 ਬੰਦੇ ਰੱਖ ਕੇ ਉੱਥੇ ਤਨਖਾਹ ਤੇ ਤੁਸੀਂ ਇੱਕ ਤੋਂ ਸਾਫ਼ ਸਫਾਈ ਕਰਾ ਲਓ, ਦੂਜੇ ਤੋਂ ਜੇ ਕੋਈ ਉੱਥੇ ਤੁਸੀਂ ਵੇਖਣ ਆਇਆ ਤਾਂ ਕੁਛ ਭੇਟਾ ਵੀ ਲੈਣੀ ਹੈ ਜਾਂ ਟਿਕਟ ਵੀ ਕੱਟਣੀ ਤਾਂ ਉਹਨੂੰ ਖਿੜਕੀ ਤੇ ਬਿਠਾ ਦਿਓ। ਇੱਕ ਚੌਕੀਦਾਰ ਰੱਖ ਲਓ, ਇੱਕ ਕੋਈ ਹੋਰ ਸਿਕਿਉਰਿਟੀ ਵਾਲਾ ਰੱਖ ਲਓ, ਨਿਗਾਹ ਮਾਰਦਾ ਰਹੇ। ਕਿਹੜੇ ਇਹਦੇ ਲਈ ਮਤੇ ਪਾਸ ਕਰਨੇ ਪੈਣੇ ਕਿ ਜਿਹੜੀਆਂ ਯਾਦਗਾਰਾਂ ਸਰਕਾਰ ਆਪਣੇ ਪੱਧਰ ਤੇ ਨਹੀਂ ਚਲਾ ਸਕਦੀ? ਠੇਕੇ ਤੇ ਦੇ ਕੇ ਠੇਕੇਦਾਰਾਂ ਦੀ ਜੇਬ 'ਚ ਉਹਨਾਂ ਨਾਲ ਜ਼ਰੂਰ ਜਿਹੜਾ ਇਹਦੇ ਤੋਂ ਕੋਈ ਫਾਇਦਾ ਹੋਏਗਾ, ਜਾਂ ਐਵੇਂ ਤਾਂ ਕੋਈ ਇਕੱਲੇ ਜਜ਼ਬਾਤੀ ਹੋ ਕੇ ਤਾਂ ਠੇਕਾ ਨਹੀਂ ਲਏਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਮੈਂ ਯਾਦਗਾਰ ਨੂੰ ਸੰਭਾਲਣਾ ਤੇ ਮੁਫਤ ਵਿੱਚ ਹੀ ਸੰਭਾਲਦੇ ਹਾਂ। ਟੈਂਡਰ ਮੰਗੇ ਜਾਣਗੇ। ਜਿਹੜੀਆਂ ਯਾਦਗਾਰਾਂ ਬਣਾਈਆਂ ਗਈਆਂ ਨੇ ਵਿਰਾਸਤ ਤੇ ਇਤਿਹਾਸ ਦੀ ਯਾਦ ਦਿਵਾਉਂਦੀਆਂ ਨੇ, ਤੇ ਇਹਦੇ 'ਚ ਹੋਰ ਬਹੁਤ ਮਸਲੇ ਨੇ। ਸਰਕਾਰ ਇਹਨਾਂ ਨੂੰ ਆਪਣੇ ਹੱਥਾਂ 'ਚ ਰੱਖ ਸਕਦੀ ਸੀ, ਇਹਨਾਂ ਦੀ ਸਾਂਭ ਸੰਭਾਲ ਵਾਸਤੇ ਵੱਖਰਾ ਫੰਡ ਕਾਇਮ ਕਰ ਸਕਦੀ ਸੀ, ਕਿਉਂਕਿ ਜਦੋਂ ਇਹ ਯਾਦਗਾਰਾਂ ਬਣਾਈਆਂ ਗਈਆਂ ਸੀ ਤਾਂ ਉਦੋਂ ਸ਼ਰਾਬ ਤੇ ਵੀ ਸੈਸ ਲਾਇਆ ਸੀ ਵੀ ਸ਼ਰਾਬ ਪੀਣਗੇ ਜਿਹੜੇ ਲੋਕ। ਹੁਣ ਪੰਜਾਬ 'ਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ ਤੇ ਉਹਨਾਂ ਕੋਲੋਂ ਸਰਕਾਰ ਨੂੰ ਆਮਦਨ ਬਹੁਤ ਹੁੰਦੀ ਆ। ਉਹਦੇ 'ਚੋਂ ਜਿਹੜਾ ਪੈਸਾ ਕੁਛ ਇਸ ਪਾਸੇ ਲਾਉਣਾ ਸੀ, ਖਰਚਣਾ ਸੀ ਕਿ ਪੰਜਾਬ ਦੀ ਕੋਈ ਨਿੱਜੀ ਕੰਪਨੀ ਇਸ ਅਨਮੋਲ ਵਿਰਾਸਤ ਨੂੰ ਸਾਂਭਣ ਲਈ ਅੱਗੇ ਆਏਗੀ। ਜੇ ਕੋਈ ਰੁਚੀ ਦਿਖਾਏਗੀ ਤਾਂ ਉਹਦੀ ਆਪਣੀ ਬ੍ਰਾਂਡ ਵੈਲਿਊ ਵੀ ਵਧੇਗੀ। ਪਰ ਧਿਆਨ ਇਹ ਰੱਖਣਾ ਪਏਗਾ ਕਿ ਜਿਹੜੀ ਵੀ ਕੋਈ ਕੰਪਨੀ ਜਾਂ ਕੋਈ ਅਦਾਰਾ ਆਵੇ ਨਿੱਜੀ ਯਾਦਗਾਰ ਨੂੰ ਆਪਣੇ ਹੱਥਾਂ 'ਚ ਲਵੇ, ਇਹ ਆਪਣੇ ਨਿੱਜੀ ਹੱਥਾਂ 'ਚ ਲਵੇ ਇਹਨਾਂ ਯਾਦਗਾਰਾਂ ਨੂੰ, ਉਹਨਾਂ ਨੂੰ ਸਿਰਫ ਆਪਣੇ ਵਪਾਰਕ ਹਿੱਤਾਂ ਦੀ ਪੂਰਤੀ ਕਰਨ ਲਈ ਨਾ ਵਰਤੇ, ਕਿਉਂਕਿ ਇਤਿਹਾਸਕ ਧਰੋਹਰਾਂ ਤੇ ਟੂਰਿਸਟ ਅਸਥਾਨਾਂ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਰੇਡੀਓ KRPI 1550 AM ਤੁਸੀਂ ਸੁਣ ਰਹੇ ਹੋ ਜੀ। ਪ੍ਰੋਗਰਾਮ ਲੋਕ ਸਾਥ ਪ੍ਰਸਾਰਿਤ ਹੋ ਰਿਹਾ। ਸਾਡੇ ਅਗਲੇ ਕਾਲਰ ਕਰਮਜੀਤ ਸਿੰਘ ਜੀ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਰਾੜ ਸਾਹਿਬ, ਪਹਿਲਾਂ ਤਾਂ ਜਿਹੜਾ ਆਪਾਂ ਛੱਪੜ ਚਿੜੀ ਕਹਿੰਦੇ ਆ, ਗਲਤ ਆ। ਛੱਪੜ ਚਿੜੀ ਹੈ ਜੀ, ਇਹ ਛੱਪੜ ਚਿੜੀ ਤੋਂ ਬਦਲਦਾ ਇੰਗਲਿਸ਼ ਚੱਪੜ ਚਿੜੀ ਚਲਾ ਗਿਆ ਜੀ। ਦੂਜੀ ਗੱਲ ਰਹੀ ਵਿਰਾਸਤੀ ਥਾਵਾਂ ਦੀ, ਇਹਨਾਂ ਦਾ ਪ੍ਰਬੰਧ ਜਿਵੇਂ ਕੋਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਵੇਂ ਸਿੰਘ ਸਭਾ ਜਾਂ ਸ਼੍ਰੋਮਣੀ ਕਮੇਟੀ, ਇਹ ਜਿਹੀ ਕਿਸੇ ਸੰਸਥਾ ਨੂੰ ਦਿੱਤਾ ਜਾ ਸਕਦਾ ਜਿਹੜੀਆਂ ਸਿੱਖਾਂ ਦੀਆਂ ਵਿਰਾਸਤੀ ਥਾਵਾਂ ਨੇ। ਜਿਹੜੀਆਂ ਹਿੰਦੂਆਂ ਦੀਆਂ ਵਿਰਾਸਤੀ ਥਾਵਾਂ ਨੇ, ਇਵੇਂ ਉਹਨਾਂ ਦੀ ਕਿਸੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਇਹ ਪ੍ਰਬੰਧ ਦਿੱਤੇ ਜਾ ਸਕਦੇ ਠੇਕੇ ਤੇ ਦੇਣ ਦੀ ਬਜਾਏ ਜੀ। ਕੀ ਗੱਲ ਹੈ ਜੀ ਤੁਹਾਡਾ? ਇਹਦੇ ਨਾਲ ਕਈ ਯਾਦਗਾਰ ਜਿਹੜੀਆਂ ਸਾਂਝੀਆਂ ਯਾਦਗਾਰਾਂ ਨੇ, ਸਾਂਝੀਆਂ ਧਰੋਹਰਾਂ ਨੇ, ਉਹਦੀ ਵੰਡ ਹੋ ਜਾਏਗੀ ਇੱਕ ਤਾਂ। ਬਾਕੀ ਮੈਨੂੰ ਨਹੀਂ ਲੱਗਦਾ ਕਿ ਜਿਹੜੀਆਂ ਤੁਸੀਂ ਸੰਸਥਾਵਾਂ ਦੇ ਨਾਮ ਲਏ ਨੇ, ਇਹ ਸਰਕਾਰਾਂ ਦਾ ਕੰਮ ਨਹੀਂ ਹੈ ਜੀ। ਇਹ ਵੀ ਇਹ ਬਹੁਤਾ ਇਹਨੂੰ
ਉਹ ਰੋਲ ਅਦਾ ਨਹੀਂ ਕਰਦੀਆਂ ਸਰਕਾਰਾਂ ਇਹਦੇ ਵਿੱਚ। ਪਰ 46 ਕਰੋੜ ਖਰਚਾ ਜੀ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਦੀ ਉਸਾਰੀ ਤੇ, ਹੁਣ ਉਹ ਕੂੜੇ 'ਚ ਚਾਹੇਗਾ ਜੇ ਨਾ ਸੰਭਾਲਣਗੇ ਤਾਂ। ਇਹ ਆਪਣੀ ਸ਼੍ਰੋਮਣੀ ਕਮੇਟੀ ਕੋਲ ਬਹੁਤ ਆਮਦਨ ਕਰ ਸਕਦੇ ਨੇ। ਸ਼੍ਰੋਮਣੀ ਕਮੇਟੀ ਤੁਹਾਨੂੰ ਪਤਾ ਹੀ ਜੀ ਕਿੰਨੇ ਕੁ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਿੰਨੀ ਕੁ ਸਮਰੱਥਾ ਨਾਲ ਕਰ ਰਹੀ ਹੈ, ਕਿੰਨੀਆਂ ਵੱਡੀਆਂ ਖਾਮੀਆਂ ਕਮੀਆਂ ਸਾਹਮਣੇ ਆਉਂਦੀਆਂ। ਸ਼੍ਰੋਮਣੀ ਕਮੇਟੀ 'ਚ ਸੁਧਾਰ ਕਰੋ ਜੇ ਸੁਧਾਰ ਦੀ ਲੋੜ ਹੈ। ਬਿਲਕੁਲ, ਥੈਂਕ ਯੂ ਜੀ ਤੁਹਾਡਾ। ਓਕੇ ਜੀ, ਓਕੇ। ਸ਼੍ਰੋਮਣੀ ਕਮੇਟੀ ਤਾਂ ਆਪਣੇ ਸਕੂਲਾਂ ਦੀ ਹਾਲਤ ਹੀ ਸੁਧਾਰ ਲਵੇ, ਕਾਲਜਾਂ ਨੂੰ ਬਰਾਬਰ ਲਿਆਵੇ। ਹੁਣ ਜਿਹੜੇ ਨਾਟ ਦੀਆਂ ਟੀਮਾਂ ਆਉਂਦੀਆਂ ਨੇ ਉਹਨਾਂ ਵੱਲੋਂ ਤੁਸੀਂ ਦੱਸ ਦਿਓ ਕਿੱਥੇ DAV ਕਾਲਜਾਂ ਦੀ ਪੋਜੀਸ਼ਨ ਤੇ ਸ਼੍ਰੋਮਣੀ ਕਮੇਟੀ ਦੇ ਕੋਈ ਪੈਸਾ ਥੋੜ੍ਹਾ ਘੱਟ ਹੈ। ਛੋਟਾ ਘੱਲੂਘਾਰਾ ਦੀ ਜਿਹੜੀ ਸਮਾਰਕ ਬਣਾਈ ਸੀ ਕਾਹਨੂੰਵਾਨ 42 ਕਰੋੜ ਲੱਗੇ ਹੋਏ ਤੇ। 12 ਜੂਨ ਨੂੰ ਹੋਈ ਮੀਟਿੰਗ ਦੇ ਵਿੱਚ ਫੈਸਲਾ ਲੈ ਲਿਆ ਗਿਆ ਕਿ ਪ੍ਰਾਈਵੇਟ ਹੱਥਾਂ 'ਚ ਇਹਨਾਂ ਦੀ ਸਾਂਭ ਸੰਭਾਲ ਸੌਂਪੀ ਜਾਏਗੀ। ਸਰਕਾਰ ਖੁਦ ਰੱਖ ਰਖਾਓ ਕਰਨ ਤੋਂ ਭੱਜ ਰਹੀ ਹੈ। ਜਦੋਂ ਇਹ ਵਿਰਾਸਤੀ ਪ੍ਰੋਜੈਕਟ ਬਣੇ ਸੀ ਉਦੋਂ ਇਹਨਾਂ ਦੀ ਸਾਂਭ ਸੰਭਾਲ ਵਾਸਤੇ ਸ਼ਰਾਬ ਤੇ ਵੀ ਸੈਸ ਲਗਾਇਆ ਸੀ ਅਕਾਲੀ ਭਾਜਪਾ ਸਰਕਾਰ ਨੇ। ਗੁਰਮੇਲ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ, ਆਪਣਾ ਜਦੋਂ 10ਵੇਂ ਪਾਤਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਸਿੰਘ ਸਾਜ ਕੇ ਉੱਥੋਂ ਸਾਰੀਆਂ ਪਾਵਰਾਂ ਦੇ ਕੇ ਘੱਲਿਆ, ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਦੀ ਵਸੂਲੀ ਕੀਤੀ। ਇੱਥੇ ਆਣ ਕੇ ਸਰਹੰਦ ਸਾਰਾ ਬਦਲਾ ਲਿਆ, ਸੂਬੇ ਨੂੰ ਆਪਣਾ ਜੋ ਕੁਝ ਕੀਤਾ ਤੁਹਾਨੂੰ ਪਤਾ ਹੀ ਆ। ਤੇ ਫਿਰ ਆਪਣੇ ਜਿਹੜੇ ਸੀਗੇ ਕਿਸਾਨ ਵਾਹੁੰਦੇ ਸੀ ਉਹਨਾਂ ਜ਼ਮੀਨੀ ਮਾਲਕੀ ਦਿੱਤੀ, ਸਾਰਾ ਕੁਝ ਕਿਸੇ ਮੰਦਿਰ ਨੂੰ ਛੇੜਿਆ, ਕਿਸੇ ਮਸਜਿਦ ਨੂੰ ਨਹੀਂ ਛੇੜਿਆ ਤੇ ਆਪਣਾ ਸਿੱਖੀ ਰਾਜ ਕਾਇਮ ਕੀਤਾ। ਆਪਦੇ ਨਾਂ ਤੇ ਸਿੱਕਾ ਵੀ ਨਹੀਂ ਲਾਗੂ ਕੀਤਾ, ਤੁਹਾਨੂੰ ਪਤਾ ਹੀ ਆ। ਤੇ ਉੱਥੇ ਜਦੋਂ ਵਿੱਚੋਂ ਖੜੇ ਹੋ ਕੇ ਤੇ ਉੱਥੇ ਦਰਬਾਰ ਸਾਹਿਬ ਜਾ ਕੇ ਬਦਈ ਖਾਲਸਾ ਤਦ ਖਾਲਸਾ ਵਿੱਚ ਪਾੜ ਪਾਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਇੰਨਾ ਕੁਛ ਕੀਤਾ ਵੀ ਕੋਈ ਆਪਣੇ ਸਿੱਖ ਜਰਨੈਲ ਜਾਂ ਹਰੀ ਸਿੰਘ ਨਲੂਆ ਮਗਰੋਂ ਨਾਂ ਆਉਂਦਾ ਏ। ਕੀ ਮਾੜਾ ਕੰਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ, ਹੁਣ ਕੋਈ ਇੰਨਾ ਨਹੀਂ ਦਿੱਤਾ। ਤੇ ਬਾਕੀ ਜਿਹੜੀ ਸਿੱਖ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੱਤਾ ਸੀ, ਸਿੱਖ ਜਮਾਨਦਾਰ ਕੌਣ ਹੈ? ਗੁਰਦੁਆਰਾ ਕਮੇਟੀ ਇਹਦੇ ਚੋਂ ਬਾਦਲ ਹੋਣੀ ਜਿਹੜੇ ਕਹਿੰਦੇ ਵੰਡ ਖਾਈਏ ਖੰਡ ਨਾਮ ਕੀ ਤੇ ਵੰਡ ਤੇ ਵੰਡ ਛਕਣੇ ਸਾਰੀ ਜਿਹੜੀ ਕੇਬਲ ਨੈਟਵਰਕ ਸਾਰਾ ਲੈ ਗਿਆ। ਜਿਹੜੀ ਬਸ ਇੱਕ ਅੱਧਾ ਘਰ ਚਲਾਉਂਦਾ ਰੋਟੀ ਖਾਂਦਾ ਉਸ ਪਾਸੇ ਹੁਣ ਆਪਾਂ ਨਾ ਜਾਈਏ ਜੀ, ਉਹ ਵੱਖਰਾ ਵਿਸ਼ਾ ਹੈ। ਧੰਨਵਾਦ ਤੁਹਾਡਾ। ਦੇਖੋ, ਆਪਾਂ ਜੋ ਵੰਡਣ ਦੀ ਰਾਜਨੀਤੀ ਨਹੀਂ ਕਰਨ ਦੀ, ਇਹ ਨਾ ਹੀ ਹੋਣੀ ਚਾਹੀਦੀ ਹੈ। ਇਹ ਆਗੂਆਂ ਦੇ ਕੰਮ ਨੇ। ਮੈਂ ਰਜੌਰੀ ਜਾ ਕੇ ਆਇਆ ਪਿਛਲੀ ਵਾਰ ਜਦੋਂ ਇੰਡੀਆ ਫੇਰੀ ਪਾਈ, ਤਾਂ ਰਸਤੇ 'ਚ ਵੀ ਅਸੀਂ ਜਾਂਦੇ ਸੀ ਤਾਂ ਕਈ ਥਾਵਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਥੇ ਬੁੱਤ ਲੱਗੇ ਹੋਏ ਦੇਖੇ ਗਏ। ਤੇ ਮੈਂ ਪੁੱਛਿਆ, ਮੇਰਾ ਦੋਸਤ ਸੀ ਪ੍ਰੋਫੈਸਰ ਜੰਮੂ ਯੂਨੀਵਰਸਿਟੀ ਦੇ ਵਿੱਚ, ਮੈਂ ਤਸਵੀਰਾਂ ਵੀ ਖਿੱਚ ਕੇ ਲਿਆਂਦੀਆਂ। ਮਨ ਘੜਤ ਜਿਹਾ ਇਤਿਹਾਸ ਤਿਆਰ ਕਰੀ ਬੈਠੇ ਨੇ ਲੋਕ। ਇੱਕ ਬਿਲਕੁਲ ਉਸਾਰੀ ਹੋ ਰਹੀ ਸੀਗੀ ਰਿਹਾਇਸ਼ੀ ਇਲਾਕੇ ਦੇ ਵਿੱਚ, ਨਵਾਂ ਗੁਰਦੁਆਰਾ ਸਾਹਿਬ ਬਣ ਰਿਹਾ ਸੀ, ਅੱਧੀ ਕੁ ਛੱਤ ਦੀ ਪੈ ਚੁੱਕੀ ਸੀ ਤੇ ਉੱਥੇ ਕੋਈ ਕਾਰ ਸੇਵਾ ਨਹੀਂ ਚੱਲ ਰਹੀ ਸੀ। ਪਤਾ ਲੱਗ ਰਿਹਾ ਸੀ ਕਿ ਉਹ ਠੇਕੇ ਤੇ ਕੰਮ ਹੋ ਰਿਹਾ ਜਾਂ ਆਪ ਖੁਦ ਕੰਮ ਕਰਵਾਇਆ ਜਾ ਰਿਹਾ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਇਸ ਨਿਸ਼ਾਨਦੇਹੀ ਕਿਵੇਂ ਕੀਤੀ ਤੁਸੀਂ ਇਸ ਥਾਂ ਦੀ? ਚਲੋ ਰਜੌਰੀਦਾਰ ਤਾਂ ਜੁੜਦਾ ਨਾਮ, ਤੁਹਾਡੇ ਕੋਲ ਕੀ ਹੈ ਵੀ ਇੱਥੇ ਹੀ ਉਹਨਾਂ ਦਾ ਜਿਹੜਾ ਘਰ ਸੀਗਾ? ਪਰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ। ਪਰ ਉੱਥੇ ਨਿਸ਼ਾਨ ਸਾਹਿਬ ਗੱਡ ਚੁੱਕੇ ਸੀ ਪਹਿਲਾਂ ਹੀ ਉਹ, ਤੇ ਉੱਥੇ ਹੁਣ ਗੁਰਦੁਆਰਾ ਸਾਹਿਬ ਬਣ ਗਿਆ ਹੋਏਗਾ, ਲੋਕਾਂ ਦੀ ਸ਼ਰਧਾ ਜਾਗ ਪਈ ਹੋਏਗੀ। ਤੇ ਹੋਰ ਵੀ ਕਈ ਥਾਵਾਂ ਤੇ ਅਜਿਹਾ ਮੌਕੇ ਦੇ ਮੌਕੇ ਕਈ ਵਾਰੀ ਲੋਕ ਆਪਣੇ ਨਿੱਜੀ ਮਫਾਦਾਂ ਲਈ ਬੜਾ ਕੁਛ ਕਰ ਲੈਂਦੇ ਨੇ। ਗੱਲ ਸਰਕਾਰਾਂ ਦੀ ਚੱਲ ਰਹੀ ਹੈ ਕਿ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ। ਬੱਸ ਅੱਡੇ ਠੇਕੇ ਤੇ ਦਿੱਤੇ ਜਾ ਰਹੇ ਨੇ, ਸਰਕਟ ਹਾਊਸ ਵੇਚਣ ਦੀਆਂ ਤਿਆਰੀਆਂ ਕਰ ਲਈਆਂ ਨੇ, ਵਿਰਾਸਤੀ ਯਾਦਗਾਰਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਪ੍ਰਾਈਵੇਟ ਹੱਥਾਂ 'ਚ ਦੇਣ ਦਾ ਫੈਸਲਾ ਹੋ ਗਿਆ। 300 ਕਰੋੜ ਦਾ ਕਰਜ਼ਾ ਸਰਕਾਰ ਸ਼ਹਿਰੀ ਵਿਕਾਸ ਲਈ ਚੁੱਕੇਗੀ। ਬੁਨਿਆਦੀ ਢਾਂਚੇ ਦਾ ਹੋਰ ਵਿਕਾਸ ਕੀਤਾ ਜਾਣਾ, ਜਿਹੜਾ ਅਰਬਨ ਐਨਵਾਇਰਨਮੈਂਟ ਇੰਪਰੂਵਮੈਂਟ ਪ੍ਰੋਗਰਾਮ ਫੇਜ਼ 2 ਸ਼ੁਰੂ ਹੋਣਾ, ਇਹਦੇ ਵਾਸਤੇ ਬੈਂਕਾਂ ਤੋਂ ਕਰਜ਼ਾ ਲਿਆ ਜਾਣਾ।
ਤੇ ਇਹਦੇ ਲਈ ਟੈਂਡਰ ਮੰਗੇ ਜਾਣਗੇ। ਜਿਹੜੇ ਪ੍ਰੋਜੈਕਟ ਪਹਿਲਾਂ ਦੇ ਬਣੇ ਹੋਏ ਆ ਉਹਨਾਂ ਦੀ ਸਾਂਭ ਸੰਭਾਲ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅਧੀਨ ਲਿਆਉਣ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ। ਇੱਕ ਇੰਨੀ ਕੁ ਗੱਲ ਹੈ ਕਿ ਅਜੇ ਤੱਕ ਇਹਨਾਂ ਯਾਦਗਾਰਾਂ ਤੇ ਕੋਈ ਐਕਟ ਲਾਉਣ ਦਾ ਦਾਅਵਾ ਨਹੀਂ ਕੀਤਾ ਤੇ ਹੋ ਸਕਦਾ ਜਦੋਂ ਪ੍ਰਾਈਵੇਟ ਹੱਥਾਂ 'ਚ ਜਾਵੇ ਤਾਂ ਇਹ ਫੈਸਲਾ ਵੀ ਬਦਲ ਜੇ, ਕਿਸੇ ਨੂੰ ਯਾਦ ਹੀ ਨਾ ਰਵੇ। ਹਰਦੀਪ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਬਾਈ ਜੀ, ਚੱਪਲ ਚਿੜੀ ਦੀ ਗੱਲ ਹੈ ਨਾ ਜਿਹੜੀ, ਮੈਂ ਤੁਹਾਨੂੰ ਦੱਸਦਾ, ਮੇਰਾ ਪਿੰਡ ਇੱਕ ਪਿੰਡ ਛੱਡ ਕੇ ਹੀ ਹੈ, ਤਕਰੀਬਨ 15-16 ਕਿੱਲੇ ਦਾ ਜ਼ਮੀਨ ਹੈ ਉਹਦੀ। ਤਕਰੀਬਨ ਆਪਾਂ ਜੇ ਅੱਜ ਦੇ ਹਿਸਾਬ ਨਾਲ ਰੱਖੀਏ 5-6 ਕਰੋੜ ਨੂੰ 7 ਕਰੋੜ ਨੂੰ ਉੱਥੇ ਕਿੱਲਾ ਏ ਤੇ ਅਰਬ ਰੁਪਏ ਦੀ ਜ਼ਮੀਨ ਹੈ। ਤੇ ਉਹ ਏਰੀਏ 'ਚ ਕਿਆ ਹੋ ਰਿਹਾ, ਜਿਹੜੇ ਪਿੰਡ ਦੀ ਜ਼ਮੀਨ ਮਹਿੰਗੀ ਹੈ ਨਾ, ਉੱਥੇ ਇਹੋ ਜਿਹੀ ਪ੍ਰੋਜੈਕਟ ਲਿਆਏ ਜਾ ਰਹੀ ਹੈ। ਇਹ ਤਾਂ 33 ਸਾਲ ਵਾਲੀ ਲੀਜ਼ ਹੈ, ਇਹਦੇ 99 ਸਾਲ ਵਾਲੀ ਲੀਜ਼ ਹੈ। ਮਤਲਬ ਕਰਾ ਕੇ ਜੀ, ਜੇ ਆਪਾਂ ਦੇਖੀਏ, ਚਲੋ ਮੈਂ ਬਾਹਲਾ ਨਹੀਂ ਬੋਲਦਾ, ਵੀ ਕਰਾ ਕੇ ਜ਼ਮੀਨ ਨੂੰ ਕਿਤੇ ਨਾ ਕਿਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਖਾਣੀਆਂ ਨੇ। ਗੌਰਮੈਂਟ ਮੰਨ ਲਓ ਮੈਨੂੰ ਪ੍ਰਾਈਵੇਟ ਮੈਂ ਲੈ ਲਈ, ਉਹਨਾਂ ਨੇ ਮੇਰੇ ਨਾਲ ਲੀਜ਼ ਕਰ ਲਈ, ਮੇਰੇ ਨਾਲ ਕੋਈ ਕੰਟਰੈਕਟ ਕਰ ਲਿਆ ਕਿ ਮੈਂ ਸਾਂਭ ਸੰਭਾਲ ਕਰੂੰਗਾ, ਤੇ ਮੈਂ ਕੱਲ ਨੂੰ ਇੱਦਾਂ ਦਾ ਉਹਨੇ ਪੇਸ਼ਕਸ਼ ਕਰਨੀ ਕਿ ਦੇਖੋ ਜੀ ਆਹ ਜ਼ਮੀਨ ਖਾਲੀ, ਅੱਛਾ ਖਾਲੀ ਪਈ, ਉਹਦੀ ਕਦੇ ਗਏ ਨਾ ਚੱਪੜ ਚੀੜ ਦੇਖਿਓ, ਉਹਦੇ ਖਾਲੀ ਪਈ ਆ ਸਾਈਡ ਤੇ ਬਹੁਤ ਜ਼ਮੀਨ, ਤੇ ਉਹ ਖਾਲੀ ਪਈ ਆ ਤਾਂ ਕੁਝ ਲੋਕਾਂ ਨੇ ਵਾਹੀ ਵੀ ਹੋਈ ਉਹਦੇ ਵਿੱਚ। ਉਹ ਲੋਕ, ਮੈਂ ਕਹਿਣਾ ਕਿ ਯਾਰ 5 ਕਿੱਲੇ ਫਾਲਤੂ ਪਏ ਨੇ ਤੇ ਆਪਾਂ ਇਹਦੇ 'ਚ ਕੁਝ ਬਣਾ ਲੈਂਦੇ ਹਾਂ, ਇਹਨੂੰ ਸਾਨੂੰ ਲੀਜ਼ ਤੇ ਦੇ ਦਿਓ ਜੀ, ਇਹਦਾ ਲੀਜ਼ ਦਾ ਕੰਟਰੈਕਟ ਕਰ ਲਓ। ਉਹ 33 ਸਾਲ 100 ਸਾਲ ਦੇਖਿਆ ਕਿਹਨੇ ਆ? ਤਾਂ ਕਰਕੇ ਸਰਕਾਰਾਂ ਦੀ ਨੀਤ ਵਿਗੜੀ ਹੋਈ ਹੈ, ਖਾਣ ਦੇ ਚਾਰੇ ਬਣਾ ਰਹੀਆਂ। ਥੈਂਕ ਯੂ ਜੀ। ਹੋਰ ਵੀ ਬਹੁਤ ਸਾਰੇ ਨੇ ਜੀ। ਪਟਿਆਲੇ ਦੇ ਭੁਪਿੰਦਰਾ ਰੋਡ ਤੇ ਲੋਕ ਨਿਰਮਾਣ ਵਿਭਾਗ ਦਾ ਰੈਸਟ ਹਾਊਸ ਹੈ, ਇਹਨੂੰ ਹੋਟਲ ਬਣਾਇਆ ਜਾਣਾ ਹੈ। ਪਠਾਨਕੋਟ ਡਲਹੌਜੀ ਰੋਡ ਤੇ ਇੱਕ ਸੈਰ ਸਪਾਟਾ ਕੇਂਦਰ ਨੂੰ ਮਨਜ਼ੂਰੀ ਮਿਲ ਗਈ ਹੈ ਜੰਗਲਾਤ ਵਿਭਾਗ ਤੋਂ। ਤੁਸੀਂ ਇੱਕ ਗੱਲ ਯਾਦ ਰੱਖਿਓ, ਜਦੋਂ ਬਾਅਦ 'ਚ ਇਹ ਲੀਜ਼ਾਂ ਦੇ ਚੜ ਗਈਆਂ, ਕੰਟਰੈਕਟ ਮਿਲ ਗਏ, ਤੁਸੀਂ ਦੇਖੋ ਉੱਥੇ MLA ਮੰਤਰੀਆਂ ਦੇ ਚਹੇਤੇ ਹੀ ਹੋਣਗੇ ਉਹ ਕੰਟਰੈਕਟਰ ਜੀ। ਸ਼ੁਕਰੀਆ ਜੀ, ਧੰਨਵਾਦ ਜੀ। ਅਗਲੇ ਕੱਲ ਨਛੱਤਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਹ ਬਾਈ ਜੀ ਆਪਣੇ ਝੋਟੇ ਕੋਟ ਨਹੀਂ ਆਇਆ ਜੀ? ਵਾਹ ਜੀ ਵਾਹ, ਕਿਆ ਪਿਆਰ ਹੈ ਤੁਹਾਡਾ। ਅਵਤਾਰ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਸਤਿ ਸ੍ਰੀ ਅਕਾਲ ਜੀ। ਗੱਲ ਇਹ ਹੈਗੀ ਆ ਵੀ ਮੈਂ ਉਸੇ ਇਲਾਕੇ ਨੂੰ ਬਿਲੋਂਗ ਕਰਦਾ ਜੀ, ਮੇਰੇ ਪਿੰਡ ਦੇ ਨਾਲ ਹੀ ਹੈ ਜੀ ਚੱਪੜ ਜੀ। ਤੇ ਇਹਨਾਂ ਨੇ ਜਿਹੜੇ ਵੀ ਕਿਸੇ ਨੇ ਇਤਿਹਾਸ ਲਿਖਿਆ, ਬੰਦੇ ਬਹਾਦਰ ਦਾ ਮੋਟਾ ਇਤਿਹਾਸ ਲਿਆ, ਅਸਲੀ ਦਾ ਇਤਿਹਾਸ ਕੱਢੇ ਹੀ ਨੇ, ਜਿੱਥੇ ਸਿੰਘ 5-5 7 ਦੇ ਗਰੁੱਪਾਂ 'ਚ ਬਾਗਾਂ ਦੇ ਵਿੱਚ ਰਹੇ ਆ, ਉੱਥੇ ਝੀੜੀਆਂ ਬਣੀਆਂ ਹੋਈਆਂ ਸਿੰਘਾਂ ਦੀਆਂ। ਇਹ ਇੱਕ ਮੋਟਾ ਜਿਹਾ ਇੱਕ ਡਰਾਮੇਬਾਜ਼ ਦਾ ਇਤਿਹਾਸ ਸੁਣਾ ਹੋਇਆ ਹੈ। ਪਹਿਲੀ ਗੱਲ ਤਾਂ ਦੂਸਰੀ ਗੱਲ, ਇਹਨਾਂ ਨੇ ਉਹ ਜ਼ਮੀਨ ਹੈ ਬਹੁਤ ਕੋਸਟਲੀ ਇਲਾਕੇ ਦੀ, ਸਾਰਾ ਮੋਹਾਲੀ ਦੇ ਵਿੱਚ ਆ ਗਿਆ ਜੀ। ਸਾਡੇ ਪਿੰਡ ਦੇ ਹਦੂਦ ਦੇ ਨਾਲ ਹੱਥ ਲੱਗਦੀ ਹੈ, ਜਿੱਥੇ ਬੰਦੇ ਬਹਾਦਰ ਨੇ ਯੁੱਧ ਲੜਿਆ। ਤੇ ਬੰਦੇ ਬਹਾਦਰ, ਮੇਰੇ ਪਿੰਡ ਬੰਦੇ ਬਹਾਦਰ ਦਾ ਇੱਕ ਗੁਰਦੁਆਰਾ ਵੀ ਹੈ, ਸੈਕਟਰ 71 ਤੇ ਆ ਗਿਆ ਜੀ ਹੁਣ ਉਹ, ਅੱਜ ਕੱਲ੍ਹ ਮੋਹਾਲੀ ਦੇ ਵਿੱਚ ਰਹਿ ਰਹੇ ਆ। ਤੇ ਉਹਦੇ ਬਜ਼ੁਰਗਾਂ ਨੂੰ ਸੁਣਿਆ ਵੀ ਉੱਥੇ ਸਿੰਘਾਂ ਦਾ ਲੰਗਰ ਪ੍ਰਸਾਦਾ ਛਕਦੇ, ਉਹ ਤਾਂ ਇਹ ਜਿਹੇ ਯੁੱਧ ਦੇ ਵਿੱਚ ਪ੍ਰਸਾਦਾ ਦਾ ਕਿਹਨੇ ਛਕਣਾ ਗਾ। ਮਤਲਬ ਚਲੋ ਇੱਕ ਕਹਾਵਤ ਬਣੀ ਹੋਈ ਆ, ਉੱਥੇ ਮਾਤਾ ਸੁੰਦਰੀ ਗਈ ਹੋਈ ਹੈ, ਉਹ ਗੁਰਦੁਆਰੇ ਨੂੰ ਵੀ ਕਿਸੇ ਨੇ ਨਹੀਂ ਪੁੱਛਿਆ ਹੈਗਾ। ਤੇ ਮੈਂ ਤਾਂ ਇਹ ਸਮਝਦਾ ਵੀ ਇਹਨਾਂ ਨੇ ਜ਼ਮੀਨ ਖਰੀਦਣੀ ਹੈ ਸਰਕਾਰ ਨੇ, ਇਹ ਉਹੀ ਵੇਚਣ ਵਾਲੇ ਨੇ, ਉਹੀ ਬਣਾਉਣ ਵਾਲੇ ਨੇ, ਉਹੀ ਉਹਨੂੰ। ਥੈਂਕ ਯੂ ਜੀ, ਸ਼ੁਕਰੀਆ ਜੀ। ਤੇ ਦਰਅਸਲ ਜਿਹੜੀ ਵਾਰ ਹੈ ਇਹ ਪੰਜਾਬੀ ਸਾਹਿਤ ਦਾ ਮੌਲਿਕ ਕਾਵਿ ਰੂਪ ਹੈ, ਉਧਾਰ ਨਹੀਂ ਲਿਆ ਹੋਇਆ ਗਜ਼ਲ ਵਾਂਗ ਜਾਂ ਹੋਰ ਕੁਛ ਜਿਹੜੀਆਂ ਵਿਧਾਵਾਂ ਨੇ, ਨਾਵਲ ਹੈ, ਕਹਾਣੀ ਹੈ। ਪੱਛਮ ਦੀ ਨਕਲ ਮਾਰ ਕੇ ਪੰਜਾਬੀ ਸਾਹਿਤ ਦੇ ਵਿੱਚ ਲੇਖਕਾਂ ਨੇ ਆਪਣੇ ਮੁਤਾਬਕ ਇਹਨਾਂ ਨੂੰ ਰੂਪ ਦੇ ਕੇ ਢਾਲਿਆ। ਪੰਜਾਬ ਦੇ ਵਿੱਚ ਯੋਧਿਆਂ ਦੀ ਉਸਤਤ ਦੇ ਵਿੱਚ ਵਾਰਾਂ ਗਾਈਆਂ ਜਾਂਦੀਆਂ ਰਹੀਆਂ ਨੇ, ਕਿਉਂਕਿ ਜੰਗਾਂ ਯੁੱਧਾਂ ਦਾ ਅਖਾੜਾ ਰਿਹਾ। ਇਹੀ ਰਸਤਾ ਹੁੰਦਾ ਸੀ ਹਮਲਾਵਰਾਂ ਵੱਲੋਂ, ਜਦੋਂ ਬਾਹਰੋਂ ਹਮਲਾਵਰ ਚੜ੍ਹ ਕੇ ਆਉਂਦੇ। ਪੰਜਾਬੀਆਂ ਦੀ ਬਹਾਦਰੀ ਨੇ ਉਹਨਾਂ ਨੂੰ ਡੱਕਾ ਲਾਇਆ। ਸਭ ਤੋਂ ਪਹਿਲਾਂ ਬਿਨਾਂ ਲੜੇ ਕਿਸੇ ਨੂੰ ਅੱਗੇ ਨਹੀਂ ਸੀ ਲੰਘਣ ਦਿੱਤਾ। ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ, ਉਦੋਂ ਹੀ ਅਖਾਣ ਉਹਨਾਂ ਵੇਲਿਆਂ 'ਚ ਹੀ ਬਣਿਆ ਸੀ। ਜੰਗ ਨੂੰ ਜਾਣ ਵੇਲੇ ਯੋਧਿਆਂ ਦੀ ਉਸਤਤ ਵਿੱਚ ਇਹ ਵਾਰਾਂ ਗਾਈਆਂ ਜਾਂਦੀਆਂ ਸੀ। ਜਰਨੈਲ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ।
ਜਰਨੈਲ ਜੀ। ਹਾਂਜੀ, ਤੁਸੀਂ ਆਉਣੇ ਰਹੋ ਜੀ। ਥੈਂਕ ਯੂ। ਹਾਂਜੀ, ਕਿੱਦਾਂ ਹਾਲ ਚਾਲ? ਬਹੁਤ ਵਧੀਆ ਜੀ। ਅੱਛਾ, ਮੈਂ ਨਾ ਜੀ ਐਤਕੀ ਇੰਡੀਆ ਗਿਆ ਸੀ, ਉੱਥੇ ਕਰਤਾਰਪੁਰ ਬਣੀ ਹੈ ਜੰਗੀ ਆਜ਼ਾਦੀ, ਤੇ ਉਹ ਮੈਨੂੰ ਪਰਿਵਾਰ ਸਮੇਤ ਵੇਖਣ ਦਾ ਮੌਕਾ ਮਿਲਿਆ ਤੇ ਬੜਾ ਸੋਹਣਾ ਪ੍ਰਬੰਧ ਇਸ ਵੇਲੇ ਵੈਸੇ ਚੱਲ ਰਿਹਾ। ਈਵਨ ਤੁਸੀਂ ਉਹਨਾਂ ਦਾ ਜਿਹੜਾ ਯਾਰਡ ਆ ਬਾਹਰ ਜਾਂ ਅੰਦਰ ਵੀ ਸਮੁੱਚਾ ਪ੍ਰਬੰਧ, ਮੈਂ ਤਾਂ ਬਹੁਤ ਇੰਪ੍ਰੈਸ ਹੋਇਆ। ਤੇ ਉਹਦੇ ਵਿੱਚ ਖਾਲਸਾ ਦੀਵਾਨ ਸਾਡੀ ਵੈਨਕੂਵਰ ਦੇ ਸੈਕੰਡ ਐਵਨਿਊ ਗੁਰਦੁਆਰੇ ਦੀ ਵੀ ਹਿਸਟਰੀ ਹੈ ਤੇ ਆਪਣਾ ਕੰਮ ਕਾਟਾ ਮਾਰੂ ਦਾ ਜ਼ਿਆਦਾ ਡਿਟੇਲ ਵਿੱਚ। ਤੇ ਉਹ ਹੁਣ ਮੈਂ ਦੂਜਾ ਨਹੀਂ ਹਜੇ ਵੇਖ ਸਕਿਆ ਜੋ ਵਿਰਾਸਤ ਤੇ ਖਾਲਸਾ, ਫਿਰ ਲੋਕਡਾਊਨ ਹੋ ਗਿਆ, ਨਹੀਂ ਤਾਂ ਉਹ ਵੀ ਵੇਖਣਾ ਸੀ। ਤੇ ਮੇਰਾ ਕਹਿਣ ਦਾ ਭਾਵ ਇਹ ਆ ਵੀ ਇਹ ਜਿਸ ਤਰ੍ਹਾਂ ਹੁਣ ਚੱਲ ਰਿਹਾ ਇੱਦਾਂ ਹੀ ਚੱਲਣਾ ਚਾਹੀਦਾ। ਉਹ ਕਿਉਂਕਿ ਪ੍ਰਾਈਵੇਟ ਹੱਥਾਂ 'ਚ ਦੇ ਰਹੇ ਨੇ। ਇਹ ਇਸ ਵੇਲੇ 26,000 ਕਰੋੜ ਦਾ ਜਿਹੜਾ ਪੰਜਾਬ ਦਾ ਰੈਵਨਿਊ ਘਾਟੇ ਦਾ ਇਸ ਵੇਲੇ ਜਿਹੜਾ ਚੱਲ ਰਿਹਾ ਜੀ, ਉਹਨੂੰ ਇਹਨਾਂ ਨੇ ਹੁਣ ਕੁਛ ਵੇਚਣਗੇ ਚੀਜ਼ਾਂ, ਕੁਛ ਏਦਾਂ ਕਰਨਗੇ ਤੇ ਫਿਰ ਪਰ ਉਹ ਲੌਂਗ ਟਰਮ ਵਾਸਤੇ ਬਹੁਤ ਮਾੜੀ ਗੱਲ ਆ। ਉਹ ਜਿਹੜਾ ਹੈ ਨਾ ਜੀ ਆਪਣਾ ਵਿਰਾਸਤ ਤੇ ਖਾਲਸਾ, ਉਹ ਇੰਡੀਆ ਦੀ ਵਨ ਆਫ ਦੀ ਟੌਪ ਟੂਰਿਸਟ ਪਲੇਸ ਹੈ। ਉਹ ਜਿਹੜੀ ਆ ਲੋਕਡਾਊਨ ਤੋਂ ਪਹਿਲਾਂ ਵਨ ਆਫ ਦੀ ਟੌਪ ਟੂਰਿਸਟ ਪਲੇਸ ਹੈ। ਹਾਂਜੀ, ਇਹ ਮੇਰਾ ਪਰਸਨਲ ਵਿਚਾਰ ਇਹ ਹੈ ਵੀ ਇਸੇ ਤਰ੍ਹਾਂ ਰਹਿਣਾ ਚਾਹੀਦਾ, ਇਹਨਾਂ ਨੂੰ ਹੋਰ ਕਿਸੇ ਹੱਥ 'ਚ ਨਹੀਂ ਦੇਣਾ ਚਾਹੀਦਾ। ਸਿਰਫ ਕੀ ਕਾਰਨ ਆ, ਕਾਰਨ ਹੈ ਜੋ ਮੈਂ ਦੱਸਿਆ ਜੀ। ਜੀ ਸ਼ੁਕਰੀਆ ਜੀ, ਥੈਂਕ ਯੂ ਤੁਹਾਡਾ, ਬਹੁਤ ਧੰਨਵਾਦ ਜੀ। ਗ੍ਰੈਂਡ ਤਾਜ ਬੈਂਕਟ ਹਾਲ ਦੇ ਵਿੱਚ ਤੁਸੀਂ ਛੋਟੀ ਵੱਡੀ ਪਾਰਟੀ ਕਰ ਸਕਦੇ ਹੋ। ਨਾ ਪਹਿਲਾਂ ਕਿੰਨੇ ਕੁ ਬੰਦਿਆਂ ਦੇ ਬੈਠਣ ਦੀ ਇਜਾਜ਼ਤ ਮਿਲੀ ਹੋਈ ਹੈ। ਛੋਟੇ ਇਕੱਠ ਹੋ ਰਹੇ ਨੇ, ਹੁਣ ਵੱਡੇ ਇਕੱਠ ਵੀ ਹੋਣ ਦੀ ਖੁੱਲ੍ਹ ਦਿੱਤੀ ਜਾ ਸਕਦੀ ਹੈ। ਅਗਲੇ ਤੀਜੇ ਪੜਾਅ ਤਹਿਤ 604 599 4342 ਤੇ ਫੋਨ ਕਰ ਸਕਦੇ ਹੋ। ਮਰਸੀਡੀਜ਼ ਬੈਂਜ਼ ਦੀ ਗੱਡੀ ਖਰੀਦਣ ਦੇ ਲਈ ਲਹਿੰਗਲੀ ਬਾਈਪਾਸ ਤੇ ਗਲੋਬਲ ਰੋਡ ਉੱਪਰ ਤੁਸੀਂ ਜਾ ਸਕਦੇ ਹੋ। 604 533 1205। ਇੰਡੀਆ ਨੂੰ ਪੈਸੇ ਭੇਜਣੇ ਭਰੋਸੇਮੰਦ ਨਾ ਗਗਨ ਸਿੰਘ ਪੰਜਾਬ ਫੋਰੈਕਸ ਨੂੰ ਤੁਸੀਂ ਕਾਲ ਕਰ ਸਕਦੇ ਹੋ। 24 ਘੰਟਿਆਂ 'ਚ ਪੈਸੇ ਤੁਹਾਡੇ ਟਿਕਾਣੇ ਤੇ ਪਹੁੰਚਣਗੇ। 604 349 1313 23 ਤੇ ਭਰੋਸੇਮੰਦ ਸੇਵਾਵਾਂ ਦਾ ਦੂਜਾ ਨਾਂ ਗਗਨ ਸਿੰਘ। 604 349 1313। ਇੰਸ਼ੋਰੈਂਸ ਦੀ ਕੋਈ ਵੀ ਲੋੜ ਪੈ ਗਈ ਹੈ, ਘਰ ਦੀ ਕੋਈ ਹੋਰ ਇੰਸ਼ੋਰੈਂਸ ਹੈ, ਡਿਸੇਬਿਲਿਟੀ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਕਾਰੋਬਾਰ ਦੀ ਇੰਸ਼ੋਰੈਂਸ ਤੁਸੀਂ ਲੈਣੀ ਹੈ, BC ਤੇ ਅਲਬਰਟਾ 'ਚ ਸੇਵਾਵਾਂ ਦਿੰਦੇ ਨੇ ਪਰਮਿੰਦਰ ਥਿੰਦ। ਤਜਰਬੇਕਾਰ ਖਿਡਾਰੀ ਨੇ ਇੰਡਸਟਰੀ ਦੇ। 6048287213 604 828 72 13 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ 'ਚ ਹੋਰ ਵੀ ਇੱਕ ਦੋ ਖਬਰਾਂ ਸਾਂਝੀਆਂ ਕਰਨੀਆਂ। ਐਤਕੀ ਦੇਖਾ ਦੇਖੀ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ, ਨਹੀਂ ਤਾਂ ਪਹਿਲਾਂ ਪਾਣੀ ਖੜਾ ਕਰਦੇ, ਕੱਦੂ ਕਰਦੇ, ਫਿਰ ਕਿਤੇ ਜਾ ਕੇ ਪ੍ਰਵਾਸੀ ਮਜ਼ਦੂਰ ਤੀਲਾ ਤੀਲਾ ਗੱਡਦੇ ਤੇ ਝੋਨਾ ਸੁੱਕਦਾ ਇੱਕ ਵਾਰ ਤਾਂ ਫਿਰ ਬਾਅਦ 'ਚ ਹਰਾ ਹੁੰਦਾ। ਹੁਣ ਝੋਨੇ ਦੀ ਬਿਜਾਈ ਕਈਆਂ ਦੀ ਤਾਂ ਕਾਮਯਾਬ ਹੋ ਗਈ ਜਿਹੜੀ ਮਸ਼ੀਨਾਂ ਨਾਲ ਬੀਜੀ ਗਈ, ਪਰ ਕਈਆਂ ਨੂੰ ਇਹ ਸਿੱਧੀ ਬਿਜਾਈ ਪੁੱਠੀ ਪੈ ਗਈ। ਸ਼ਹਿਣਾ ਕਸਬੇ 'ਚ 70 ਏਕੜ ਕਰੀਬ ਸਿੱਧਾ ਬਿਜਾਈ ਵਾਲਾ ਝੋਨਾ ਵਾਹ ਦਿੱਤਾ ਗਿਆ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਸੀ ਕਿ ਸਿੱਧਾ ਝੋਨਾ ਬੀਜੋ। ਕਿਸੇ ਨੇ 8 ਕਿੱਲੇ, ਕਿਸੇ ਨੇ 4 ਕਿੱਲੇ, ਕਿਸੇ ਨੇ 7 ਕਿੱਲੇ ਇਹਨਾਂ ਨੂੰ ਕਿਸਾਨਾਂ ਨੂੰ ਝੋਨਾ ਵਾਹੁਣਾ ਪਿਆ। ਕਈਆਂ ਦਾ ਝੋਨਾ ਕਰੰਡ ਹੋ ਗਿਆ ਸੀ। ਨਰਮਾ ਕਰੰਡ ਹੁੰਦਾ ਤਾਂ ਅਸੀਂ ਸੁਣਿਆ ਸੀ ਤੇ ਹਲੀਰੀਆਂ ਮਾਰ ਕੇ ਕਰੰਡ ਵੀ ਭੰਨੀ ਆਪ, ਤੇ ਝੋਨੇ ਨੇ ਵੀ ਕਰੰਡ ਹੋਣਾ ਸੀ। ਆਹ ਦਿਨ ਵੀ ਆਉਣੇ ਸੀ। 300 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਝੋਨੇ ਦੀ ਬਿਜਾਈ ਵਾਲੀ ਮਸ਼ੀਨ ਲਿਆਂਦੀ ਸੀ, ਪਰ ਜਦੋਂ ਮਸ਼ੀਨ ਆ ਗਈ ਤੇ ਫਿਰ ਕਹਿੰਦੇ ਬਿਜਲੀ ਨਾ ਆਈ, ਪਾਣੀ ਦੀ ਕਮੀ ਰਹੀ ਤੇ ਕਿਸਾਨਾਂ ਨੇ ਆ ਕੇ ਫਿਰ ਹੁਣ ਝੋਨਾ ਵਾਹ ਤਾ ਕਈ ਥਾਂ। ਏਡੀਓ ਕਹਿ ਰਹੇ ਨੇ ਕਿ ਭਾਰੀ ਮੀਂਹ ਨੇ ਸਿੱਧੀ ਬਿਜਾਈ ਤੇ ਮਾਰ ਕੀਤੀ, ਕਈ ਥਾਵਾਂ ਤੇ ਮੀਂਹ ਪਿਆ ਤੇ ਫਸਲ ਕਰੰਡ ਹੋ ਗਈ। ਮੌੜਾਂ ਦੀ 15 ਏਕੜ, ਮੱਲੀਆਂ ਦੀ 80 ਏਕੜ ਤੇ ਹੋਰ ਕਈ ਪਿੰਡਾਂ 'ਚ ਈਸ਼ਰ ਸਿੰਘ ਵਾਲਾ ਦੇ ਕਿਸਾਨਾਂ ਦੀ ਜ਼ਮੀਨ ਜਿਹੜੀ ਉਹ ਫਸਲ ਜਿਹੜੀ ਉੱਗਣੀ ਸਿੱਕਣ ਤੋਂ ਪਹਿਲਾਂ ਹੀ ਉਹ ਕਰੰਡ ਹੋ ਗਈ। ਤੇ ਕਈ ਥਾਵਾਂ ਤੇ ਆਮੋ ਸਾਹਮਣੇ ਜਿਹੜੀ
ਤਕਰਾਰ ਵੀ ਹੋਏ ਨੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ। ਪੰਚਾਇਤਾਂ ਨੇ ਮਤੇ ਪਾਏ ਪਰ ਉਹ ਬਚਾਅ ਹੋ ਗਿਆ। ਕਾਹਨ ਸਿੰਘ ਪੰਨੂ ਵਿੱਚ ਪੈ ਗਈ, ਉਹਨਾਂ ਨੇ ਮਸਲੇ ਦਾ ਹੱਲ ਕਰਵਾਤਾ। ਸਰਦਾਰ ਮਹਿੰਦਰ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਬੜੀਆਂ ਗੰਭੀਰ ਸਮੱਸਿਆਵਾਂ ਪੰਜਾਬ ਚੱਲ ਰਿਹਾ, ਜਿਸ ਦਾ ਮਿੱਤਰ ਬਾਣੀ ਦੁਸ਼ਮਣ ਰਿਹਾ ਨਾ ਕੋਈ। ਜਦੋਂ ਸਰਕਾਰ ਹੀ ਸਾਰੀ ਦੀ ਸਾਰੀ ਵਪਾਰੀਆਂ ਦੀ ਹੋਊਗੀ ਤੇ ਕਿਸਾਨ ਤਾਂ ਮਾਂਜਿਆ ਹੀ ਜਾਣਾ। ਬਹੁਤ ਸਾਰੇ ਥਾਵਾਂ ਤੇ ਜਿਹੜਾ ਸਿੱਧੀ ਬਜਾਈ ਉਹ ਸਫਲ ਵੀ ਹੋਈ ਹੈ। 2-3 ਤਰ੍ਹਾਂ ਦੀ ਮਾਰ ਪਈ ਹੈ। ਇੱਕ ਤਾਂ ਪਹਿਲਾਂ ਜਿਹੜੇ ਬੰਦੇ ਝੋਨੇ ਦੇ ਆਪਣਾ ਬੀਜ ਨੂੰ ਗਿੱਲਾ ਕਰਕੇ ਬੀਜ ਬੈਠੇ, ਉਹ ਪਟਾਕਾ ਮਾਰ ਗਿਆ ਗਰਮੀ ਨਾਲ, ਉਹ ਨੁਕਸਾਨ ਹੋਇਆ। ਦੂਜਾ ਨੁਕਸਾਨ ਕਰਤਾ ਮੀਂਹ ਨੇ, ਪਰ ਕਿਸਾਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ। ਤਾਂ ਉਹ ਸਰਕਾਰ ਜਿਹੜੀ ਆ ਉਹ ਹਰ ਪਾਸੇ ਫੇਲ ਹੈ, ਬੁਰੀ ਤਰ੍ਹਾਂ ਨਾਲ ਫੇਲ ਹੈ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਯਾਦਗਾਰਾਂ ਵਪਾਰੀਆਂ ਨੂੰ ਦੇ ਰਹੇ ਆ, ਕੰਪਨੀਆਂ ਨੂੰ ਦੇ ਰਹੇ, ਤਾਂ ਕਰਨਾ ਹੀ ਇਹਨਾਂ ਨੇ। ਮੈਂ ਤੁਹਾਨੂੰ ਫਰੀਦਕੋਟ ਐਸਟ੍ਰੋਟਰਫ ਹਾਕੀ ਗਰਾਊਂਡ ਦੀ ਉਦਾਹਰਨ ਦਿੰਦਾ, ਜਿੱਥੇ ਮੈਂ ਲਗਾਤਾਰ ਉੱਥੇ ਬਾਬਾ ਫਰੀਦ ਹਾਕੀ ਜਿਹੜਾ ਆਲ ਇੰਡੀਆ ਇੰਟਰਨੈਸ਼ਨਲ ਟੂਰਨਾਮੈਂਟ ਵੀ ਆ ਉਹ ਅਸੀਂ ਕਰਾਉਂਦੇ ਆ ਰਹੇ ਹਾਂ। ਉੱਥੇ ਕੀ ਹੈ ਕਿ 2 ਸਾਲ ਲਈ ਇਹਨਾਂ ਨੇ ਕੱਢੇ। ਪਹਿਲਾਂ ਤਾਂ ਬਣਾਉਣ ਤੇ 15 ਸਾਲ ਬੀਤ ਗਏ, ਕਦੇ ਸੁਖਬੀਰ ਲੈ ਗਿਆ, ਕਦੇ ਕੋਈ ਲੈ ਗਿਆ। ਮਨਪ੍ਰੀਤ ਨੇ ਅੜੀ ਨਾਲ ਉਹ ਬਣਵਾਤੀ ਤੇ 2 ਸਾਲ ਨਹੀਂ ਕੱਢੇ। ਉੱਥੇ ਕੀ ਕਹਿੰਦੇ ਜੀ, ਇਹਦਾ 2.25 ਲੱਖ ਜਿਹੜਾ ਖਰਚਾ ਮਹੀਨੇ ਦਾ ਉਹ ਸਾਥੋਂ ਨਹੀਂ ਦਿੱਤਾ ਜਾਂਦਾ ਸਰਕਾਰ ਤੋਂ। ਸਪੋਰਟਸ ਡਿਪਾਰਟਮੈਂਟ ਕੋਲ ਹੈ ਨਹੀਂ, ਕਿਸੇ ਕੋਲ। ਸ਼੍ਰੋਮਣੀ ਕਮੇਟੀ ਨੇ ਉੱਥੇ ਹਾਕੀ ਅਕੈਡਮੀ ਬਣਾ ਕੇ ਤੇ ਉਹਨਾਂ ਨੂੰ ਦਿੱਤੀ ਹੋਈ ਹੈ। ਉਹਦਾ ਹੁਣ ਇਹ ਹੋਇਆ ਵੀ ਫਰੀਦਕੋਟ ਦਾ ਕੋਈ ਬੱਚਾ ਵੀ ਉਸ ਗਰਾਊਂਡ ਤੇ ਨਹੀਂ ਖੇਡ ਸਕਦਾ। ਤੇ ਹੁਣ ਤਾਂ ਮੈਂ 3 ਸਾਲਾਂ ਪਿਛਲਿਆਂ ਦੀ ਗੱਲ ਕਰਦਾ, ਇੱਕ ਵੀ ਬੱਚਾ ਫਰੀਦਕੋਟ ਏਰੀਏ ਦਾ ਉਸ ਅਕੈਡਮੀ ਵਿੱਚ ਹੈ ਨਹੀਂ। ਤਾਂ ਯਾਨੀ ਇਹ ਜਿਹੜੇ ਆ ਉਹ ਪਤਾ ਨਹੀਂ ਕੀ ਕਰ ਰਹੇ ਆ, ਕਿੱਧਰ ਨੂੰ ਜਾ ਰਹੇ ਆ। ਤੇ ਜਿਹੜੀਆਂ ਇਹ ਯਾਦਗਾਰਾਂ ਕਦੇ ਹੁਣ ਜਿਵੇਂ ਜਿਹੜਾ ਚੱਪੜ ਚਿੜੀ ਦਾ ਨਾ, ਉਹਦੇ ਨਾਂ ਤੇ ਛੱਪੜ ਤੇ ਚਿੜੀ ਕਹਿ ਕਿਤੇ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਉਸ ਵੇਲੇ ਕਾਜ਼ੀ ਨੂਰ ਮੁਹੰਮਦ ਨੂੰ ਪੜ੍ਹੋ, ਮੋਹਸਿਨ ਫਾਨੀ ਨੂੰ ਪੜ੍ਹੋ, ਅਬਦੁਲ ਮਜੀਦ ਖਾਨ ਨੂੰ ਪੜ੍ਹੋ, ਜਿਹੜੇ ਉਸ ਵੇਲੇ ਦੇ ਸਮਕਾਲੀ ਮੁਸਲਮਾਨ ਸੂਈਏ ਨਾਲ ਫਿਰਦੇ ਸੀ, ਉਹਨਾਂ ਨੇ ਕਿਹੜੇ ਨਾਂ ਦਿੱਤੇ ਆ। ਤਾਂ ਇਹ ਜਿਹੜੇ ਸਾਰੇ ਲੋਕਾਂ ਨੂੰ ਬੁੱਧੂ ਬਣਾ ਕੇ ਪੁੱਠੇ ਰਾਹ ਤੋਰਨ ਤੇ ਤੁਰੇ ਹੋਏ ਆ। ਇਹਨਾਂ ਨੂੰ ਕੋਈ ਨਾ ਕੋਈ ਮਸਲਾ ਚਾਹੀਦਾ ਵੀ ਕਿਸੇ ਢੰਗ ਨਾਲ ਆਪਦੀਆਂ ਜੇਬਾਂ ਭਰ ਜਾਣ। ਸੋ ਤੁਸੀਂ ਮਸਲਾ ਛੇੜਿਆ, ਬੜੀ ਵਧੀਆ ਗੱਲ ਹੈ। ਲੋਕਾਂ ਨੂੰ ਜਾਗਰੂਕਤੀ, ਕੁਛ ਨਾ ਕੁਛ ਤਾਂ ਜਾਣਕਾਰੀ ਹੋਊਗੀ, ਮਾੜਾ ਮੋਟਾ ਤਾਂ ਲੋਕ ਇਹਨਾਂ ਨੂੰ ਪੁੱਛਣਗੇ। ਤਾਂ ਤੁਹਾਡਾ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਰਦਾਰ ਕੁਲਦੀਪ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਬਰਾੜ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ। ਇੱਕ ਤੁਸੀਂ ਉੱਥੇ ਨੋਟ ਕੀਤਾ ਹੋਣਾ, ਵਿਰਾਸਤ ਏ ਖਾਲਸਾ ਦੇ ਵਿੱਚ ਜਦੋਂ ਉਹ ਡਾਕੂਮੈਂਟਰੀ ਦਿਖਾਉਂਦੇ ਆ, ਉੱਥੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਨਾਗਣੀ ਮਾਰੀ ਸੀ। ਉਹਦਾ ਇੱਕ ਸੀਨ ਆਉਂਦਾ ਤੇ ਉਹਦੇ ਹੱਥ 'ਚ ਕਿਰਪਾਨ ਆ, ਨਾਗਣੀ ਨਹੀਂ ਹੈ। ਮੈਂ ਉੱਥੇ ਰਿਟਨ ਕੰਪਲੇਂਟ ਵੀ ਕੀਤੀ ਵੀ ਤੁਸੀਂ ਇਤਿਹਾਸ ਨੂੰ ਤਰੋੜ ਕੇ ਦਿਖਾਇਆ, ਸੱਚਾਈ ਤਾਂ ਨਾਗਣੀ ਦੀ ਆ। ਉੱਥੇ ਨਾਗਣੀ ਪਈ ਵੀ ਅਨੰਦਪੁਰ ਸਾਹਿਬ, ਤੇ ਉੱਥੇ ਤੁਸੀਂ ਹਾਥੀ ਦੇ ਮੂਹਰੇ ਘੋੜੇ ਦੇ ਤਲਵਾਰ ਨਾਲ ਲੜਦਾ ਦਿਖਾਇਆ ਗਿਆ। ਇਹ ਜਾਣ ਬੁੱਝ ਕੇ ਕੀਤੀਆਂ ਇਹ ਸ਼ਰਾਰਤਾਂ ਵੀ ਇਤਿਹਾਸ ਨੂੰ ਤਰੋੜਿਆ ਜਾਵੇ। ਉਹਦੇ 'ਚ ਕੁਛ ਕੱਢਣ ਪਾਉਣ ਨੂੰ ਨਹੀਂ, ਐਵੇਂ ਬਸ ਤੁਹਾਨੂੰ ਸਪੀਕਰ 'ਚ ਫੜਾ ਦਿੰਦੇ ਆ, ਫੋਟੋ ਵੀ ਖਿੱਚ ਸਕਦੇ ਜੀ ਤੁਸੀਂ, ਲੈਣਾ ਨਹੀਂ ਦੇਣਾ ਨਹੀਂ। ਉੱਥੇ ਸਿੱਖਾਂ ਬਾਰੇ ਕੁਛ ਨਹੀਂ ਆ। ਵਾਰਸ ਦੀ ਹੀਰ ਦੀ ਉੱਥੇ ਗੂੰਜਦੀ ਆ ਤੇ ਆਪਣੇ ਦਾ ਵੀ ਸੰਸਾਰ ਹੈ ਤੇ ਗਿੱਧੇ ਭੰਗੜੇ ਦੀਆਂ ਤਸਵੀਰਾਂ ਵੀ ਨੇ। ਉਹ ਖਾਲਸਾਈ ਵਿਰਾਸਤ ਨਾਲ ਪਤਾ ਨਹੀਂ ਕਿਵੇਂ ਮੇਲ ਦਿੱਤੀਆਂ ਨੇ ਉਹਨਾਂ ਨੇ। ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ ਤੇ ਮਜੀਠੀਆ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਖਾਲਿਸਤਾਨ ਦਾ ਸਮਰਥਨ ਕਰਨ ਦੇ ਮੁੱਦੇ ਤੇ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਰਣਜੀਤ ਸਿੰਘ ਬਿੱਟੂ ਲੁਧਿਆਣੇ ਦੇ MP ਇਹ ਕਹਿ ਰਹੇ ਨੇ। ਇਸ ਤੋਂ ਵੀ ਉਹ ਅੱਗੇ ਚਲੇ ਗਏ ਨੇ। ਬੇਅੰਤ ਸਿੰਘ ਦੇ ਪੋਤੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ, ਪੰਜਾਬੀ ਗਾਇਕ ਦਲਜੀਤ ਦੋਸਾਂਝ ਤੇ ਜੈਜੀ ਬੈਂਸ ਖਿਲਾਫ ਖਾਲਿਸਤਾਨ ਦੀ ਹਮਾਇਤ ਕਰਨ ਬਦਲੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੋਲੋਂ ਇਹ ਮੰਗ ਕੀਤੀ ਗਈ ਹੈ। ਬੇਅੰਤ ਸਿੰਘ ਦੇ ਪੋਤੇ ਨੂੰ ਇਹ ਲੱਗਦਾ ਕਿ ਇਹਨਾਂ ਸਾਰਿਆਂ ਨੇ ਸਾਡੇ ਸ਼ਹੀਦਾਂ ਦਾ ਅਪਮਾਨ ਕੀਤਾ ਤੇ ਇਹਨਾਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਹੁਣ ਖਤਮ ਕਰਨ ਦੀ ਆਗਿਆ ਦਿਓ ਜੀ। ਸ਼ਨੀਵਾਰ ਨੂੰ ਠੀਕ 11 ਵਜੇ ਪ੍ਰੋਗਰਾਮ ਸੋਨੇ ਦੀ ਸਵੇਰ ਲੈ ਕੇ ਹਾਜ਼ਰ ਹੋਵਾਂਗਾ। ਤਦ ਤੱਕ ਲਈ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ।